ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸੁਆਮੀ ਧਨ ਚਰਨ ਰੱਖਿਆ ਜਗਦੀਸ਼ਵਰ ਹੈ ਸਰਬ ਰੱਖਿਆ ਗੁਰਦਇਆਲ ਹੈ ਭੈ ਦੁਖ ਵਿਨਾਸ਼ਨ ਹੈ ਭਗਤ ਵਛਲ ਨਾਥ ਨਾਥੇ ਸ਼ਰਨ ਨਾਨਕ ਪੁਰਖ ਅਚੁੱਤ ਹੈ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰਿਅੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਪ ਕਾਸ਼ਟ ਭਸਮੰ ਕਰੋਤ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸ। ਵਾਹਿਗੁਰੂ ਸਾਹਿਬ ਜੀਓ। ਗੌੜੀ ਚੇਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਨ ਹੈ ਨ ਹਰ ਗੁਣ ਗਾਵਹਿ ਬਾਤਨ ਹੀ ਅਸਮਾਨ ਗਿਰਾਵਹਿ ਹਰ ਜਸ ਸੁਨ ਹੈ ਨ ਹਰ ਗੁਣ ਗਾਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ 332 ਅੰਗ ਤੇ 44ਵਾਂ ਸ਼ਬਦ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਹਨ। ਗੌੜੀ ਚੇਤੀ ਤੋਂ ਭਾਵ ਚੇਤੀ ਇਹਦੀ ਜਾਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਓੰਕਾਰ ਜੋ ਕੇਵਲ ਇੱਕੋ ਇੱਕ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੈ। ਇਸ ਸ਼ਬਦ ਦੀ ਉਥਾਨਕਾ ਵੀ ਇਸ ਪ੍ਰਕਾਰ ਦੱਸੀ ਜਾਂਦੀ ਹੈ। ਸੋ ਇੱਕ ਵਾਰ ਕਬੀਰ ਜੀ ਦੇ ਸੇਵਕ ਵਪਾਰ ਵਿਹਾਰਕ ਬਿਜ਼ਨਸ ਕੰਮਕਾਰ ਲਈ ਬਾਹਰ ਜਾਣ ਲੱਗੇ। ਸੋ ਉਹਨਾਂ ਨੇ ਆਪਣੇ ਮਨ ਦੇ ਅੰਦਰ ਇਹ ਵਿਚਾਰ ਕੀਤਾ, ਸੰਕਲਪ ਧਾਰ ਕੇ ਬੇਨਤੀ ਕੀਤੀ ਕਿ ਆਪ ਦੀ ਕਿਰਪਾ ਨਾਲ ਅਸੀਂ ਕਾਰੋਬਾਰ ਕਰਨ ਲਈ ਬਾਹਰ ਚੱਲੇ ਹਾਂ। ਜੇ ਸਾਨੂੰ ਚੰਗਾ ਲਾਭ ਹੋ ਜਾਵੇ, ਚੰਗਾ ਲਾਭ ਹੋ ਗਿਆ ਤਾਂ ਫਿਰ ਅਸੀਂ ਆਪ ਜੀ ਦੇ ਅੱਗੇ ਦਸਵੰਧ ਭੇਟ ਕਰਾਂਗੇ। ਦਸਵੰਧ ਇਸ ਕਰਕੇ ਭੇਟਾ ਕਰਨਾ ਵੀ ਚੰਗਾ ਲਾਭ ਹੋ ਜਾਵੇ। ਬਾਹਰ ਜਾ ਕੇ 5-7 ਮਹੀਨੇ ਕੰਮਕਾਰ ਕੀਤਾ ਤਾਂ ਸ਼ੁਭ ਸੰਕਲਪ ਦੇ ਹੋਣ ਕਰਕੇ ਉਹਨਾਂ ਵਪਾਰੀਆਂ ਨੂੰ ਬੜਾ ਲਾਭ ਹੋਇਆ। ਸੋ ਅੱਗੇ ਵਾਸਤੇ ਉਹਨਾਂ ਦੀ ਸ਼ਰਧਾ ਕਬੀਰ ਜੀ ਉੱਪਰ ਹੋਰ ਜ਼ਿਆਦਾ ਵੱਧ ਗਈ। ਜਦੋਂ ਮੁੜ ਕੇ ਕਾਸ਼ੀਪੁਰ 'ਚ ਆਏ ਆਪਸ ਵਿੱਚ ਸਲਾਹ ਕੀਤੀ ਉਹਨਾਂ ਨੇ ਵੀ ਆਪਾਂ ਫੇਰ ਹੀ ਘਰ ਚੱਲਾਂਗੇ। ਪਹਿਲਾਂ ਗੰਗਾ ਇਸ਼ਨਾਨ ਕਰਕੇ ਕਬੀਰ ਜੀ ਦੀ ਭੇਟਾ ਦੇ ਚੱਲੀਏ। ਜੇ ਪਹਿਲਾਂ ਘਰ ਚਲੇ ਗਏ ਫਿਰ ਦਸਵੰਧ ਦੇਣਾ ਔਖਾ ਹੋ ਜਾਵੇਗਾ। ਸੋ ਉਹ ਗੰਗਾ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਕਿਨਾਰੇ ਉੱਤੇ ਬੈਠੇ ਪੰਡਿਆਂ ਕੋਲ ਕੱਪੜੇ ਉਤਾਰ ਗਏ। ਪੰਡਿਆਂ ਨੇ ਕੱਪੜੇ ਫੋਲ ਕੇ ਮਾਇਆ ਸਾਰੀ ਕੱਢ ਲਈ। ਜਦੋਂ ਇਹ ਕੱਪੜੇ ਪਾਉਣ ਲੱਗੇ ਤਾਂ ਖੀਸੇ ਖਾਲੀ ਦੇਖ ਕੇ ਹੈਰਾਨ ਹੋਏ। ਸੋ ਪੰਡਿਆਂ ਨੂੰ ਕਿਹਾ ਤੁਸੀਂ ਸਾਡੀ ਦੌਲਤ ਚੁਰਾਈ, ਪਰ ਪੰਡੇ ਕਿਹੜਾ ਕੂਲੇ ਸੀ ਅੱਗਿਓਂ ਜਿਹੜੇ ਮੰਨ ਜਾਂਦੇ। ਉਹਨਾਂ ਬਹੁਤ ਦਬਕੇ ਮਾਰੇ ਪਰ ਪੰਡਤਾਂ ਨੇ ਉਹਨਾਂ ਦੀ ਜ਼ਰਾ ਪਰਵਾਹ ਨਾ ਕੀਤੀ। ਉਹ ਵਿਚਾਰੇ ਬਹੁਤ ਹੀ ਉਦਾਸ ਜਿਹੇ ਹੋ ਕੇ ਕਬੀਰ ਜੀ ਕੋਲ ਜਾ ਕੇ ਫਿਰ ਮੱਥਾ ਟੇਕ ਕੇ ਬੈਠ ਕੇ ਸਾਰੀ ਹੱਡ ਬੀਤੀ ਸੁਣਾਈ। ਉਸ ਸਮੇਂ ਕਬੀਰ ਜੀ ਨੇ ਉਹਨਾਂ ਦੀ ਹਾਲਤ ਵੇਖ ਕੇ ਸ਼ਬਦ ਉਚਾਰਿਆ ਅਤੇ ਵਪਾਰੀਆਂ ਨੂੰ ਧੀਰਜ ਦਿੱਤਾ। ਆਖਿਆ ਭਾਈ ਸ਼ੁਕਰ ਕਰੋ, ਤੁਸੀਂ ਆਪਣਾ ਆਪ ਤਾਂ ਬਚਾ ਕੇ ਆ ਗਏ, ਨਹੀਂ ਤਾਂ ਇਹ ਪੰਡੇ ਅਜਿਹੇ ਨਿਧੜਕ ਕਸਾਈ ਨੇ ਜੋ ਜਾਨੋਂ ਮਾਰਨ ਤੋਂ ਵੀ ਘੱਟ ਨਹੀਂ ਗੁਜ਼ਾਰਦੇ। ਅਸਲ ਵਿੱਚ ਇਸ ਗੱਲ ਦਾ ਵੀ ਮੈਂ ਨਿਰਣਾ ਕਰ ਦੇਵਾਂ
ਕਿ ਜਿਹੜਾ ਅਸਲ ਪੰਡਤ ਹੁੰਦਾ ਉਹ ਇਹੋ ਜਿਹੇ ਕੰਮ ਨਹੀਂ ਕਰਦਾ ਹੁੰਦਾ। ਪੰਡਤ ਦਾ ਭੇਖ ਧਾਰ ਕੇ ਠੱਗ ਲੋਕੀ ਨਦੀਆਂ ਦਰਿਆਵਾਂ ਦੇ ਕਿਨਾਰੇ ਤੇ ਬੈਠਿਆ ਕਰਦੇ ਸੀ। ਸੋ ਜਿਹੜੇ ਗਰੀਬ ਲੋਕ ਇਹੋ ਜਿਹੇ ਚਾਲ ਚੱਲਣ ਦੇ ਸਨ ਉਹ ਅਸਲ ਪੰਡਤਾਂ ਨੂੰ ਵੀ ਬਦਨਾਮ ਕਰ ਦਿੰਦੇ ਸਨ। ਅਸਲ ਵਿੱਚ ਦੁਨੀਆ ਅੰਦਰ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜੇ ਚੀਜ਼ ਦੇ ਮਹਾਂਵਾਕ ਅਨੁਸਾਰ ਚੰਗੇ ਬੰਦੇ ਬਹੁਤ ਘੱਟ ਹੁੰਦੇ ਅਤੇ ਦਿਖਾਵੇ ਵਾਲੇ ਲੋਕ ਜ਼ਿਆਦਾ ਹੁੰਦੇ ਨੇ। ਸੋ ਵਪਾਰੀਆਂ ਨੇ ਆਖਿਆ ਆਪ ਚੱਲ ਕੇ ਉਹਨਾਂ ਨੂੰ ਕੁਝ ਆਖੋ, ਸਮਝਾਓ ਵੀ ਇਹੋ ਜਿਹੇ ਕੰਮ ਨਾ ਕਰਨ। ਕਬੀਰ ਜੀ ਕਹਿਣ ਲੱਗੇ ਬਚਨ, ਐਸੇ ਲੋਗਨ ਸਿਉ ਕਿਆ ਕਹੀ ਹੈ। ਭਾਈ ਇਹੋ ਜਿਹੇ ਭੈੜਿਆਂ ਲੋਕਾਂ ਨੂੰ ਕੀ ਆਖੀਏ, ਉਹਨਾਂ ਨਾਲ ਕੀ ਮੱਥਾ ਲਾਈਏ ਜਾ ਕੇ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ ਐ ਰਹਾਓ। ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੀ ਭਗਤੀ ਕਰਾਉਣ ਤੋਂ ਬਾਹਰ ਕਰ ਦਿੱਤਾ ਹੈ, ਸੋ ਉਹਨਾਂ ਦੁਸ਼ਟਾਂ ਪਾਸੋਂ ਤਾਂ ਹਮੇਸ਼ਾ ਡਰਦੇ ਰਹਿਣਾ ਚਾਹੀਦਾ ਆਪਾਂ ਨੂੰ, ਕਿਉਂਕਿ ਉਹਨਾਂ ਨੇ ਆਪਣੀ ਇੱਜ਼ਤ ਲਾ ਹੀ ਲਈ ਹੈ ਬਸ, ਤੇ ਹੋਰਨਾਂ ਦੀ ਇੱਜ਼ਤ ਲਾਉਣ ਲਈ ਤਿਆਰ ਹੀ ਰਹਿੰਦੇ ਨੇ। ਇਸ ਲਈ ਉਹਨਾਂ ਕੋਲੋਂ ਆਪਾਂ ਨੂੰ ਸਦਾ ਡਰਦੇ ਹੀ ਰਹਿਣਾ ਚਾਹੀਦਾ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਘਟਾਈ ਆਵਾਜ਼ ਫਿਰ ਬਿਲਕੁਲ ਹੀ ਨਹੀਂ ਸੁਣਦੀ ਮੈਨੂੰ, ਉਹ ਕੋਈ ਡਿਫੈਕਟ ਆ ਰਿਹਾ ਵਿੱਚ, ਉਹਦਾ ਫਰਕ ਪਊ ਉਹਦੇ 'ਚ। ਉਹਨੇ ਤਾਂ ਅੱਗੇ ਠੀਕ ਹੀ ਲੈ ਲੈਣੀ ਹੈ ਜੀ, ਮੈਨੂੰ ਨਹੀਂ ਸੁਣਦੀ ਫਿਰ ਮੇਰਾ ਜ਼ੋਰ ਲੱਗਦਾ। ਸੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ, ਉਹ ਜਿਹੜੇ ਆਦਮੀ ਨੇ ਕੈਸੇ ਹੁੰਦੇ ਹਨ। ਹਰ ਜਸ ਸੁਨ ਹੈ ਨ ਹਰ ਗੁਣ ਗਾਵ ਹੈ, ਬਾਤਨ ਹੀ ਅਸਮਾਨ ਗਿਰਾਵ ਹੈ। ਕਹਿੰਦੇ ਉਹ ਮੰਦੇ ਆਦਮੀ ਸਤਸੰਗ ਵਿੱਚ ਬੈਠ ਕੇ ਨਾ ਤਾਂ ਹਰੀ ਜਸ ਨੂੰ ਆਪਣੇ ਕੰਨਾਂ 'ਚ ਸੁਣਦੇ ਨੇ ਅਤੇ ਨਾ ਹੀ ਜੀਵ ਦੁਆਰਾ ਹਰੀ ਗੁਣ ਨੂੰ ਗਾਉਂਦੇ ਨੇ, ਸਗੋਂ ਗੱਲਾਂ ਬਾਤਾਂ ਕਰਕੇ ਅਸਮਾਨ ਨੂੰ ਗਿਰਾਉਂਦੇ ਨੇ। ਉਹ ਆਖਦੇ ਹਨ ਕਿ ਨਾ ਕੋਈ ਸਵਰਗ ਹੈ ਨਾ ਕੋਈ ਨਰਕ ਹੈ। ਇਸ ਲਈ ਅਜਿਹੇ ਚਾਰ ਵਾਕੀਏ ਦਾ ਮਤਲਬ ਨਾਸਤਿਕਾਂ ਨੂੰ ਕੀ ਆਖਣਾ। ਇਹ ਲੋਕ ਦੁਨੀਆ ਦੇ ਅੰਦਰ ਸਦਾ ਵਾਸਤੇ ਪਿੱਛੋਂ ਹੀ ਚਲੇ ਆ ਰਹੇ ਨੇ। ਹਰ ਜਸ ਸੁਨ ਹੈ ਨਾ ਹਰ ਗੁਣ ਗਾਵ ਹੈ। ਅੱਜ ਦਾ ਜਿਹੜਾ ਸਮਾਂ ਇਹਦੇ ਵਿੱਚ ਵੀ ਇਹੋ ਜਿਹੇ ਹਾਲਾਤ ਨੇ। ਚਾਹੇ ਕੋਈ ਦੇਖ ਲਓ, ਗੁਰੂ ਘਰ ਦੇ ਵਿੱਚ ਲੋਕ ਆਉਂਦੇ ਨੇ, ਬਾਤਨ ਹੀ ਅਸਮਾਨ ਗਿਰਾਵਾ ਵਾਲੇ ਜ਼ਿਆਦਾ, ਗੱਲਾਂ ਬਾਤਾਂ ਨਾਲ ਅਸਮਾਨ ਢਾ ਦੇਣਾ। ਨਾ ਤਾਂ ਬਹਿ ਕੇ ਹਰੀ ਦਾ ਜਸ ਕਥਾ ਰਾਹੀਂ ਸ਼ਰਵਣ ਕਰਨਾ, ਨਾ ਹਰ ਗੁਣ ਗਾਵ ਹੈ ਕੀਰਤਨ ਦੇ ਰਾਹੀਂ ਗੁਣ ਗਾਉਣੇ, ਨਾ ਉਹਨਾਂ ਨੇ ਬਾਣੀ ਪੜ੍ਹਨੀ, ਨਾ ਉਹਨਾਂ ਨੂੰ ਬਾਣੀ ਕੰਠ, ਨਾ ਉਹਨਾਂ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਪੜ੍ਹੇ ਨੇ, ਨਾ ਹੀ ਗੁਰੂ ਸਿਧਾਂਤ ਨੂੰ ਜਾਣਦੇ ਨੇ। ਬਸ ਗੱਲਾਂ ਦੇ ਨਾਲ ਹੀ ਸਮਾਨ ਨੂੰ ਥੱਲੇ ਸੁੱਟੀ ਤੁਰੇ ਆਉਂਦੇ ਨੇ। ਐਸੇ ਲੋਗਨ ਸਿਉ ਕਿਆ ਕਹੀ ਹੈ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਐ ਰਹਾਓ। ਹੁਣ ਭਗਤ ਜੀ ਨੇ ਪਹਿਲਾਂ ਦੱਸ ਦਿੱਤਾ ਬਈ ਇਹੋ ਜਿਹੇ ਭੈੜਿਆਂ ਲੋਕਾਂ ਨੂੰ ਕੀ ਆਖੇ, ਉਹਨਾਂ ਨਾਲ ਕੀ ਮੱਥਾ ਲਾਈਏ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੀ ਭਗਤੀ ਤੋਂ ਹੀ ਬਾਹਰ ਕੱਢ ਦਿੱਤਾ। ਵੀ ਇਹੋ ਜਿਹੇ ਤੋਂ ਕੀ ਭਗਤੀ ਕਰਾਉਣੀ ਹੈ, ਇਹੋ ਜਿਹੇ ਨੇ ਕੀ ਚੰਦ ਚਾੜਨੇ ਆ। ਉਹਨਾਂ ਦੁਸ਼ਟਾਂ ਪਾਸੋਂ ਕੋਲੋਂ ਹਮੇਸ਼ਾ ਡਰਦੇ ਰਹੀਏ, ਕਿਉਂਕਿ ਆਪ ਤਾਂ ਉਹਨਾਂ ਦੀ ਕੋਈ ਇੱਜ਼ਤ ਹੁੰਦੀ ਹੋਈ ਨਹੀਂ। ਸਾਰੀ ਦੁਨੀਆ ਥੂ ਥੂ ਕਰਦੀ ਹੁੰਦੀ ਉਹਨਾਂ ਨੂੰ, ਤੇ ਦੂਜਿਆਂ ਦੀ ਇੱਜ਼ਤ ਲਾਉਣ ਦੀ ਉਹ ਕਸਰ ਨਹੀਂ ਛੱਡਦੇ। ਤੇ ਜਿਹੜਾ ਬਾਅਦ ਵਿੱਚ ਉਹਨਾਂ ਦਾ ਹਾਲ ਹੋਣਾ, ਜਿਹੜੀ ਸਜ਼ਾ ਪ੍ਰਮਾਤਮਾ ਨੇ ਦੇਣੀ ਆ, ਉਹ ਫਿਰ ਉਹਨੂੰ ਹੀ ਪਤਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਆਪ ਨਾ ਦੇਹ ਚੁਰੂ ਪਰ ਪਾਨੀ, ਤੇ ਨਿੰਦਾ ਹੈ ਜੇ ਗੰਗਾ ਆਨੀ। ਆਪ ਤਾਂ ਕਿਸੇ ਪਿਆਸੇ ਲੋੜਵੰਦ ਦੁਖੀ ਆਦਮੀ ਨੂੰ ਕਦੇ ਚੂਲੀ ਭਰ ਪਾਣੀ ਵੀ ਨਹੀਂ ਪਿਆਇਆ, ਗਲਾਸ ਭਰ ਕੇ ਦਿੱਤਾ ਵੀ ਨਹੀਂ, ਭਾਵੇਂ ਉਹ ਸਾਹਮਣੇ ਤਿਹਾਇਆ ਹੀ ਮਰ ਜਾਵੇ। ਸਗੋਂ ਉਹਦੀ ਨਿੰਦਿਆ ਕਰਦੇ ਨੇ ਕਿ ਜਿਸ ਭਗੀਰਥ ਨੇ ਇਸ ਮਾਤਲੋਕ ਵਿੱਚ ਪਰਉਪਕਾਰ ਲਈ ਗੰਗਾ ਲਿਆਂਦੀ ਹੈ ਨਾ, ਸੋ ਉਹ ਗੰਗਾ ਜਿਹੜੀ ਆ ਭਗੀਰਥ ਨੇ ਲਿਆਂਦੀ, ਜਾਹਰ ਨਵੀ ਤਪੈ ਭਾਗੀਰਥ ਆਣੀ।
ਇਹ ਮਹਾਰਾਜ ਨੇ ਬਾਣੀ ਅੰਦਰ ਕਥਨ ਕੀਤਾ। ਉਹਦੀ ਨਿੰਦਿਆ ਕਰਦੇ ਕਿ ਭਗੀਰਥ ਨੇ ਗੰਗਾ ਲਿਆਂਦੀ, ਐਵੇਂ ਗੱਲਾਂ ਮਾਰਦੇ। ਬੈਠਤ ਉਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨਹੂ ਘੱਲ ਹੈ। ਉੱਠਦਿਆਂ ਬਹਿੰਦਿਆਂ ਹਰ ਵੇਲੇ ਕੁਟਲਤਾਈਆਂ 'ਚ ਹੀ ਤੁਰਦੇ ਰਹੇ, ਜਿਵੇਂ ਬੜਾ ਮੈਂ ਬਹੁਤ ਰਾਜਨੀਤਿਕ, ਇਹ ਕੁਟਲਤਾਈ ਹੁੰਦੀ। ਮੈਂ ਤਾਂ ਪੂਰਾ ਚਾਣਕੀਆ ਹਾਂ, ਮੇਰੇ ਵਰਗਾ ਕੋਈ ਨਹੀਂ, ਮੈਂ ਤੈਨੂੰ ਇਹੀ ਜੀ ਨੀਤੀ ਦੱਸਾਂਗਾ, ਐ ਹੋ ਜਾਏਗਾ। ਉਲਟਾ ਅਗਲੇ ਨੂੰ ਖੂਜ ਛੱਡ ਦਿੰਦੇ, ਇਹੀ ਜੀ ਨੀਤੀ ਦੱਸਦੇ ਆ। ਸੋ ਇਹ ਆਪ ਤਾਂ ਸੰਸਾਰ ਦੀ ਤਰਫ ਗਏ ਨੇ ਅਤੇ ਹੋਰਨਾਂ ਨੂੰ ਸੰਸਾਰ ਵੱਲ ਘਾਲਾ ਪਾਉਂਦੇ ਨੇ। ਭਾਵ ਕਹਿਣਗੇ ਇੱਧਰ ਕੀ ਹੈ, ਉੱਧਰ ਕੀ ਹੈ, ਕੰਮ ਕਰਨਾ ਚਾਹੀਦਾ, ਆ ਇੰਨੇ ਗੁਰਦੁਆਰੇ ਬਣਾਈ ਜਾਂਦੇ ਆ, ਇਹ ਅਕਾਲ ਸਕੂਲ ਹੋਣੇ ਚਾਹੀਦੇ ਆ, ਫਲਾਨੇ ਐ ਹੋਣਾ ਚਾਹੀਦਾ, ਬੜੀ ਗੱਲਾਂ ਦਿੰਦੇ ਆ, ਬਹੁਤ ਸਿੱਖਿਆ ਦਿੰਦੇ ਆ, ਜਿਵੇਂ ਦੂਜੇ ਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਨੂੰ। ਛਾੜ ਕੋ ਚਰਚਾ ਆਨ ਨਾ ਜਾਣ ਹੈ, ਬ੍ਰਹਮਾਹੂ ਕੋ ਕਹਿਓ ਨਾ ਮੰਨ ਹੈ। ਉਹਨਾਂ ਨੇ ਇੱਕ ਖੋਟੀ ਚਰਚਾ ਨੂੰ ਮੁੱਖ ਰੱਖਿਆ ਹੋਇਆ। ਉਹ ਜਿਹੜੀ ਚਰਚਾ ਹੁੰਦੀ, ਖੋਟੀ ਚਰਚਾ ਨੂੰ ਛੱਡ ਕੇ ਆਨ ਨਾ ਜਾਣਨ ਤੋਂ ਭਾਵ ਹੋਰ ਕੋਈ ਭਜਨ ਸਿਮਰਨ ਦੀ ਗੱਲ ਨਹੀਂ ਜਾਣਦੇ। ਜਦੋਂ ਦੇਖੋ ਬਸ ਨਿੰਦਾ, ਜਦੋਂ ਦੇਖੋ ਪੁੱਠਾ ਬੋਲਣਾ। ਕਹਿੰਦੇ ਉਹ ਤਾਂ ਬ੍ਰਹਮ ਦਾ ਕਿਹਾ ਹੋਇਆ ਜੋ ਹੈ ਨਾ ਵਾਕ, ਵੇਦਾਂ ਵਿੱਚ ਜਿਹੜੀ ਸਿੱਖਿਆ ਦਿੱਤੀ ਹੈ, ਉਹ ਤਾਂ ਉਹਨੂੰ ਨਹੀਂ ਮੰਨਦੇ। ਜੇ ਬ੍ਰਹਮਾ ਵੀ ਉਹਨਾਂ ਨੂੰ ਆ ਕੇ ਕਹਿ ਦੇਵੇ ਨਾ, ਕਹਿੰਦੇ ਇਹ ਤਾਂ ਐਵੇਂ ਗਪੌੜੇ ਮਾਰਦਾ। ਆਪ ਵੀ ਬ੍ਰਹਮਾ ਜੀ ਆ ਕੇ ਕਹਿ ਦੇਣ ਵੀ ਤੁਸੀਂ ਭਾਈ ਚੰਗੇ ਕੰਮ ਕਰਿਆ ਕਰੋ, ਉਹਦਾ ਕਿਹਾ ਹੋਇਆ ਵੀ ਇਹ ਮੰਨਣ ਨਾ ਲੋਕ। ਜਿਹੜਾ ਟੇਢਾ ਬੰਦਾ ਹੈ, ਹੁਣ ਆ ਕਥਾ ਚੰਗੇ ਭਲੇ ਜਿਹੜੇ ਬੰਦੇ ਭਾਵ ਕਹਿਣ ਦੇ ਉਹਨਾਂ ਨੂੰ ਗਿਆਨ ਨਹੀਂ ਹੁੰਦਾ, ਚਲੋ ਕਥਾ ਸੁਣਦੇ ਨੇ ਸਿੱਧੇ ਹੋ ਜਾਂਦੇ ਨੇ। ਕਈ ਤਾਂ ਇਹ ਜਿਹੇ ਨੇ ਜਿਨ੍ਹਾਂ ਨੂੰ ਇਹ ਕਥਾ ਵਿਆਹ ਵਰਗੀ ਲੱਗਦੀ ਹੈ। ਉਹ ਜਿੰਨੀਆਂ ਕਹੀਆਂ ਹੋਈਆਂ ਗੱਲਾਂ ਨੇ ਉਹ ਕਹਿੰਦੇ ਇਹ ਤਾਂ ਗੱਲਾਂ ਉਹੀ ਮਾਰੀਆਂ ਹੋਈਆਂ ਨੇ, ਕਿਉਂਕਿ ਇਸ ਰਸਤੇ ਉੱਤੇ ਆਏ ਹੀ ਨਹੀਂ। ਉਹਨਾਂ ਨੇ ਕਦੇ ਜਾਂ ਤਾਂ ਬੰਦਗੀ ਕੀਤੀ ਹੋਵੇ ਜਾਂ ਕਦੇ ਬੈਠੇ ਹੋਣ, ਇਸ ਕਰਕੇ ਉਹਨਾਂ ਨੂੰ ਸੋਝ ਹੀ ਨਹੀਂ ਪੈਂਦੀ। ਆਪ ਗਏ ਔਰ ਨਹੂ ਖੋਵਹਿ, ਆਗ ਲਗਾਏ ਮੰਦਰ ਮੈਂ ਸੋਵਹਿ। ਇਹ ਠੱਗ ਲੋਕ ਆਪ ਪਰਮੇਸ਼ਰ ਵੱਲੋਂ ਹਟ ਗਏ ਅਤੇ ਔਰਨ ਹੁੰਦਾ ਹੋਰਨਾਂ ਨੂੰ ਵੀ ਵਾਹਿਗੁਰੂ ਵੱਲੋਂ ਖੋਵੈ ਤੋਂ ਭਾਵ ਹਟਾਉਂਦੇ ਨੇ। ਜੇ ਕੋਈ ਮੰਦਰ ਸੁੱਤਾ ਪਿਆ ਹੋਵੇ ਉਹਨੂੰ ਮਾਰਨ ਵਾਸਤੇ ਅੱਗ ਲਗਾ ਦਿੰਦੇ, ਇਹ ਜੀ ਅਤਤਾਈ ਕਰਦੇ ਨੇ। ਆਗ ਲਗਾਏ ਮੰਦਰ ਮੈਂ ਸੋਵ ਹੈ, ਤ੍ਰਿਸ਼ਨਾ ਰੂਪੀ ਅੱਗ ਲਾ ਕੇ ਸਰੀਰ ਰੂਪੀ ਮੰਦਰ ਸੌਂ ਰਹੇ ਨੇ। ਕਾਲ ਰੂਪੀ ਅਗਨੀ ਲਗਾ ਕੇ ਸਰੀਰ ਰੂਪੀ ਮੰਦਰ 'ਚ ਵਿਦਿਆ ਰੂਪੀ ਨੀਂਦ ਸੁੱਤੇ ਪਏ ਨੇ। ਆਗ ਲਗਾਏ ਮੰਦਰ ਮੈਂ ਸੋਵ ਹੈ, ਦੂਜੇ ਦੇ ਘਰਾਂ 'ਚ ਤਾਂ ਅੱਗ ਲਾ ਦੇਣੀ, ਨਿੰਦਾ ਚੁਗਲੀ ਕਰਕੇ ਇਹੀ ਜੀ ਗੱਲ ਕਹਾਉਣੀ ਅਗਲੇ ਦੇ ਘਰ 'ਚ। ਅਗਲੇ ਦੇ ਘਰ ਤਾਂ ਲੜਾਈਆਂ ਪਾ ਜਾਂਦੇ ਆ, ਆਪ ਆਰਾਮ ਨਾਲ ਉਹਦੇ ਘਰੇ ਸੌਂ ਜਾਂਦੇ ਜਾ ਕੇ। ਸੋ ਇਸ ਕਰਕੇ ਲੋਕਾਂ ਵਿੱਚ ਅੱਗ ਲਾ ਕੇ ਇਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ। ਤੇ ਇਸ ਪ੍ਰਕਾਰ ਜਿਹੜੀ ਲੋਕਾਂ ਦਾ ਕੋਈ ਭਲਾ ਹੋਣਾ ਹੁੰਦਾ, ਜਿਵੇਂ ਆ ਹੁਣ ਕਥਾ ਹੀ ਹੈ, ਆਪਾਂ ਕਥਾ ਸੰਸਾਰ ਦੇ ਭਲੇ ਲਈ ਕਰ ਰਹੇ ਹਾਂ। ਸਰਬੱਤ ਦਾ ਭਲਾ, ਰੋਜ਼ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਕਾ ਭਲਾ ਕਹਿੰਦੇ ਤਾਂ ਹਨ, ਪਰ ਜੇ ਕਥਾ ਸਿਰਫ ਸਿੱਖ ਹੀ ਸੁਣੇ, ਬਸ ਇਹ ਕਹਿੰਦੇ ਬਾਣੀ ਸਿਰਫ ਸਿੱਖ ਦਾ ਹੀ ਅਧਿਕਾਰ ਹੈ। ਕੀਰਤਨ ਸੁਣਨਾ ਜੀ ਇਹ ਤਾਂ ਜੀ ਸਿੱਖਾਂ ਨੂੰ, ਜੇ ਕੋਈ ਹੋਰ ਧਰਮ ਵਾਲਾ ਮਾੜਾ ਮੋਟਾ ਕਿਤੇ ਕੀਰਤਨ ਸੁਣਨ ਬਹਿ ਜਾਏ ਜਾਂ ਗੁਰਸਿੱਖ ਕਿਤੇ ਕਿਸੇ ਸਤਸੰਗ ਵਿੱਚ ਚਲੇ ਜਾਣ, ਵੀ ਚਲੋ ਉੱਥੇ ਮਹਾਰਾਜ ਦਾ ਪ੍ਰਕਾਸ਼ ਹੈ, ਬਾਣੀ ਪੜ੍ਹਦੇ ਨੇ, ਉੱਥੇ ਅੱਗ ਲਾਉਣ ਲੱਗ ਜਾਂਦੇ ਨੇ। ਤੇ ਅੱਗ ਲਗਾ ਕੇ ਦੁਨੀਆ ਅੰਦਰ ਮੰਦਰ ਮੈਂ ਸੋਵਾ ਆਪਣੇ ਘਰੇ ਆਰਾਮ ਨਾਲ ਸੌਂਦੇ ਨੇ। ਉਹ ਨਹੀਂ ਠੀਕ, ਆਹ ਨਹੀਂ ਠੀਕ। ਆਪ ਗੁਰੂ ਤੋਂ ਬੇਮੁਖ ਨੇ। ਇਸ ਕਰਕੇ ਆਪ ਗੁਰੂ ਤੋਂ ਜਿਹੜਾ ਬੰਦਾ ਬੇਮੁਖ ਹੈ ਉਹ ਦੂਜੇ ਨੂੰ ਕੀ ਸਿੱਖਿਆ ਦੇ ਸਕਦਾ। ਆਵਰਨ ਹਸਤ ਆਪ ਹੈ ਕਾਨੇ, ਤਿਨ ਕੋ ਦੇਖ ਕਬੀਰ ਲਜਾਨੇ। ਇਹੋ ਜਿਹੇ ਉਲਟ ਲੱਛਣਾਂ ਵਾਲੇ ਜਿਹੜੇ ਇਨਸਾਨ ਨੇ ਨਾ, ਉਹ ਭੱਦਰ ਪੁਰਸ਼ ਆਵਰਨ ਹਸਤ, ਹੋਰਨਾਂ ਨੂੰ ਤਾਂ ਹੱਸਦੇ ਨੇ ਪਰ ਆਪ ਕਾਣੇ ਆ, ਕਿਉਂਕਿ ਉਹਨਾਂ ਦੀ ਇੱਕ ਅੱਖ ਹੀ ਹੈ ਵਿਵਹਾਰਕ ਅੱਖ। ਕਿੱਥੋਂ ਪੈਸਾ ਲੁੱਟਣਾ, ਕਿੱਥੋਂ ਖਾਣਾ, ਕਿੱਥੋਂ ਕੀ ਕਰਨਾ, ਪਰਮਾਰਥਕ ਅੱਖ ਉਹਨਾਂ ਦੀ ਬੰਦ ਹੈ। ਕਬੀਰ ਜੀ ਕਥਨ ਕਰਦੇ ਨੇ, ਇਹੋ ਜਿਹੇ ਪੁਰਸ਼ਾਂ ਨੂੰ ਦੇਖ ਕੇ ਅਸੀਂ ਸ਼ਰਮਸਾਰ ਹੁੰਦੇ, ਬਹੁਤ ਸ਼ਰਮ ਆਉਂਦੀ ਹੈ ਕਿ ਕਿਉਂ ਅੱਗ ਲਾਉਂਦੇ ਹੋ ਲੋਕਾਂ ਦੇ ਘਰਾਂ 'ਚ, ਕਿਉਂ ਦੁਨੀਆ ਨੂੰ ਬਾਣੀ ਨਾਲੋਂ ਤੋੜਦੇ ਹੋ।
ਸੋ ਜੋ ਮਨੁੱਖਾ ਦੇਹ ਨੂੰ ਐਵੇਂ ਬੇਅਰਥੀ ਲੋਕ ਗਵਾਈ ਜਾ ਰਹੇ ਨੇ, ਉਹਨਾਂ ਉੱਤੇ ਬੜਾ ਅਫਸੋਸ ਹੁੰਦਾ। ਇਹ ਸੀ ਇਹਦਾ ਭਾਵ ਅਰਥ ਸਾਹਮਣੇ। ਇਹਦੇ ਅੰਦਰ ਅੰਤਰੀ ਭਾਵ ਅਰਥ ਕੀ ਹੈ ਦੂਸਰਾ ਕਰਦੇ ਨੇ। ਫਿਰ ਬੇਨਤੀ ਕੀਤੀ, ਕਾਸ਼ੀ ਨਿਵਾਸੀ ਜੋ ਮਹਾਤਮਾ ਹਨ ਉਹਨਾਂ ਦੀ ਵਿਵਸਥਾ ਕਥਨ ਕਰੋ, ਉਹ ਕੈਸੇ ਨੇ। ਐਸੇ ਲੋਗਨ ਸਿਉ ਕਿਆ ਕਹੀਐ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਸੇ ਸਦਾ ਡਰਾਨੇ ਰਹੀਐ ਰਹਾਉ। ਤਿੰਨ ਤੇ ਸਦਾ ਡਰਾਨੇ ਰਹੀਐ ਰਹਾਉ। ਕਹਿੰਦੇ ਅਜਿਹੇ ਮਹਾਤਮਾ ਲੋਕਾਂ ਨਾਲ ਕੀ ਕੁਛ ਕਹਿਣਾ, ਜਿਨ੍ਹਾਂ ਮਹਾਤਮਾ ਨੂੰ ਪ੍ਰਮਾਤਮਾ ਨੇ ਆਪਣੀ ਭਗਤੀ ਕਰਾ ਕੇ ਸੰਸਾਰ ਤੋਂ ਬਾਹਰ ਕਰ ਦਿੱਤਾ। ਉਹਨਾਂ ਮਹਾਤਮਾ ਪਾਸੋਂ ਰੋਜ਼ ਡਰਦੇ ਰਹਿਣਾ ਚਾਹੀਦਾ ਆਪਾਂ ਨੂੰ, ਕਿਉਂਕਿ ਕਿਸੇ ਬੇਅਦਬੀ ਦੇ ਕਾਰਨ ਕਿਧਰੇ ਉਹ ਕੋਈ ਇਹੋ ਜਿਹੀ ਗੱਲ ਨਾ ਕਹਿ ਦੇਣ ਜਿਸ ਕਰਕੇ ਦੁੱਖ ਝੱਲਣਾ ਪਵੇ। ਕਹਿੰਦੇ ਹੁਣ ਮਹਾਤਮਾ ਦੇ ਗੁਣ ਸੁਣੋ ਅੰਤਰੀ ਭਾਵ ਦੇ ਵਿੱਚ। ਹਰ ਜਸ ਸੁਨਹਿ ਨ ਹਰ ਗੁਣ ਗਾਵਹਿ, ਬਾਤਨ ਹੀ ਅਸਮਾਨ ਗਿਰਾਵਹਿ। ਉਹ ਮਹਾਤਮਾ ਕੰਨਾਂ ਦੁਆਰੇ ਹਰੀ ਜਸ ਨੂੰ ਸੁਨਹਿਨ ਭਾਵ ਸੁਣਦੇ ਨੇ ਅਤੇ ਜੀਭਾ ਦੁਆਰਾ ਹਰੀ ਗੁਣਾਂ ਨੂੰ ਗਾਉਂਦੇ ਨੇ। ਹਰ ਜਸ ਸੁਨਹਿ ਨਾ ਹਰ ਗੁਣ ਗਾਵੈ। ਕਹਿੰਦੇ ਹਰੀ ਜਸ ਨੂੰ ਹੀ ਨਹੀਂ ਸੁਣਦੇ, ਅਰਥਾਤ ਸੁਣਦੇ ਹਨ, ਤੇ ਹਰੀ ਜਸ ਨੂੰ ਨਹੀਂ ਗਾਉਂਦੇ, ਕਹਿੰਦੇ ਗਾਉਂਦੇ ਨੇ। ਹਰ ਜਸ ਸੁਨਹਿ ਨਾ ਹਰ ਗੁਣ ਗਾਵੈ। ਇਸ ਕਰਕੇ ਅਕਾਲ ਪੁਰਖ ਦੇ ਜਿਹੜੇ ਪਿਆਰੇ ਮਹਾਤਮਾ ਹੁੰਦੇ ਨੇ ਉਹ ਕੀ ਕਰਦੇ ਨੇ, ਬਾਤਨ ਹੀ ਅਸਮਾਨ ਗਿਰਾਵੈ। ਉਹ ਮਹਾਤਮਾ ਆਪਣੀਆਂ ਗੱਲਾਂ ਬਾਤਾਂ ਦੁਆਰੇ ਜਿਗਿਆਸੂ ਦੀ ਜਿਹੜੀ ਅਸਮਾਨ ਹੁੰਦੀ ਹੈ ਨਾ, ਅਸਮਾਨ ਬਿਰਤੀ ਕਿਹੜੀ ਕਿ ਸਵਰਗ ਵਿੱਚ ਜਾਣ ਦੀ ਇੱਛਾ ਨੂੰ ਗਿਰਾ ਦਿੰਦੇ ਅੰਦਰੋਂ। ਇਸ ਕਰਕੇ ਬਾ ਦਾ ਮਤਲਬ ਸਾਕ ਤਨ ਦੇ ਜੋ ਮਾਨ ਅਥਵਾ ਹੰਕਾਰ ਆਸ ਤੋਂ ਭਾਵ ਹੈ ਉਹਨੂੰ ਗਿਰਾ ਦਿੰਦੇ ਨੇ। ਬਾਤਨ ਹੀ ਅਸਮਾਨ ਗਿਰਾਵੈ। ਬਾ ਸਾਕ ਤੇ ਤਨ ਹੁੰਦਾ ਬਾਤਨ, ਬਾ ਤਨ, ਤਨ ਦੇ ਜੋ ਮਾਨ ਹੰਕਾਰ ਨੂੰ ਆਸ ਹੁੰਦਾ ਹੈ ਉਹਨੂੰ ਗਿਰਾ ਦਿੰਦੇ ਨੇ। ਸੋ ਮਹਾਤਮਾ ਅਸਮਾਨ ਹੁੰਦਾ, ਸਵਰਗ ਵਿੱਚ ਜਾਣ ਦੀ ਬਾਤ ਨਹੀਂ ਕਰਦੇ। ਉਹਨਾਂ ਦੇ ਸਵਰਗ ਜਾਣ ਦੀ ਇੱਛਾ ਅੰਦਰੋਂ ਮੁੱਕ ਚੁੱਕੀ, ਗਿਰਾ ਦਿੱਤਾ। ਬਾਤਨ ਹੀ ਅਸਮਾਨ ਗਿਰਾਵੈ। ਅਥਵਾ ਕਹਿਣ ਤੋਂ ਭਾਵ ਉਹਨਾਂ ਦੀ ਤਾਕਤ ਦੱਸੀ ਇੰਨੀ ਹੁੰਦੀ ਹੈ ਕਿ ਜੇ ਬਾਤਨ ਹੁੰਦਾ ਬਚਨ ਨਾਲ ਹੀ ਚਾਹੁਣ ਨਾ ਸਾਰਾ ਬ੍ਰਹਿਮੰਡ ਨਾਸ ਕਰਨਾ, ਇੱਕ ਵਾਕ ਕਹਿ ਕੇ ਤਾਰਿਆਂ ਨੂੰ ਥੱਲੇ ਸੁੱਟ ਸਕਦੇ ਨੇ, ਸੂਰਜ ਨੂੰ ਗਿਰਾ ਸਕਦੇ ਨੇ, ਚੰਦਰਮਾ ਨੂੰ ਗਿਰਾ ਸਕਦੇ ਨੇ। ਬਾਤਨ ਹੀ ਅਸਮਾਨ ਗਿਰਾਵ ਹੈ ਤੋਂ ਭਾਵ ਉਹ ਹਰੀ ਉਹਨਾਂ ਦੀ ਅਵਸਥਾ ਹੀ ਜੀ ਬਣ ਜਾਂਦੀ ਹੈ। ਫਿਰ ਬਾਹਰਲੇ ਪਾਸਿਓਂ ਆਓ ਹੁਣ ਅੰਤਰੀ ਬ੍ਰਹਮ ਗਿਆਨ ਦੀ ਗੱਲ ਕਰੀਏ। ਹਰ ਜਸ ਸੁਨੈ ਨ ਹਰ ਗੁਣ ਗਾਵੈ। ਕਹਿੰਦੇ ਜੀ ਉਹ ਕਦੇ ਹੁਣ ਦੇਖੇ ਤਾਂ ਹੈ ਨਹੀਂ, ਨਾ ਤਾਂ ਹਰੀ ਦਾ ਜਸ ਸੁਣਦੇ ਨੇ ਨਾ ਹਰੀ ਦਾ ਜਸ ਗਾਉਂਦੇ ਦੇਖੇ ਨੇ। ਸਾਰੀ ਸੰਗਤ ਅੰਦਰ ਬੈਠੀ ਹੈ, ਉਹ ਕਦੇ ਸੰਗਤ 'ਚ ਨਹੀਂ ਦੇਖੇ। ਕਹਿੰਦੇ ਇਹ ਅਭਿਆਸ ਉਹ ਪਹਿਲਾਂ ਕਰ ਚੁੱਕੇ ਨੇ, ਪਿਛਲੇ ਜਨਮਾਂ 'ਚ ਕਰ ਚੁੱਕੇ ਨੇ। ਕਹਿੰਦੇ ਉਹ ਹੁਣ ਕੀ ਕਰਦੇ ਨੇ, ਕਹਿੰਦੇ ਉਹ ਬਾਤਨ ਹੀ ਅਸਮਾਨ ਗਿਰਾਵ ਹੈ। ਕਹਿੰਦੇ ਉਹਨਾਂ ਦੇ ਬਾਤਨ ਬਚਨ ਹੀ ਇਹੋ ਜਿਹੇ ਹੁੰਦੇ ਨੇ ਕਿ ਜਿਹੜਾ ਨਾ ਅਸਮਾਨ ਦੇ ਵਿੱਚ ਚੜ੍ਹਿਆ ਹੋਇਆ ਜੀਵ ਹੈ, ਗੱਲਾਂ ਬਾਤਾਂ ਦੁਆਰਾ ਉਹਨੂੰ ਸੰਗਤ ਵਿੱਚ ਗਿਰਾਵ ਹੈ ਲੈ ਆਉਂਦੇ, ਸੰਗਤ ਦੇ ਵਿੱਚ ਲੈ ਆਉਂਦੇ ਨੇ। ਬਾਤਨ ਹੀ ਅਸਮਾਨ ਗਿਰਾਵ ਹੈ। ਕਹਿੰਦੇ ਬਾਤਨ ਹੀ ਉਹਨਾਂ ਦੇ ਬਚਨ ਹੀ ਐਸੇ ਹੁੰਦੇ ਨੇ ਕਿ ਅਸਮਾਨ ਦੇ ਵਿੱਚ ਗਿਰਾਵ ਹੈ। ਪਹਿਲਾਂ ਤਾਂ ਅਸੀਂ ਅਸਮਾਨ ਤੋਂ ਥੱਲੇ ਸੰਗਤ ਵਿੱਚ ਸੁੱਟਦੇ ਨੇ, ਫਿਰ ਉਹ ਸੰਗਤ ਵਿੱਚ ਜਾ ਬਹਿ ਕੇ ਜਦੋਂ ਬਚਨ ਕਰਦੇ ਨੇ ਉਸ ਵਕਤ ਇੱਥੇ ਅਸਮਾਨ ਨਾਮ ਬਾਤਨ ਵੀ ਅਸਮਾਨ ਗਿਰਾਵ ਹੈ ਦਾ ਮਤਲਬ ਅਸਮਾਨ ਕਹਿੰਦੇ ਦਸਮ ਦੁਆਰ ਨੂੰ। ਉਹ ਬਾਤਨ ਬਚਨਾਂ ਦੇ ਨਾਲ ਹੀ ਜਗਿਆਸੂ ਨੂੰ ਅਸਮਾਨ ਗਿਰਾਵ ਹੈ, ਦਸਮ ਦੁਆਰ ਤੱਕ ਗਿਰਾ ਦਿੰਦੇ, ਭਾਵ ਉਠਾ ਦਿੰਦੇ ਨੇ। ਉੱਥੇ ਲਿਜਾ ਕੇ ਉਚਾਈ ਤੇ ਲਿਜਾ ਕੇ ਗਿਰਾਵ ਹੈ ਤੋਂ ਭਾਵ ਦਸਮ ਦੁਆਰ ਦੇ ਵਿੱਚ ਬਿਠਾ ਦਿੰਦੇ ਨੇ। ਬੈਖਰੀ ਤੋਂ ਸ਼ੁਰੂ ਕਰਕੇ ਫਿਰ ਮੱਧਮਾ ਪਸੰਤੀ ਪਰਾ ਬਾਣੀ ਦੇ ਰਾਹੀਂ ਰੋਮ ਰੋਮ ਅਭਿਆਸ ਕਰਦੇ ਹੋਏ ਬਿਰਤੀ ਆਗਿਆ ਚੱਕਰ ਨੂੰ ਤ੍ਰਿਕੁਟੀ ਨੂੰ ਭੰਨ ਕੇ ਦਸਮ ਦੁਆਰ ਤੱਕ ਚਲੀ ਗਈ। ਬਾਤਨ ਹੀ ਅਸਮਾਨ ਗਿਰਾਵ ਹੈ। ਸੋ ਬਾਤਨ ਹੀ ਭਾਵ ਬਚਨਾਂ ਦੇ ਨਾਲ ਹੀ ਜਗਿਆਸੂ ਨੂੰ ਅਸਮਾਨ ਤੱਕ ਲੈ ਜਾਂਦੇ ਨੇ ਤੇ ਦਸਮ ਦੁਆਰ ਵਿੱਚ ਲਿਜਾ ਕੇ ਬਿਠਾ ਦਿੰਦੇ ਨੇ।
ਇਸ ਕਰਕੇ ਕਹਿੰਦੇ ਨੇ। ਸੋ ਇਸ ਤਰ੍ਹਾਂ ਮਹਾਤਮਾ ਕੀ ਕਰਮ ਕਰਦੇ ਨੇ, ਆਪ ਨਾ ਦੇਹ ਚੁਰੂ ਪਰ ਪਾਣੀ। ਉਹ ਮਹਾਤਮਾ ਆਪਣੀ ਮੰਨ ਕੇ ਕਿਸੇ ਲੋੜਵੰਦ ਨੂੰ ਪਾਣੀ ਦੀ ਚੂੜੀ ਭਰ ਕੇ ਨਹੀਂ ਦਿੰਦੇ, ਪਰਮੇਸ਼ਰ ਦੀ ਮੰਨ ਕੇ ਦਿੰਦੇ ਨੇ। ਆਪਨ ਦੇਹ ਤੋਂ ਭਾਵ ਆਪਣੀ ਦੇਹ ਹੰਗਤਾ ਉਹਨਾਂ ਨੇ ਇਉਂ ਭਾਵ ਕੀਤੀ ਹੈ ਜਿਵੇਂ ਕੋਈ ਪਾਣੀ ਦੀ ਚੂੜੀ ਲੈ ਕੇ ਚੀਜ਼ ਮਨਸ ਦੇਵੇ ਤੇ ਫਿਰ ਉਹਨੂੰ ਅੰਗੀਕਾਰ ਨਹੀਂ ਕਰਦਾ। ਆਪਨ ਜਿਹੜੀ ਹੁੰਦੀ ਹੈ ਨਾ ਦੇਹ ਦਾ ਅਧਿਆਸ ਇਉਂ ਛੱਡ ਦਿੰਦੇ ਨੇ, ਚੂੜੀ ਕਿ ਪਾਣੀ ਡੋਲਦੀ ਕੋਈ ਖਾਸ ਫਰਕ ਨਹੀਂ ਪੈਂਦਾ। ਇਹ ਉਹਨਾਂ ਗੁਰਮੁਖਾਂ ਨੂੰ ਗੱਲਾਂ ਦੀ ਸਮਝ ਲੱਗਣੀ ਜਿਨ੍ਹਾਂ ਨੇ ਕਿਸੇ ਉੱਚ ਕੋਟੀ ਦੇ ਮਹਾਂਪੁਰਖ ਦੀ ਸੰਗਤ ਕੀਤੀ ਹੋਵੇ ਨਾ, ਜਿਹੜਾ ਪਹਿਲਾਂ ਵਿਦਾਂਤ ਤੋਂ ਜਾਣੂ ਹੋਵੇ, ਜਿਨ੍ਹਾਂ ਉੱਚੇ ਉੱਚੇ ਮਹਾਂਪੁਰਖਾਂ ਦੇ ਜੀਵਨ, ਜਿਵੇਂ ਕੋਈ ਟਕਸਾਲ ਦੇ ਵਿੱਚ ਵਿਦਿਆਰਥੀ ਵੱਡੇ ਮਹਾਂਪੁਰਖਾਂ ਤੋਂ ਪੜ੍ਹੇ ਹੋਏ ਨੇ, ਜਾਂ ਵਿਦਾਂਤ ਦੇ ਜ਼ਿਕਰ ਜ਼ਿਆਦਾ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਨੇ ਈਸ਼ਵਰ ਅਮੋਲਕ ਲਾਲ ਆਪਣੀ ਨਿੱਜੀ ਡਾਇਰੀ 'ਚ ਕੀਤੇ, ਉੱਥੋਂ ਦੇ ਬਚਨ ਹੈ ਇਹ ਜਿਹੜੇ ਬੰਦੇ ਵਿਚਾਰੇ ਹਲੇ 5 ਪੌੜੀਆਂ ਜਪਜੀ ਸਾਹਿਬ ਦੀਆਂ ਵੀ ਨਹੀਂ ਜਾਣਦੇ, ਕਦੇ ਮੂਲ ਮੰਤਰ ਦੀ ਇੱਕ ਮਾਲਾ ਵੀ ਨਹੀਂ ਕੀਤੀ, ਕਦੇ ਕੋਈ ਸਤਸੰਗ ਨਹੀਂ ਕੀਤਾ, ਉਹ ਇਹੀਆਂ ਜਿਹੀਆਂ ਗੱਲਾਂ ਸੁਣ ਕੇ ਚੱਕਰ 'ਚ ਪੈ ਜਾਂਦੇ ਆ। ਇਹ ਤੁਹਾਡੇ ਵਾਸਤੇ ਨਹੀਂ ਭਾਈ, ਇਹ ਤਾਂ ਉੱਚ ਕੋਟੀ ਦੇ ਗੁਰਮੁਖਾਂ ਲਈ ਵਚਨ ਹੋ ਰਹੇ ਨੇ। ਨਾਮ ਰੂਪੀ ਪਾਣੀ ਦੇ ਭਰਨੇ ਵਿੱਚ ਚੁਰੂ ਹੁੰਦੀ ਬਿਰਤੀ ਲਗਾ ਕੇ ਦੇਹ ਵਿੱਚ ਆਪਾ ਭਾ ਹੰਕਾਰ ਨਹੀਂ ਕਰਦੇ। ਸੋ ਇਸ ਕਰਕੇ ਨਾਮ ਰੂਪੀ ਪਾਣੀ ਦੇ ਭਰਨੇ ਵਿੱਚ ਜਿਹੜੀ ਚੁਰੂ ਹੁੰਦੀ ਆ ਨਾ, ਭਾਵ ਉਹਦੀਆਂ ਚੁਰੂ ਹੁੰਦਾ ਚੁਰੂ ਭਰ ਪਾਣੀ, ਇੱਕ ਚੂਲੀ ਇੱਕ ਭਰ ਪਾਣੀ। ਤਾਂ ਚੂਲੀ ਭਰ ਪਾਣੀ ਜਿਹੜਾ ਹੁੰਦਾ ਨਾ, ਨਾਮ ਅੰਮ੍ਰਿਤ ਉਹਨਾਂ ਦੇ ਮੁੱਖ ਦੇ ਵਿੱਚ ਹਰ ਵਕਤ ਚੂਲੀਆਂ ਅੰਦਰ ਨੂੰ ਲੰਘਦੀਆਂ ਹੀ ਰਹਿੰਦੀਆਂ ਨੇ। ਇਹ ਹੁਣ ਆ ਗਈ ਅਵਸਥਾ ਦੀ ਗੱਲ। ਕਈ ਗੁਰਮੁਖ ਕਹਿਣਗੇ ਮੂੰਹ 'ਚ ਇੰਨਾ ਰਸ ਆਉਂਦਾ ਵੀ ਪਾਣੀ ਦੇ, ਜਿਵੇਂ ਪਾਣੀ ਦੀਆਂ ਘੁੱਟਾਂ ਲੰਘਦੀਆਂ, ਰਸ ਦੀਆਂ ਘੁੱਟਾਂ ਲੰਘਦੀਆਂ ਮੂੰਹ 'ਚ, ਫਿਰ ਉਹ ਹੰਕਾਰ ਨਹੀਂ ਕਰਦੇ। ਤੇ ਨਿੰਦਾ ਹੈ ਜੇ ਗੰਗਾ ਆਨੀ, ਕਹਿੰਦੇ ਉਹ ਪੁਰਸ਼ ਦੀ ਨਿੰਦਿਆ ਕਰਦੇ ਆ ਜਿਹਨੇ ਬਿਰਤੀ ਸੰਸਾਰ ਵੱਲ ਲਿਆਂਦੀ ਹੈ, ਕਿਉਂਕਿ ਗੰਗਾ ਥੱਲੇ ਧਰਤੀ ਤੇ ਵਗਦੀ ਹੈ। ਉਹਦੀ ਮਹਾਤਮਾ ਜਨ ਵੀ ਕਹਿੰਦੇ ਬੜਾ ਮਾੜਾ ਆਦਮੀ, ਹਰ ਟਾਈਮ ਸੰਸਾਰੀ ਬਿਰਤੀ ਵਾਲਾ, ਸੰਸਾਰੀ ਗੱਲਾਂ ਹੀ ਕਰੀ ਜਾਂਦਾ ਹੈ। ਇਸ ਕਰਕੇ ਬੈਠਤ ਉਠਤ ਕੁਟਲਤਾ ਚੱਲ ਹੈ, ਆਪ ਗਏ ਔਰ ਨਹੂ ਘੱਲ ਹੈ। ਬਹਿੰਦਿਆਂ ਉੱਠਦਿਆਂ ਕੁਟਲਤਾਈਆਂ ਨੂੰ ਚੱਲ ਹੈ ਅਭਾਵ ਕਰ ਦਿੰਦੇ ਉਹਨਾਂ ਦਾ। ਇੱਥੇ ਚੱਲ ਹੈ ਦਾ ਅਰਥ ਹੈ, ਕੁਟਲਤਾਈਆਂ ਨੂੰ ਚੱਲ ਹੈ ਹੁੰਦਾ ਚਲਦੀ ਕਰ ਦਿੰਦੇ ਨੇ, ਚੱਲ ਬਈ ਤੂੰ ਤਾਂ ਚੱਲਦੀ ਲੱਗ ਇੱਥੋਂ, ਕੁਟਲਤਾਈਆਂ ਹੀ ਛੱਡ ਦਿੰਦੇ ਨੇ। ਜਿਹੜੇ ਜਗਿਆਸੂ ਉਹਨਾਂ ਦੇ ਪਾਸ ਉੱਠਦੇ ਬੈਠਦੇ ਨੇ, ਉਹਨਾਂ ਦੀਆਂ ਟੇਢਤਾਈਆਂ ਦਾ ਹੀ ਅਭਾਵ ਕਰਦੇ ਨੇ। ਸਾਧ ਸੰਗ ਨਾ ਬੀਂਗਾ ਪੈਰ, ਸਤ ਸੰਗਤ ਦੀ ਤਰਫ ਚੱਲ ਕੇ ਗੁਰਾਂ ਪਾਸ ਬੈਠ ਕੇ, ਜਿਨ੍ਹਾਂ ਨੇ ਮੋਹ ਰੂਪੀ ਲਤਾ ਹੁੰਦੀ ਵੇਲ, ਕੁੱਟ ਲਤਾ, ਲਤ ਇਹ ਅਲੱਗ-ਅਲੱਗ ਕਰਕੇ ਇੱਥੇ ਅਰਥ ਹੋਣਾ। ਕੁੱਟ ਲਤਾ, ਲਤਾ ਹੁੰਦੀ ਵੇਲ ਨੂੰ ਕੁੱਟ ਦਿੱਤਾ, ਕੁੱਟ ਹੁੰਦਾ ਕੱਟ ਦਿੱਤਾ, ਜਿਵੇਂ ਅਭਾਵ ਕਰ ਦਿੱਤਾ। ਉਹਨਾਂ ਨੇ ਸੰਸਾਰ ਨੂੰ ਉੱਠ ਜਾਣ ਵਾਲਾ ਨਿਸ਼ਚੈ ਕੀਤਾ। ਉਹ ਮਹਾਤਮਾ ਆਪ ਪਰਮੇਸ਼ਰ ਦੀ ਤਰਫ ਗਏ ਨੇ ਤੇ ਹੋਰਨਾਂ ਨੂੰ ਪਰਮੇਸ਼ਰ ਦੀ ਤਰਫ ਘੱਲ ਹੈ ਤੋਂ ਪਾਪ ਪਾਉਂਦੇ ਨੇ। ਇਹੀ ਜੀ ਡੂੰਘੀ ਕਥਾ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ, ਮਹਾਂਪੁਰਖ ਬੀਤਰਾਗ ਬ੍ਰਹਮ ਗਿਆਨੀ, ਉਹਨਾਂ ਦੀ ਕਥਾ ਹੁਣ ਰਿਲੀਜ਼ ਵੀ ਹੋ ਚੁੱਕੀ ਹੈ। ਉਹ ਸੁਣ ਕੇ ਦੇਖਿਓ। ਇਹੋ ਜਿਹੇ ਕਟਾਕਸ਼ ਦੇ ਅਰਥ ਨੇ। ਅਸਲ ਵਿੱਚ ਉਹ ਕਰਦੇ ਸੀ ਕਥਾ ਵਿਦਿਆਰਥੀਆਂ ਲਈ, ਤੇਜ਼ ਵੀ ਕਰਨੀ ਤੇ ਡੂੰਘਾਈ ਵਾਲੀ ਵੀ ਕਰਨੀ, ਨਾਲ ਨਾਲ ਸੰਗਤ ਬਹਿ ਕੇ ਸੁਣ ਵੀ ਲੈਂਦੀ ਸੀ। ਹੁਣ ਆਹ ਜਿਹੜੀ ਕਥਾ ਆਪਾਂ ਕਰਦੇ ਹਾਂ, ਇਹ ਜਿਹੜੇ ਉੱਚ ਕੋਟੀ ਦੇ ਟਕਸਾਲੀ ਵਿਦਿਆਰਥੀ ਹੈ ਜਾਂ ਵਿਦਾਂਤ ਵਾਲੇ ਨੇ, ਜਿਨ੍ਹਾਂ ਨੂੰ ਪਤਾ ਕਿ ਕਟਾਕਸ਼ ਦੇ ਅਰਥ ਹੋ ਰਹੇ ਨੇ, ਇਹ ਉਹਨਾਂ ਨੂੰ ਹੀ ਸਮਝ ਲੱਗਦੀ। ਇਹ ਕਿਸੇ ਪੁਸਤਕ 'ਚ ਵੈਸੇ ਲਿਖੇ ਨਹੀਂ ਹੁੰਦੇ, ਅਨੁਭਵੀ ਹੁੰਦੇ ਨੇ। ਇਹ ਅੰਦਰੋਂ ਹੀ ਗਿਆਨ ਹੁੰਦਾ, ਫਿਰ ਉਹਦੇ ਨਾਲ ਹੀ ਅਰਥ ਆਉਂਦਾ। ਚਾੜ ਕੁਚਰਚਾ ਆਨ ਨਾ ਜਾਣ ਹੈ, ਬ੍ਰਹਮਾਹੂ ਕੋ ਕਹਿਓ ਨਾ ਮੰਨ ਹੈ। ਉਹਨਾਂ ਮਹਾਤਮਾ ਨੇ ਜਿਹੜੀ ਕੁਚਰਚਾ, ਖੋਟੀ ਚਰਚਾ ਕਰਨੀ ਛੱਡ ਦਿੱਤੀ। ਛਾੜ ਕੁਚਰਚਾ, ਦੇਖੋ ਅਰਥ ਜਿਵੇਂ ਆਪਾਂ ਕਹੀਏ ਉਵੇਂ ਬਣ ਜਾਣਾ ਅਵਸਥਾ ਦੇ ਮੁਤਾਬਕ। ਗੁਰਬਾਣੀ ਐਸੀ ਹੈ ਕਿ ਪਹਿਲੀ ਵਾਲੇ ਵਿਦਿਆਰਥੀ ਲਈ ਵੀ ਹੈ, 5ਵੀਂ ਵਾਲੇ ਲਈ ਵੀ ਹੈ, 10ਵੀਂ ਵਾਲੇ ਲਈ ਵੀ ਹੈ, MA PhD ਲਈ ਵੀ ਆ। ਜਿਹਾ ਜਿਹਾ ਕੋਈ ਇੱਛਾ ਕਰਕੇ ਆ ਜੇ ਬਾਣੀ ਹੋ ਜਾ ਜਵਾਬ ਦੇ ਦਿੰਦੀ ਹੈ। ਕਹਿੰਦੇ ਛਾੜ ਕੁਚਰਚਾ, ਬ੍ਰਹਮ ਗਿਆਨੀ ਨੇ ਹੁਣ ਕੁਚਰਚਾ ਜਿਹੜੀ ਸੀ, ਖੋਟੀ ਚਰਚਾ ਕਰਨੀ ਛੱਡ ਦਿੱਤੀ। ਆਨ ਹੁੰਦਾ ਦਵੈਸ਼, ਆਨ ਹੁੰਦਾ ਹੋਰ, ਦਵੈਸ਼ ਵਾਲੀ ਤੇ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ ਨਹੀਂ ਜਾਣਦੇ। ਤੇ ਬ੍ਰਹਮਾ ਦਾ ਕਿਹਾ ਹੋਇਆ ਜੋ ਕਰਮ ਕਾਂਡ ਹੈ, ਉਹਨੂੰ ਉਹ ਮਹਾਤਮਾ ਨਹੀਂ ਮੰਨਦੇ। ਹੁਣ
ਜਿਹੜਾ ਬ੍ਰਹਮਾ ਨੇ ਵੇਦਾਂ ਦੇ ਵਿੱਚ 80,000 ਕਰਮ ਕਾਂਡ ਕਿਹਾ, 16,000 ਉਪਾਸਨਾ ਕਾਂਡ ਕਿਹਾ, ਇਸ ਕਰਕੇ ਬ੍ਰਹਮਾ ਤਾਂ ਭਾਵ ਮਨ ਦਾ ਕਿਹਾ ਹੋਇਆ ਨਹੀਂ ਮੰਨਦੇ, ਭਾਵ ਮਨ ਦੇ ਅਨੁਸਾਰ ਨਹੀਂ ਚੱਲਦੇ, ਕਿਉਂਕਿ ਇਹ ਅਰਥ ਜਿਹੜਾ ਲੱਗਣਾ ਇਹ ਗੌਣੀ ਬਿਰਤੀ ਦੇ ਨਾਲ ਹੈ। ਜਿਵੇਂ ਬ੍ਰਹਮਾ ਸ੍ਰਿਸ਼ਟੀ ਦੀ ਉਤਪਤੀ ਕਰਦਾ, ਇਵੇਂ ਮਨ ਵੀ ਆਪਣੇ ਸੰਕਲਪਾਂ ਦੁਆਰੇ ਕਈਆਂ ਚੀਜ਼ਾਂ ਦੀ ਉਤਪਤੀ ਕਰਦਾ ਹੈ। ਬੜੀ ਡੂੰਘੀ ਚੀਜ਼ ਹੈ। ਬ੍ਰਹਮਾ ਸ੍ਰਿਸ਼ਟੀ ਦੀ ਉਤਪਤੀ ਕਰਦਾ ਤੇ ਮਨ ਵੀ ਉਤਪਤੀ ਮਨ ਰਾਤ ਨੂੰ ਸੁਪਨੇ ਘੜੀ ਜਾਂਦਾ। ਇਹੋ ਜਿਹੇ ਸੁਪਨੇ ਆਉਂਦੇ ਜਿਹੜੇ ਕਦੇ ਦੇਖਿਆ ਹੀ ਨਹੀਂ ਹੁੰਦਾ ਥਾਂ। ਇਹ ਵੀ ਬ੍ਰਹਮਾ ਵਾਂਗੂ ਘਾੜਤ ਕਰਦਾ। ਇਸ ਕਰਕੇ ਬ੍ਰਹਮਾ ਇੱਥੇ ਜਿਹੜਾ ਗੌਣੀ ਬਿਰਤੀ ਨਾਲ ਇਹ ਅਰਥ ਕਰਨਾ, ਇੱਕ ਸੰਕੇਤੀ ਅਰਥ ਹੁੰਦੇ ਨੇ, ਇੱਕ ਗੌਣੀ ਬਿਰਤੀ ਸੇ ਅਰਥ ਹੁੰਦੇ ਨੇ। ਗੌਣੀ ਬਿਰਤੀ ਤੋਂ ਮਤਲਬ ਕਿ ਬ੍ਰਹਮਾ ਜਿਵੇਂ ਰਚਨਾ ਕਰਦਾ, ਮਨ ਵੀ ਕਰਦਾ। ਬ੍ਰਹਮਾ ਤੋਂ ਮਨ ਦਾ ਅਰਥ ਲੈਣਾ। ਆਪ ਗਏ ਔਰ ਨਹੂ ਖੋਵਹਿ, ਆਗ ਲਗਾਏ ਮੰਦਰ ਮੈਂ ਸੋਵਹਿ। ਉਹ ਮਹਾਤਮਾ ਆਪ ਤਾਂ ਸੰਸਾਰ ਵੱਲੋਂ ਗਏ ਨੇ, ਹਟ ਗਏ, ਅਤੇ ਔਰ ਹੋਰਨਾਂ ਨੂੰ ਵੀ ਸੰਸਾਰ ਵੱਲੋਂ ਖੋਵਹਿ ਤੋਂ ਭਾਵ ਹਟਾਉਂਦੇ ਨੇ। ਆਗ ਲਗਾਏ ਮੰਦਰ ਮੈਂ ਸੋਵਹਿ, ਇਹਦਾ ਭਾਵ ਕਿਵੇਂ ਕਰਾਂਗੇ? ਕਹਿੰਦੇ ਬ੍ਰਹਮ ਦ੍ਰਿਸ਼ਟੀ ਰੂਪੀ ਅਗਨੀ ਲਗਾ ਕੇ ਅਧਿਸ਼ਟਾਨ ਰੂਪੀ ਮੰਦਰ ਵਿੱਚ ਸੋਭਾ ਤੋਂ ਭਾਵ ਸਥਿਤ ਹੁੰਦੇ ਨੇ। ਪ੍ਰੇਮ ਰੂਪੀ ਅਗਨੀ ਲਗਾਉਣ ਨਾਲ ਦੇ ਅਗਨੀ ਲਗਾ ਕੇ ਸਤਸੰਗਤ ਰੂਪੀ ਮੰਦਰ ਵਿੱਚ ਸੋਭਾ ਸਥਿਤ ਹੋ ਜਾਂਦੇ ਨੇ। ਆਗ ਲਗਾਏ ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਆਗ ਲਗਾ ਕੇ ਸਾੜ ਦਿੰਦੇ ਨੇ। ਸਭ ਚੀਜ਼ਾਂ ਸਾੜ ਕੇ ਸਵਾਹ ਕਰਕੇ ਜਾਗਰਤ ਅਵਸਥਾ, ਸੁਪਨ ਤੇ ਸਖੋਪਤ ਅਵਸਥਾ ਨੂੰ ਪਾਰ ਕਰਕੇ ਚੌਥੀ ਭੂਮਿਕਾ 'ਚ ਜਾ ਕੇ ਮੰਦਰ ਮੈਂ ਸੋਵੈਂ ਦਸਮ ਦੁਆਰ ਵਿੱਚ ਸਮਾਧੀ ਲਾ ਕੇ ਨਿਰਵਿਕਲਪ ਹੋ ਕੇ ਬਹਿ ਜਾਂਦੇ ਨੇ। ਐਸੀ ਸਮਾਧੀ ਲੱਗ ਜਾਂਦੀ ਨਿਰਵਿਕਲਪ, ਸਭ ਕੁਝ ਸਾੜ ਕੇ ਸਵਾਹ ਕਰ ਦਿੰਦੇ। ਦੇਹ ਦੇ ਆਸ ਵੀ ਸਾੜ ਦਿੰਦੇ ਨੇ, 5 ਕੋਸ਼ਾਂ ਨੂੰ ਵੀ ਸਾੜ ਦਿੰਦੇ ਨੇ, 5 ਵਿਕਾਰਾਂ ਨੂੰ ਵੀ ਸਾੜ ਦਿੰਦੇ ਨੇ, 5 ਕਲੇਸ਼ਾਂ ਨੂੰ ਵੀ ਸਾੜ ਦਿੰਦੇ ਨੇ, ਰਜੋ ਤਮੋ ਸਤੋ ਨੂੰ ਵੀ ਸਾੜ ਦਿੰਦੇ ਨੇ। ਜਿੱਥੇ ਵੀ 3 ਦੀ ਗੱਲ ਆਈ, 3 ਬਿਰਤੀਆਂ ਹਰ ਪੱਖੋਂ ਲੈ ਕੇ ਸਾੜ ਕੇ ਚੌਥੀ ਭੂਮਿਕਾ 'ਚ ਨਿਰਵਿਕਲਪ ਸਮਾਧੀ ਜਾ ਕੇ ਮੰਦਰ ਮੈਂ ਸੋਵੈ ਸ਼ਾਂਤੀ ਰੂਪ ਨੀਂਦ 'ਚ ਸੌਂ ਜਾਂਦੇ ਨੇ। ਆਵਰਨ ਹਸਤ ਆਪ ਹੈ ਕਾਨੇ, ਤਿਨ ਕਉ ਦੇਖ ਕਬੀਰ ਲਜਾਨੇ। ਆਵਰਨ ਹੁੰਦਾ ਹੋਰਨਾਂ ਨੂੰ ਧੰਦਿਆਂ 'ਚ ਫਸਿਆ ਵੇਖ ਕੇ ਹੱਸਦੇ ਆ ਮਹਾਤਮਾ। ਅਰਥ ਦੇਖੋ ਉਹੀ ਆ, ਨਾਸਤਕਾਂ ਵੱਲ ਆਇਆ ਤਾਂ ਉਧਰ ਲੱਗ ਗਿਆ, ਗੁਰਮੁਖਾਂ ਦੀ ਬਿਰਤੀ ਬਣਾਤੀ ਤਾਂ ਉਧਰ ਲੱਗ ਗਿਆ। ਹੋਰਨਾਂ ਨੂੰ ਧੰਦਿਆਂ 'ਚ ਫਸਿਆ ਵੇਖ ਕੇ ਹੱਸਦੇ ਆ। ਉਹ ਕਿੱਧਰ ਫਸਿਆ? ਉਹੀ ਝਗੜੀ ਜਾਂਦਾ, ਲੜਾਈ ਕਰੀ ਜਾਂਦਾ। ਐਵੇਂ ਗਲਾਸ ਟੁੱਟ ਜੇ ਕੱਚ ਦਾ, ਉੱਥੇ ਹੀ ਰੋਣ ਲੱਗ ਜਾਂਦਾ, ਨੁਕਸਾਨ ਹੋ ਗਿਆ ਸਾਡਾ। ਜੇ ਕੋਈ ਚੀਜ਼ ਆ ਗਈ ਤਾਂ ਹੱਸਣ ਲੱਗ ਜਾਂਦਾ। ਆਪ ਸੰਸਾਰ ਤੋਂ ਹੁੰਦਾ ਮਹਾਤਮਾ, ਕਾਨੇ ਹੁੰਦਾ ਲਾਂਭੇ ਹੋ ਜਾਣਾ। ਆਪ ਸੰਸਾਰ ਤੋਂ ਕਾਨੇ ਹੁੰਦਾ ਕਿਨਾਰੇ ਹੋ ਕੇ ਪਾਸੇ ਬਹਿ ਕੇ ਤਮਾਸ਼ਾ ਦੇਖਦੇ ਦੁਨੀਆ ਦਾ, ਕਿ ਦੇਖੋ ਦੁਨੀਆ ਮਾੜੀ ਮਾੜੀ ਗੱਲ ਪਿੱਛੇ ਲੜਦੀ ਝਗੜਦੀ ਰੌਲਾ ਪਾਉਂਦੀ ਰੋਂਦੇ ਫਿਰਦੇ ਨੇ। ਤਿਨ ਕਉ ਦੇਖ ਕਬੀਰ ਲਜਾਨੇ, ਕਿ ਹੋਰਨਾਂ ਨੂੰ ਹੱਸਦੇ ਆ ਤੇ ਆਪ ਕਾਣੇ, ਕਿਉਂਕਿ ਵਿਵਹਾਰ ਕੱਖ ਉਹਨਾਂ ਦੀ ਮਹਾਤਮਾ ਦੀ ਬੰਦ ਹੈ ਅਤੇ ਇੱਕ ਪਰਮਾਰਥ ਅੱਖ ਖੁੱਲ ਗਈ ਹੈ। ਦੇਖੋ ਪਿਛਲੇ ਅਰਥ ਵਿੱਚ ਆਪਾਂ ਨੇ ਤਿਨ ਕਉ ਦੇਖ ਕਬੀਰ ਲਜਾਨੇ, ਅਵਰਨ ਹਸਤ ਆਪ ਹੈ ਕਾਨੇ। ਮਨਮੁਖ ਬੰਦੇ ਦੀ ਅੱਖ ਕਿਹੜੀ ਖੁੱਲੀ ਹੈ? ਕਾਣਾ ਉਹ, ਉਹਦੀ ਪਰਮਾਰਥਕ ਅੱਖ ਬੰਦ ਹੈ, ਵਿਵਹਾਰਕ ਅੱਖ ਖੁੱਲੀ ਹੈ। ਕਹਿੰਦੇ ਸੰਤ ਵੀ ਕਾਣਾ ਹੋ ਗਿਆ। ਉਹ ਕਿਵੇਂ? ਕਹਿੰਦੇ ਉਲਟ ਗੱਲ, ਜਿਹੜੇ ਸੰਸਾਰੀ ਲੋਕ ਸੀ ਉਹਨਾਂ ਦੀ ਸੱਜੀ ਅੱਖ ਖੱਬੀ ਅੱਖ 'ਚ ਆਤਮਾ ਹੁੰਦੀ ਹੈ। ਉਹ ਖੱਬੀ ਅੱਖ ਸੰਸਾਰੀ ਲੋਕਾਂ ਨੇ ਬੰਦ ਕਰ ਲਈ, ਆਤਮਾ ਵਾਲੀ ਸੱਜੀ ਬੁੱਧੀ ਵਾਲੀ ਅੱਖ ਖੋਲ ਕੇ ਸੰਸਾਰੀ ਵਿਵਹਾਰਕ ਵਿੱਚ ਫਸੇ ਹੋਏ ਨੇ। ਜਦੋਂ ਬ੍ਰਹਮ ਗਿਆਨ ਹੁੰਦਾ, ਆਤਮਿਕ ਗਿਆਨ ਹੁੰਦਾ, ਉਦੋਂ ਖੱਬੀ ਅੱਖ ਮਹਾਤਮਾ ਖੋਲ ਲੈਂਦੇ ਨੇ। ਇਹਨੂੰ ਕਹਿੰਦੇ ਵਿਵਹਾਰ ਪਰਮਾਰਥਕ ਅੱਖ। ਸੱਜੀ ਅੱਖ ਜਿਹੜੀ ਸੰਸਾਰਕ ਉਹ ਬੰਦ ਕਰ ਲੈਂਦੇ ਨੇ। ਉਹ ਵੀ ਕਾਣਾ, ਉਹ ਵੀ ਕਾਣਾ, ਪਰ ਉਹ ਕਾਣਾ ਹੋਰ ਤਰ੍ਹਾਂ ਦਾ, ਉਹ ਕਾਣਾ ਹੋਰ ਤਰ੍ਹਾਂ ਦਾ। ਕਹਿੰਦੇ ਹੋਰਨਾਂ ਨੂੰ ਹੱਸਦੇ ਤੇ ਆਪ ਕਾਣੇ, ਕਿਉਂਕਿ ਵਿਵਹਾਰਕ ਅੱਖ ਉਹਨਾਂ ਦੀ ਬੰਦ ਹੈ ਤੇ ਇੱਕ ਪਰਮਾਰਥਕ ਅੱਖ ਖੁੱਲੀ ਹੈ। ਅਵਰ ਨਾ ਹਸਤ, ਹੋਰਨਾਂ ਨੂੰ ਨਹੀਂ ਹੱਸਦੇ ਕਿਉਂਕਿ ਆਪ ਕਿਨਾਰੇ ਜੋ ਹੋ ਗਏ। ਕਰਨਾ ਤਾਂ ਪਾਠ ਇਕੱਠਾ ਹੀ ਹੈ, ਪਰ ਜਦੋਂ ਆਪਾਂ ਅਰਥ ਕਰਨੇ ਨੇ ਕਟਾਕਸ਼ ਦੇ, ਉਦੋਂ ਫਿਰ ਇਸ ਪ੍ਰਕਾਰ ਜਦੋਂ ਅੰਤਰੀਵ ਅਰਥ ਕਰਨੇ ਉਦੋਂ ਇਹ ਗੱਲ ਆਉਂਦੀ ਹੈ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ,
ਤਿਸ ਕੈ ਪਾਣੈ ਕੋਇ ਨ ਭੂਲਾ, ਜਿਨ ਸਗਲੋ ਬ੍ਰਹਮ ਪਚਾਤਾ। ਸੋ ਪੰਜਵੇਂ ਪਾਤਸ਼ਾਹ ਦਾ ਬਚਨ ਹੈ। ਕਬੀਰ ਜੀ ਕਥਨ ਕਰਦੇ ਨੇ, ਉਹਨਾਂ ਐਸੇ ਗੁਰਮੁਖ ਮਹਾਤਮਾ ਨੂੰ ਦੇਖ ਕੇ ਅਸੀਂ ਲਜਾਏਮਾਨ ਹੁੰਦੇ ਹਾਂ ਕਿ ਐਸੇ ਗੁਣ ਸਾਡੇ ਵਿੱਚ ਰੱਤੀ ਭਰ ਵੀ ਨਹੀਂ ਹੈ। ਪਹਿਲਾਂ ਤਾਂ ਅਸੀਂ ਮਨਮੁਖਾਂ ਨੂੰ ਦੇਖ ਕੇ ਸ਼ਰਮਸਾਰ ਹੁੰਦੇ ਹਾਂ। ਸਾਰਾ ਦਿਨ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਕੰਨੀ ਸੂਤ ਕੰਨ ਪੈ ਲਾਏ, ਤਬਾਰੀ ਖਾਹੇ, ਨਾਨਕ ਹੰਸ ਆਦਮੀ ਬੱਧੇ ਜੰਮਪੁਰ ਜਾਏ। ਦੂਜੇ ਪਾਸੇ ਇਹਨਾਂ ਨੂੰ ਦੇਖ ਕੇ ਤਾਂ ਐਂ ਸ਼ਰਮ ਆਉਂਦੀ ਹੈ, ਸਾਰਾ ਦਿਨ ਹੱਡੀਆਂ ਹੀ ਖਾਈ ਜਾਂਦੇ ਆ, ਸ਼ਰਾਬਾਂ ਹੀ ਪੀ ਜਾਂਦੇ ਆ, ਬੇਸਵਾਵਾਂ ਕੋਲੇ ਹੀ ਜਾਈ ਜਾਂਦੇ ਆ, ਨਿੰਦੇ ਹੀ ਕਰੀ ਜਾਂਦੇ ਆ, ਖੋਹ ਖਿੰਜੀ ਕਰੀ ਜਾਂਦੇ ਆ। ਸੋ ਇਸ ਕਰਕੇ ਤੇ ਜਦੋਂ ਦੇਖਦੇ ਆ ਬ੍ਰਹਮ ਗਿਆਨੀ ਵੱਲ ਦੇਖ ਕੇ ਤਾਂ ਸ਼ਰਮ ਆਉਂਦੀ ਆ ਵੀ ਹੇ ਮਹਾਰਾਜ, ਇਹ ਇੰਨੇ ਪਰਉਪਕਾਰੀ, ਇੰਨੇ ਚੰਗੇ, ਇੰਨੇ ਗੁਣ ਇਹਨਾਂ 'ਚ, ਇੰਨੀ ਬਿਰਤੀ ਉੱਚੀ, ਮਨ ਦਾ ਟਿਕਾਓ, ਵਿਕਾਰਾਂ ਤੋਂ ਰਹਿਤ, ਬਈ ਸਾਡੇ 'ਚ ਵੀ ਕਦੇ ਇਹੋ ਜਿਹੇ ਗੁਣ ਆਉਣਗੇ। ਉਹਨਾਂ ਨੂੰ ਦੇਖ ਕੇ ਐਂ ਸ਼ਰਮ ਆਉਂਦੀ ਆ। ਤੇ ਸੰਸਾਰੀ ਲੋਕਾਂ ਨੂੰ ਦੇਖ ਕੇ ਐਂ ਸ਼ਰਮ ਆਉਂਦੀ ਆ ਵੀ ਬਾਹਲੇ ਹੀ ਪੁੱਠੇ ਕੰਮ ਕਰ ਕਰਕੇ, ਬਹੁਤ ਹੀ ਮਾੜਾ ਕੰਮ ਕਰ ਕਰਕੇ ਪੈਸੇ ਕਮਾਉਂਦੇ ਆ। ਇਸ ਕਰਕੇ ਉਹਨਾਂ ਨੂੰ ਦੇਖ ਕੇ ਸ਼ਰਮ ਆਉਂਦੀ ਹੈ। ਰਾਗ ਗੌੜੀ ਬੈਰਾਗਣ ਕਬੀਰ ਜੀ, ਓੰਕਾਰ ਸਤਿਗੁਰ ਪ੍ਰਸਾਦ। ਸੋ ਇਹ ਰਾਗ ਗੌੜੀ ਵਿੱਚ ਜਾਤੀ ਹੈ ਬੈਰਾਗਣ, ਕਬੀਰ ਜੀ। ਸੋ ਕਬੀਰ ਜੀ ਦਾ ਪਾਵਨ ਸ਼ਬਦ ਹੈ, ਇੱਕੋ ਹੀ ਸ਼ਬਦ ਉਚਾਰਨਗੇ। ਬੈਰਾਗਣ ਦੇ ਪੈਰ 'ਚ ਏਕਾ ਲਾਇਆ ਹੋਇਆ। ਓੰਕਾਰ ਜੀ ਇੱਕੋ ਇੱਕ ਸਤਿਗੁਰੂ ਦੀ ਪ੍ਰਸਾਦ ਤੋਂ ਭਾਵ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਕਬੀਰ ਜੀ ਦੇ ਘਰ ਦੇ ਨਾਲ ਹੀ ਇੱਕ ਪੁਰਸ਼ ਆਪਣੇ ਬੁੱਢੇ ਪਿਤਾ ਨੂੰ ਗਾਲਾਂ ਕੱਢਦਾ ਤੇ ਮਾਰਦਾ ਹੁੰਦਾ ਸੀ। ਅੱਜ ਕੱਲ੍ਹ ਵੀ ਲੋਕ ਐਂ ਕਰਦੇ ਨੇ। ਇੱਥੇ ਹੀ ਨਹੀਂ, ਬਾਹਰਲਿਆਂ ਦੇਸ਼ਾਂ ਵਿੱਚ ਨਹੀਂ, ਪਟਿਆਲੇ ਵੀ ਇੱਕ ਬਜ਼ੁਰਗ ਇੱਕ ਦੋ ਮਿਲੇ, ਉਹ ਕਹੇ ਸਾਡਾ ਮੁੰਡਾ ਮੈਨੂੰ ਬਹੁਤ ਕੁੱਟਦਾ। ਸਾਰੀ ਜ਼ਿੰਦਗੀ ਜਿਹੜੇ ਮਾਂ-ਬਾਪ ਨੇ ਪਾਲੇ ਪਣੋਸੇ, ਕਿੱਥੇ ਲੇਖਾ ਦੇਣਾ? ਕਿਤੇ ਵੀ ਨਹੀਂ। ਬਹੁਤ ਕਟਾਪਾ ਚੜ੍ਹਨਾ ਇਹੋ ਜਿਹੇ ਲੋਕਾਂ ਨੂੰ। ਧਰਮਰਾਜ ਦੀ ਕਚਹਿਰੀ ਵਿੱਚ ਇੰਨਾ ਦੁਖੀ ਹੋਣਾ ਪੈਂਦਾ ਫਿਰ। ਇਸ ਕਰਕੇ ਜੇ ਮਾਂ-ਬਾਪ ਦੀ ਬੁੱਢਿਆਂ ਹੋਇਆਂ ਦੀ ਸੇਵਾ ਨਹੀਂ ਕਰਨੀ, ਮਾਰੋ ਤਾਂ ਨਾ। ਕਈ ਉਹਨਾਂ ਨੂੰ ਇੰਨਾ ਪਰੇਸ਼ਾਨ ਕਰਦੇ ਆ। ਇੱਥੇ ਤਾਂ ਖਾਸ ਕਰਕੇ ਜਿਹੜੇ ਬਜ਼ੁਰਗ ਨੇ ਬਹੁਤ ਫਸੇ ਹੋਏ ਨੇ, ਵਿਚਾਰੇ ਰੋਂਦੇ ਆ। ਇਸ ਤੋਂ 100 ਜਨਮ ਤੱਕ ਉਹਨਾਂ ਨੂੰ ਰੋਣਾ ਪੈਣਾ ਜਿਹੜੇ ਬਜ਼ੁਰਗਾਂ ਨੂੰ ਤੰਗ ਕਰਦੇ ਆ। ਮੁੜ ਕੇ ਜਨਮ ਲੈ ਕੇ ਪਰਮੇਸ਼ਰ ਨੂੰ ਫਿਰ ਨਾਰਾਜ਼ਗੀ, ਕਿਉਂਕਿ ਮਾਤਾ ਪਿਤਾ ਪਰਮੇਸ਼ਰ ਰੂਪ ਹੁੰਦੇ ਆ। ਮਾਂ-ਬਾਪ ਬਣ ਕੇ ਉਹਨਾਂ ਨੇ ਆਪਾਂ ਨੂੰ ਜੰਮਿਆ, ਪਾਲਿਆ, ਪਣੋਸਿਆ, ਪੜ੍ਹਾਇਆ, ਲਿਖਾਇਆ। ਉਹਨਾਂ ਦਾ ਥੈਂਕ ਯੂ ਤਾਂ ਕੀ ਕਰਨਾ ਸੀ? ਉਹਨਾਂ ਦੀ ਬਿਠਾ ਕੇ ਸੇਵਾ ਤਾਂ ਕੀ ਕਰਨੀ ਸੀ? ਉਲਟਾ ਕਹਿੰਦੇ ਸਾਡੇ ਨਿਆਣੇ ਦੀਆਂ ਗੰਦਗੀਆਂ ਧੋਵੋ, ਫਰਿੱਜ ਵਿੱਚੋਂ ਚੀਜ਼ ਕੱਢ ਕੇ ਨਹੀਂ ਕੋਈ ਖਾਣੀ, ਜਦ ਤੱਕ ਅਸੀਂ ਨਹੀਂ ਉਹਦੇ ਰੋਟੀ ਨਹੀਂ ਖਾਣੀ, ਤੂੰ ਦੁੱਧ ਨਹੀਂ ਪੀ ਸਕਦਾ, ਸਾਰੇ ਚੈੱਕ ਸਾਡੇ ਖਾਤੇ ਜਮ੍ਹਾਂ ਕਰਾਓ ਜਿਹੜੇ ਪੈਸੇ ਮਿਲਦੇ ਆ। ਲਾਹਨਤ ਐਸੇ ਲੋਕਾਂ ਨੂੰ, ਦੁਰ ਫਿੱਟੇ ਮੈਂ ਤੁਹਾਨੂੰ। ਇੰਨਾ ਮਾੜਾ ਕੰਮ ਕਰਦੇ ਹੋ ਤੁਸੀਂ। ਤੁਹਾਡੀਆਂ ਇਹੀਆਂ ਜੀ ਹਾਲਤਾਂ ਹੋਣੀ ਜਿਵੇਂ ਕੋਈ ਬੰਦਾ, ਉਹਦਾ ਪਿਓ ਬਹੁਤਾ ਹੀ ਬਿਰਧ ਹੋ ਗਿਆ, ਸੇਵਾ ਕਰਨ ਤੋਂ ਮੁਨਕਰ ਜਿਹਾ ਹੋ ਗਿਆ, ਕਿਉਂ 90-100 ਸਾਲ ਤੱਕ ਉਹ ਬੰਦਾ ਵਿਚਾਰਾ ਨਾ ਉੱਠ ਸਕੇ ਨਾ ਬੈਠ ਸਕੇ। ਉਹਦਾ ਮੁੰਡਾ ਕਹਿੰਦਾ ਇਹਨੂੰ ਚੁੱਕ ਕੇ, ਮੈਂ ਨਾ ਘਰ ਵਾਲੀ ਕਹਿੰਦੀ ਛੱਡ ਪਰੇ ਇਹਨੂੰ ਦਰਿਆ ਸੁੱਟਿਆ, ਬੁੜਾ ਰੁੜ ਜੂਗਾ ਆਪੇ। ਜਦੋਂ ਸੁੱਟਣ ਗਿਆ ਤੇ ਬੁੜਾ ਕਹਿੰਦਾ ਕਾਕਾ ਇੱਥੇ ਨਾ ਸਿੱਟੀ ਮੈਨੂੰ। ਕਹਿੰਦੇ ਕਿਉਂ? ਕਹਿੰਦੇ ਇੱਥੇ ਮੈਂ ਆਪਦੇ ਪਿਓ ਨੂੰ ਸਿੱਟ ਕੇ ਗਿਆ ਸੀ, ਥੋੜਾ ਜਿਹਾ ਗਾਹਾਂ ਸਿੱਟੀ। ਮੁੰਡਾ ਮੋੜ ਲਿਆ ਬੁੜੇ ਨੂੰ ਵਾਪਸ, ਕਹਿੰਦਾ ਮੋੜ ਲਿਆ ਕਿਉਂਕਿ ਬੁੜੇ ਨੇ ਕਿਹਾ ਸੀ, ਕਹਿੰਦਾ ਤੇਰੇ ਨਿਆਣੇ ਵੀ ਤੈਨੂੰ ਇੱਥੇ ਹੀ ਸਿੱਟਣ ਆਉਣਗੇ। ਇਸ ਕਰਕੇ ਜਿਹੜੇ ਲੋਕ ਮਾਂ-ਬਾਪ ਦੀ ਸੇਵਾ ਨਹੀਂ ਕਰਦੇ, ਉਹਨਾਂ ਦਾ ਤਾਂ ਜਿਉਣਾ ਹੀ ਧਰਕਾਰ ਆ। ਪ੍ਰਮਾਤਮਾ ਵੱਲੋਂ ਤਾਂ ਮਾਰੇ ਗਏ, ਮੁੜ ਕੇ ਜੂਨਾਂ 'ਚ ਹੀ ਪਾ ਦਿੰਦੇ ਨੇ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤ ਕਬੀਰ ਜੀ ਕਹਿੰਦੇ ਕਿ ਉਹ ਬਜ਼ੁਰਗ ਨੂੰ ਗਾਲਾਂ ਕੱਢਦਾ, ਪਰ ਜਿਸ ਵੇਲੇ ਉਹ ਮਰ ਗਿਆ, ਪਿੱਛੋਂ ਆਪਣੇ ਨੱਕ ਰੱਖਣ ਵਾਸਤੇ ਪੁੱਤਰ ਨੇ ਉਹਦੇ ਨਿਮਿਤ ਸ਼ਰਾਧ ਕੀਤਾ, ਸਾਰੇ ਕੰਮ ਕੀਤੇ। ਕਹਿੰਦੇ ਕਿਸੇ ਦਾ ਬੁੜਾ ਮਰ ਗਿਆ, ਸਾਰੀ ਜ਼ਿੰਦਗੀ ਰੋਟੀ ਨੂੰ ਤਰਸਦਾ ਰਿਹਾ। ਉਹ ਮਰਨ ਵੇਲੇ ਮੂੰਹ ਨੂੰ ਘਿਓ ਲਾਤਾ, ਆਖੇ ਲੋਕ ਕਹਿਣ ਘਿਓ ਖਾਂਦਾ ਮਰਿਆ। ਇਸ ਕਰਕੇ ਬਜ਼ੁਰਗਾਂ ਨੂੰ ਤੰਗ ਕਰਦੇ ਲੋਕੀ। ਉਹ ਬਈ ਬਜ਼ੁਰਗਾਂ 'ਚ ਨਹੀਂ ਆਤਮਾ, ਉਹਨਾਂ ਵਿੱਚ ਵੀ ਤਾਂ ਵਾਹਿਗੁਰੂ ਬੈਠਾ, ਦੇਖ ਕੇ ਉਹਨਾਂ ਦੀ ਸੇਵਾ ਕਰ ਲਓ। ਬਜ਼ੁਰਗਾਂ ਵਿੱਚ ਵੀ ਤਾਂ ਪ੍ਰਮਾਤਮਾ ਬੈਠਾ ਹੱਸਦਾ ਹੀ ਆ, ਕਹਿ ਲੈ ਦੇਖ ਲੈ। ਉਹ ਗੁਰਦੁਆਰੇ ਭੱਜੇ ਜਾਂਦੇ, ਇੰਨੀ ਬਾਣੀ ਪੜ੍ਹਦੇ, ਆਹ ਕਰਦੇ, ਬਜ਼ੁਰਗ ਨੂੰ ਸੁੱਕੀ ਰੋਟੀ ਵੀ ਨਹੀਂ, ਤੇ ਗੁਰਦੁਆਰੇ ਲੰਗਰ ਕਰਾਉਂਦੇ। ਗੁਰਦੁਆਰੇ ਜਾ ਕੇ ਇਹਨਾਂ ਸੰਗਤ ਨੂੰ ਛਕਾਉਣਾ। ਬਜ਼ੁਰਗ ਵੀ ਤਾਂ ਸਭ ਤੋਂ ਵੱਡਾ, ਜੇ ਉਹ ਨਾ ਹੁੰਦਾ ਮਾਂ-ਬਾਪ ਕਰਕੇ ਆਪਾਂ
ਇਸ ਕਰਕੇ ਕਬੀਰ ਜੀ ਆਪਾਂ ਨੂੰ ਦੱਸਦੇ ਨੇ, ਜੀਵਤ ਪਿਤਰ ਨਾ ਮਾਨੈ ਕੋ, ਮੂਏ ਸਿਰਾਧ ਕਰਾਹੇ। ਜੀਵਦਿਆਂ ਤਾਂ ਪਿੱਤਰਾਂ ਨੂੰ ਕੋਈ ਮੰਨਦਾ ਹੀ ਨਹੀਂ। ਪਟਿਆਲੇ ਵੀ ਮੈਂ ਇੱਕ ਬਜ਼ੁਰਗ ਦੇਖਿਆ ਸੀ, ਉਹ ਵਿਚਾਰੇ ਨੂੰ ਕੰਬਲ ਵੀ ਨਹੀਂ ਸਿੰਦੇ ਘਰ ਦੇ, ਠੁਰ ਠੁਰ ਕਰਦਾ ਮਰ ਗਿਆ। ਫਿਰ ਸਾਨੂੰ ਆਇਆ ਜੀ ਸੁਨੇਹਾ, ਉਹ ਬਜ਼ੁਰਗ ਚੜ੍ਹਾਈ ਕਰ ਗਿਆ। ਜਦੋਂ ਅਸੀਂ ਗਏ ਸੰਸਕਾਰ ਤੇ ਜਾਣਾ ਸੀ, ਉਹਦਾ ਰਿਸ਼ਤੇਦਾਰ ਕੋਈ ਲੋਈ ਚੱਕੀ ਲਿਆਇਆ, ਕੋਈ ਕੰਬਲ ਲਿਆਇਆ ਜੀ, ਉਹਦੇ 10 ਕੰਬਲ ਉਹਦੇ ਤੋਂ ਲਾਹੇ। ਮੈਂ ਕਿਹਾ ਉਹ ਜਿਉਂਦੇ ਜੀ ਤਾਂ ਤੁਸੀਂ ਇਹਨੂੰ ਕੰਬਲ ਨਹੀਂ ਦਿੱਤਾ ਬੁੜੇ ਨੂੰ, ਇਹੋ ਜਿਹੇ ਨਵੇਂ ਨਵੇਂ ਕੰਬਲ ਹੁਣ ਤੇ ਮਰਨ ਤੋਂ ਬਾਅਦ ਦੇਣ ਦਾ ਕੀ ਫਾਇਦਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ, ਜੀਵਤ ਪਿੱਤਰ ਨਾ ਮਾਨੈ ਕੋ। ਜਿਉਂਦਿਆਂ ਤਾਂ ਬਜ਼ੁਰਗਾਂ ਨੂੰ ਕੋਈ ਮੰਨਦਾ ਨਹੀਂ, ਰੋਟੀ ਕੱਪੜਾ ਤਰਸਾ ਤਰਸਾ ਕੇ ਦਿੰਦੇ ਨੇ। ਮੂੰਹੇ ਸਿਰਾਧ ਕਰਾਹੀ, ਅਤੇ ਮੰਨਤਾ ਮੰਨਦੇ ਨੇ ਕਿ ਛੇਤੀ ਮਰ ਜਾਏ। ਉਹ ਮਰ ਜਾਂਦੇ ਤਾਂ ਪਿੱਛੋਂ ਲੋਕ ਦਿਖਾਵੇ ਲਈ ਫਿਰ ਉਹਦੇ ਨਿਮਿੱਤ ਸ਼ਰਾਧ ਕਰਾਉਂਦੇ ਨੇ। ਬਾਅਦ ਵਿੱਚ ਦੇਸੀ ਘਿਓ ਦੀਆਂ ਜਲੇਬੀਆਂ, ਦੇਸੀ ਘਿਓ ਦੇ ਲੱਡੂ, ਉਹ ਤਾਂ ਆਪ ਹੀ ਖਾਣੇ ਆ, ਫਿਰ ਆਪ ਹੀ ਖਾਈ ਜਾਣੇ। ਇਸ ਕਰਕੇ ਹੈ ਕਿ ਬਜ਼ੁਰਗਾਂ ਦੀ ਗੱਲ, ਕੋਈ ਬੰਦਾ ਮੈਨੂੰ ਵਿਦਵਾਨ ਸੱਜਣ ਗਿਆਨੀ ਹਰਬੰਸ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਨੇ 14 ਪੋਥੀਆਂ ਦਾ ਟੀਕਾ ਲਿਖਿਆ ਬੜਾ ਸੋਹਣਾ, ਉਹ ਇੱਕ ਪੱਖੋਂ ਟਕਸਾਲ ਤੋਂ ਬਾਅਦ ਦਾਸ ਦੇ ਉਸਤਾਦ ਵੀ ਨੇ। ਉਹਨਾਂ ਨੇ ਮੈਨੂੰ ਬਹੁਤ ਕੁਝ ਦੱਸਿਆ ਜ਼ਿੰਦਗੀ 'ਚ। 4 ਸਾਲ ਤੱਕ ਉਹ ਪਟਿਆਲੇ ਹੋਤੀ ਮਰਦਾਨ ਦੇ ਗੁਰਦੁਆਰੇ ਕਥਾ ਸੁਣਨ ਵੀ ਆਉਂਦੇ ਰਹੇ ਨੇ। ਬਹੁਤ ਸਾਡੀਆਂ ਵਿਚਾਰਾਂ ਸਾਂਝੀਆਂ। ਮੈਨੂੰ ਕਹਿਣਾ, ਗਿਆਨੀ ਜੀ ਬਜ਼ੁਰਗਾਂ ਵਾਸਤੇ ਕਿਤੇ ਲਿਖਿਆ ਕੋਈ ਮੈਨੂੰ ਦਿਖਾਇਓ। ਕਹਿੰਦੇ ਵੀ ਸੇਵਾ ਬਜ਼ੁਰਗਾਂ ਦੀ ਕਰਨੀ ਚਾਹੀਦੀ ਹੈ। ਮੈਂ ਬੜੇ ਚਿਰ ਦਾ ਪੰਕਤੀ ਲੱਭਦਾ ਲੱਭਦਾ ਅੱਜ ਮੇਰੇ ਸਾਹਮਣੇ ਚੀਜ਼ ਆਈ ਕਿ ਜੀਵਤ ਪਿੱਤਰ ਨਾ ਮਾਨੈ ਕਉ। ਜਿਉਂਦੇ ਜੀ ਤਾਂ ਬਜ਼ੁਰਗਾਂ ਨੂੰ ਕੋਈ ਮੰਨਦਾ ਨਹੀਂ, ਸੇਵਾ ਨਹੀਂ ਕਰਦਾ, ਮਰਨ ਤੋਂ ਬਾਅਦ ਫਿਰ ਉਹਨਾਂ ਨਿਮਿੱਤ ਸ਼ਰਾਧ ਕਰਾਉਂਦੇ ਫਿਰਦੇ ਨੇ। ਹੁਣ ਕਹਿੰਦੇ ਉਹ ਪਿੱਤਰ ਨੂੰ ਚੀਜ਼ ਪਹੁੰਚਦੀ ਨਹੀਂ। ਪਿੱਤਰ ਭੀ ਬਪਰੇ ਕਹੋ ਕਿਉਂ ਪਾਵ ਹੈ, ਕਊਆ ਕੂਕਰ ਖਾਹੀ। ਦੱਸੋ ਬਈ, ਕਹਿੰਦੇ ਬਪਰੇ ਹੁੰਦਾ ਵਿਚਾਰੇ, ਜਿਹੜੇ ਪਿੱਤਰ ਹੁੰਦੇ ਨੇ ਬਜ਼ੁਰਗ ਮਰ ਕੇ ਚੜ੍ਹਾਈ ਕਰ ਜਾਂਦੇ, ਉਹ ਨਲਾਇਕ ਪੁੱਤਰ ਦੇ ਕੀਤੇ ਹੋਏ ਸ਼ਰਾਧ ਦੇ ਅੰਨ ਨੂੰ ਕਿਵੇਂ ਕਿਸ ਪ੍ਰਕਾਰ ਖਾ ਸਕਦੇ, ਪਾ ਸਕਦੇ, ਕਿਉਂਕਿ ਉਹ ਅੰਨ ਨੂੰ ਤਾਂ ਕਊਆ ਕੁੱਕਰ, ਕਾਂ ਤੇ ਕੁੱਤੇ ਤੇ ਬ੍ਰਾਹਮਣ ਵਗੈਰਾ ਹੀ ਖਾ ਜਾਂਦੇ ਨੇ, ਹੋਰ ਲੋਕ ਹੀ ਖਾਂਦੇ ਨੇ। ਕਹਿੰਦੇ ਉਹਨਾਂ ਤੱਕ ਤਾਂ ਪਹੁੰਚਦਾ ਹੀ ਨਹੀਂ। ਸੋ ਜਿਵੇਂ ਦੁਨੀ ਚੰਦ ਦੇ ਪਿਓ ਕੋਲ ਪੁੱਛਿਆ ਸੀ ਗੁਰੂ ਨਾਨਕ ਦੇਵ ਜੀ ਨੇ, ਸ਼ਰਾਧ ਕਾਹਦਾ, ਕਹਿੰਦੇ ਪਿਤਾ ਜੀ ਨਿਮਿੱਤ। ਕਹਿੰਦੇ ਉਹ ਤਾਂ ਬਘਿਆੜ ਬਣਿਆ, 3 ਦਿਨਾਂ ਦਾ ਭੁੱਖਾ ਬੈਠਾ ਉੱਥੇ, ਜਾ ਕੇ ਖੀਰ ਦੀ ਥਾਲੀ ਰੱਖੀ, ਚੱਪ ਚੱਪ ਕਰਕੇ ਖਾ ਗਿਆ ਤੇ ਫਿਰ ਮੁੜ ਕੇ ਮਰ ਗਿਆ। ਫਿਰ ਵਿੱਚੋਂ ਰੂਹ ਨਿਕਲੀ, ਫਿਰ ਸਾਰੀ ਗੱਲ ਦੱਸੀ। ਕਹਿਣ ਦਾ ਭਾਵ ਹੈ ਕਿ ਜੀਵ ਦਾ ਪਿੱਤਰ ਜੋ ਪਰਮੇਸ਼ਰ ਆ, ਉਹਨੂੰ ਤਾਂ ਕੋਈ ਮੰਨਦਾ ਨਹੀਂ। ਉਹਦੀ ਨਿਗਾਹ ਵਿੱਚ ਤਾਂ ਮਰੇ ਹੋਏ ਦੇਵੀ ਦੇਵਤਾ, ਉਹਨਾਂ ਦੇ ਨਿਮਿੱਤੀ ਸ਼ਰਾਧ ਕਰਾਉਂਦੇ ਲੋਕੀ। ਜਿਹੜਾ ਸਦਾ ਜਾਗਦੀ ਜੋਤ ਕਹਿੰਦੇ ਪ੍ਰਮਾਤਮਾ, ਉਦੋਂ ਤਾਂ ਕੋਈ ਧਿਆਨ ਹੀ ਨਹੀਂ ਧਰਦਾ। ਮੈਂ ਗਿਆ ਸੀਗਾ, ਕਈ ਥਾਈਂ ਜਾਂਦੇ ਆ, ਜਦੋਂ ਹਾਂਗਕਾਂਗ ਇੱਕ ਵਾਰ ਗਏ, ਖਾਸੀਆਂ ਕਬਰਾਂ ਜੀਆਂ ਬਣੀਆਂ ਹੋਈਆਂ, ਉੱਥੇ ਲੋਕ ਕਹਿੰਦੇ ਰੱਬ ਹੈ ਨਹੀਂ, ਰੱਬ ਨੂੰ ਤਾਂ ਮੰਨਦੇ ਨਹੀਂ। ਉਹ ਜਿਹੜੇ ਉਹਨਾਂ ਦੇ ਮਰੇ ਹੋਏ ਦੀ ਕਬਰਾਂ ਨੇ, ਉਹਦੇ ਉੱਤੇ ਬੜੀਆਂ ਸਵਾਦੀਆਂ ਚੀਜ਼ਾਂ ਰੱਖ ਕੇ ਆਉਂਦੇ ਨੇ, ਕਦੇ ਦੁੱਧ, ਪਨੀਰ, ਆਹ ਪਤਾ ਨਹੀਂ। ਉੱਥੇ ਲੱਗ ਗਈ ਸੀ ਉਹ ਕਬਰਾਂ ਜੀਆਂ ਤਾਹਾਂ ਪਹਾੜੀ ਤੇ। ਕਹਿੰਦੇ ਇਹ ਮਰਿਆ ਹੋਇਆਂ ਦੀ ਪੂਜਾ ਕਰਦੇ ਨੇ, ਮਰਨ ਤੋਂ ਬਾਅਦ ਉਹਨਾਂ ਨੂੰ ਦਿੰਦੇ ਨੇ। ਜਿਹੜਾ ਜਿਉਂਦਾ ਪਰਮੇਸ਼ਰ ਅਥਵਾ ਪ੍ਰਤੱਖ ਜਿਹੜਾ ਬੰਦਾ ਹੈ, ਬੰਦੇ ਦੇ ਵਿੱਚ ਪ੍ਰਮਾਤਮਾ ਆਪ ਬੈਠਾ, ਨਿਰੰਕਾਰ ਬੈਠਾ। ਬੰਦੇ ਨੂੰ ਜੇ ਆਪਾਂ ਬੰਦਿਆਂ ਦੀ ਦੁਨੀਆ 'ਚ ਮਨੁੱਖਤਾ ਦੀ ਸੇਵਾ ਕਰ ਲਈਏ, ਇਹ ਪ੍ਰਮਾਤਮਾ ਦੀ ਸੇਵਾ ਹੋ ਗਈ। ਪੰਛੀਆਂ ਦੀ ਸੇਵਾ, ਪਸ਼ੂਆਂ ਦੀ ਸੇਵਾ, ਦਰਖਤਾਂ ਦੀ ਸੇਵਾ, ਇਹਨਾਂ 'ਚ ਤਾਂ ਆਪਾਂ ਨਿਰੰਕਾਰ ਨਹੀਂ ਦੇਖਦੇ, ਤੇ ਉਹ ਆਪਾਂ ਬੜੇ ਗੁਰਸਿੱਖ ਬਣਦੇ ਹਾਂ ਜੀ। ਫਿਰ ਦੂਜਿਆਂ ਧਰਮਾਂ ਨਾਲ ਇੰਨੀ ਈਰਖਾ, ਦੂਜਿਆਂ ਨਾਲ ਇੰਨੀ ਨਫ਼ਰਤ, ਉਹ ਜੀ ਫਲਾਨੇ ਕੋ ਫਲਾਨਾ ਚਲਿਆ ਗਿਆ, ਉਹ ਜੀ ਫਲਾਨਾ ਬੰਦਾ ਫਲਾਨੇ ਧਰਮ ਦਾ। ਭਾਈ ਕਨਈਆ ਜੀ ਨੂੰ ਕਿਤੇ ਕਹਿਣ ਲੱਗ ਜਾਓ, ਉਹਨਾਂ ਨੇ ਮੁਸਲਮਾਨਾਂ ਨੂੰ ਵੀ ਪਾਣੀ ਪਿਆਇਆ ਸੀ, ਉਹਨਾਂ ਨੇ ਹਿੰਦੂ ਰਾਜਿਆਂ ਨੂੰ ਵੀ ਪਾਣੀ ਪਿਆਇਆ, ਪਹਾੜੀ ਫੌਜ ਨੂੰ ਵੀ ਪਾਣੀ ਪਿਆਇਆ, ਉਹਨਾਂ ਨੇ ਸਿੱਖਾਂ ਨੂੰ ਵੀ ਪਿਆਇਆ। ਸ਼ਿਕਾਇਤ ਹੋ ਗਈ। ਮਹਾਰਾਜ ਨੇ ਉਲਟਾ ਮੱਲਮ ਦੀ ਡੱਬੀ ਦੇਤੀ, ਕਹਿਣ ਲੈ ਭਾਈ ਜਿੱਥੇ ਜ਼ਖਮ ਹੋਵੇ ਸਾਡੇ ਮੱਲਮ ਵੀ ਲਾ ਦਿਆ ਕਰ। ਉਹ ਬਿਰਤੀ ਉੱਚੀ ਠਾਓ। ਸਰਬੱਤ ਦਾ ਭਲਾ ਜੇ ਮੰਗਣਾ, ਸਰਬੱਤ ਦੇ ਭਲੇ ਵਿੱਚ ਤਾਂ ਸਾਰੇ ਹੀ ਆ ਜਾਂਦੇ ਨੇ। ਇਸ ਕਰਕੇ ਜਿਹੜੀਆਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਛੋਟੀ ਬੁੱਧੀ ਦੀਆਂ ਸੋਚਣੀਆਂ ਨੇ, ਇਹਨੂੰ ਦੂਰ ਕਰੋ। ਕਹਿੰਦੇ ਨੇ ਸੋ ਇਸ ਤਰ੍ਹਾਂ ਜਿਹੜਾ ਜਿਉਂਦਾ ਪਰਮੇਸ਼ਰ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਨੈਕ ਮਨ ਨੈਕ ਨਾ ਆਨੈ। ਜਿਉਂਦੇ ਹੋਏ ਪਰਮੇਸ਼ਰ ਨੂੰ, ਜਿਹੜਾ ਜਾਗਰਤ ਅਵਸਥਾ ਵਿੱਚ ਹਰ ਵਕਤ ਹਾਜ਼ਰ ਨਾਜ਼ਰ, ਚੇਤਨ ਸੱਤਾ ਵਾਲਾ, ਚੇਤਨਤਾ ਵਾਲਾ, ਉਹਨੂੰ ਮੰਨਦੇ ਨਹੀਂ।
को बतान को पूजत है पस को मृतान को पूजन तायो कूर किਰਿਆ और जो सब ही जग श्री भगवान को भेद ना पायो। ਉੱਥੇ ਮੰਨਣ ਜਾਂਦੇ ਨੇ। ਕਹੋ ਖਾਂ ਕਹਿੰਦੇ ਬੱਪਰੇ ਭਾਵ ਵਿਚਾਰੇ ਪਿੱਤਰ ਜੋ ਦੇਵੀ ਦੇਵਤਾ ਨੇ ਉਹ ਉਸ ਦਾ ਦਿੱਤਾ ਹੋਇਆ ਕਿਸ ਪ੍ਰਕਾਰ ਪਾ ਸਕਦੇ, ਕਿਉਂਕਿ ਉਹ ਅੰਨ ਨੂੰ ਤਾਂ ਕਾਂ ਕੁੱਤੇ ਹੀ ਖਾ ਜਾਂਦੇ ਨੇ, ਉਲਟਾ ਉਹਨਾਂ ਦੇਵੀ ਦੇਵਤਿਆਂ ਨੂੰ ਮੂੰਹ ਵਿੱਚ ਖਾ ਕੇ ਪੈਂਦੀ, ਕਿਉਂਕਿ ਦੇਵੀ ਦੇਵਤਿਆਂ ਦੇ ਮੰਨਣ ਵਾਲੇ ਪੁਰਸ਼ ਜੰਡੀ ਆਦਿ ਦੇਵੀ ਦੇ ਮੂੰਹ ਨਾਲ ਤਾਂ ਮਿੱਠਾ ਵਗੈਰਾ ਚੜਾ ਕੇ ਚਲੇ ਜਾਂਦੇ, ਪਿੱਛੋਂ ਪੁਜਾਰੀ ਲੋਕ ਉਹਦੇ ਮੂੰਹ ਨੂੰ ਸਵਾਹ ਮਲ ਦਿੰਦੇ ਨੇ। ਸੋ ਇਸ ਤਰ੍ਹਾਂ ਸਵਾਹ ਮਲਦੇ ਕਿਉਂ? ਸਵਾਹ ਆਪਾਂ ਨਿੰਦਾ ਨਹੀਂ ਕਰਦੇ, ਉਹ ਤਾਂ ਸਵਾਹ ਲਾਉਂਦੇ ਵੀ ਉੱਥੇ ਮਿੱਠਾ ਲਾ ਕੇ ਨਾ ਮੂੰਹ ਨੂੰ ਜਦੋਂ ਭੋਗ ਲਵਾਉਂਦੇ ਆ, ਫਿਰ ਸਵਾਹ ਤਾਂ ਲਾਉਂਦੇ ਕੀੜੀਆਂ ਨਾ ਚੜ ਜਾਣ ਉੱਪਰ। ਜਿਹੜਾ ਜਾਗਰਤ ਅਵਸਥਾ ਵਿੱਚ ਪਰਮਾਤਮਾ ਹੈ, ਵਿਆਪਕ ਰੂਪ ਵਿੱਚ ਹੈ, ਚੇਤਨ ਹੈ, ਚੇਤਨ ਦੇਵ ਹੈ, ਉਹਨੂੰ ਮੰਨੋ ਤਾਂ। ਭਾਤ ਪਹਿਤ ਅਰ ਲਾਪਸੀ ਕਰਕਰਾ ਕਾ ਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਛਾਰ। ਭਗਤ ਕਬੀਰ ਜੀ ਨੇ ਲਿਖਿਆ ਤਾਂ ਹੈ, ਪਾਤੀ ਤੋਰਾ ਮਾਲਨੀ ਪਾਤੀ ਪਾਤੀ ਜੀਓ। ਸੋ ਇਸ ਕਰਕੇ ਬਾਅਦ ਵਿੱਚ ਉਹਨਾਂ ਨੂੰ ਸਵਾਹ ਲਾ ਦੇਣੀ, ਪਹਿਲਾਂ ਮਿੱਠਾ ਖਵਾ ਦੇਣਾ। ਮੋਹ ਕੋ ਕੁਸਲ ਬਤਾਵਹੁ ਕੋਈ। ਜਿਸ ਵੇਲੇ ਸ਼ਰਾਧ ਛਕਾਉਂਦੇ ਨੇ ਤਾਂ ਬ੍ਰਾਹਮਣ ਵਿੱਚ ਆ ਕੇ ਬੈਠਾ ਹੁੰਦਾ, ਜਦ ਸਾਰੇ ਪ੍ਰਸ਼ਾਦ ਛਕ ਲੈਂਦੇ ਤਾਂ ਪਿੱਛੋਂ ਬ੍ਰਾਹਮਣ ਆਖਦਾ ਜਜਮਾਨ ਤੈਨੂੰ ਸੁੱਖ ਹੋਵੇ। ਅੱਗੋਂ ਜਜਮਾਨ ਕਹਿੰਦਾ ਕਿ ਆਪ ਜੀ ਦੀ ਕਿਰਪਾ ਨਾਲ ਸੁੱਖ ਹੈ। ਕਬੀਰ ਜੀ ਪੁੱਛਦੇ ਪੁਰਸ਼ਾ ਉਹ ਜਿਹੜਾ ਸੁੱਖ ਤੈਨੂੰ ਸੁੱਖ ਪ੍ਰਾਪਤ ਹੋਇਆ ਉਹ ਸੁੱਖ ਮੈਨੂੰ ਕੋਈ ਦੱਸੋ। ਸੋ ਐਵੇਂ ਇੱਕ ਬ੍ਰਾਹਮਣ ਦੇ ਆਖਣ ਕਰਕੇ ਸਾਰਾ ਜਗਤ ਭੇਡਾ ਚਾਲ ਵਾਂਗੂ ਚੱਲ ਰਿਹਾ ਹੈ। ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਭੀ ਕੈਸੇ ਹੋਈ ਰਹਾਓ। ਸੁੱਖ ਸੁੱਖ ਕਰਦਿਆਂ ਸਾਰਾ ਸੰਸਾਰ ਨਾਸ ਹੋ ਰਿਹਾ। ਭਲਾ ਦੱਸੋ ਇਹ ਕਿਸ ਤਰ੍ਹਾਂ ਕਰਨ ਨਾਲ ਯਥਾਰਥ ਹੁੰਦਾ? ਕੁਸਲ ਤੋਂ ਭਾਵ ਸੁੱਖ ਦੀ ਪ੍ਰਾਪਤੀ ਕਿਵੇਂ ਹੋਵੇ? ਹੋਰ ਜੀ ਠੀਕ ਠਾਕ ਹੋ? ਹਾਂ ਜੀ ਬਿਲਕੁਲ ਸੁੱਖ ਸਾਂਦ ਹੈ। ਜਦੋਂ ਵੀ ਇੱਕ ਦੂਜੇ ਨੂੰ ਮਿਲਦੇ, ਹੋਰ ਜੀ ਸੁੱਖ ਸਾਂਦ ਆ ਘਰੇ, ਸੁੱਖ ਸਾਂਦ ਆ। ਜਦੋਂ ਮਿਲ ਕੇ ਬੈਠੇ ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਫਿਰ ਰੋਈ ਜਾਂਦੇ ਨੇ। ਨੂੰਹ ਤੰਗ ਕਰਦੀ ਹੈ, ਮੁੰਡਾ ਤੰਗ ਕਰਦਾ ਹੈ, ਸਾਡੇ ਆਹ ਤੰਗ ਕਰਦਾ ਹੈ, ਫਿਰ 2-2 ਘੰਟੇ ਰੋਣੋਂ ਨਹੀਂ ਹਟਦੇ। ਕਬੀਰ ਜੀ ਕਹਿੰਦੇ ਐਂ ਸਾਰੀ ਦੁਨੀਆ ਇੱਕ ਦੂਜੇ ਨੂੰ ਹੋਰ ਕਿਆ ਬਈ ਕੁਸ਼ਲ ਪੂਰਵਕ ਹੈ? ਕਹਿੰਦੇ ਬੜਾ ਅੱਛਾ ਹੈ, ਕੁਸ਼ਲ ਹੈ। ਪੰਜਾਬੀ 'ਚ ਕਹਿੰਦੇ ਹੋਰ ਬਈ ਸੁੱਖ ਸਾਂਦ ਹੈ, ਪਰਿਵਾਰ ਰਾਜੀ ਬਾਜੀ? ਕਹਿੰਦੇ ਬਿਲਕੁਲ ਰਾਜੀ ਬਾਜੀ। ਤੇ ਘਰੇ ਕਿੰਨੇ ਢਿੱਲੇ ਮੱਠੇ ਆ ਬੰਦੇ, ਬਿਮਾਰੀ ਲੱਗੀ ਕਿਸੇ ਨੂੰ, ਕੋਈ ਦੁਖੀ ਹੈ, ਇਹ ਇੱਕ ਮੂੰਹ ਦਾ ਅੱਖਰ ਹੈ ਸਾਰਿਆਂ ਦਾ, ਰਾਜੀ ਬਾਜੀ ਹੈ ਜੀ, ਖੁਸ਼ੀ ਹੈ। ਕਹਿੰਦੇ ਹੈ ਕੋਈ ਵੀ ਨਹੀਂ। ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਓ ਦੇਹੀ। ਵਿਸ਼ਰਾਮ ਦੇ ਕੇ ਕਹਿੰਦੇ ਨੇ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਫਿਰ ਉਸ ਜੜ ਦੇਵਤਿਆਂ ਅੱਗੇ ਆਪਣੇ ਜੀ ਨੂੰ ਦਿੰਦੇ ਨੇ, ਭਾਵ ਨਮਸਕਾਰਾਂ ਕਰਦੇ ਨੇ। ਉਹ ਜੜ ਮਿੱਟੀ ਦੇ ਦੇਵੀ ਦੇਵਤਿਆਂ ਅੱਗੇ ਬੱਕਰਾ ਮਨੁੱਖ ਆਦਿਕ ਜੀਵਾਂ ਨੂੰ ਬਲੀਦਾਨ ਕਰਦੇ ਨੇ। ਦੇਖੋ ਮਾਟੀ ਕੇ ਘਰ ਦੇਵੀ ਦੇਵਾ, ਮਿੱਟੀ ਦੇ ਦੇਵੀ ਦੇਵਤਾ ਬਣਾ ਕੇ ਤਿਸ ਆਗੈ ਜੀਓ ਦੇਹੀ। ਮਿੱਟੀ ਦੇ ਦੇਵੀ ਅੱਗੇ ਜਾ ਕੇ ਬੱਕਰਾ ਵੱਢਦੇ ਨੇ, ਸੰਡਾ ਵੱਢਦੇ ਨੇ। ਇਹ ਕੀ ਹੋਇਆ? ਮਿੱਟੀ ਦੇ ਦੇਵਤਿਆਂ ਅੱਗੇ ਉਹਨਾਂ ਨੂੰ ਕੀ ਮਤਲਬ ਵੱਢਣ ਦਾ? ਐਸੇ ਪਿੱਤਰ ਤੁਮਾਰੇ ਕਹੀ ਹੈ ਆਪਨ ਕਹਿਆ ਨਾ ਲੇਹੀ। ਤੁਹਾਡੇ ਪਿੱਤਰ ਤਾਂ ਇਹ ਜੇ ਇਸ ਤਰ੍ਹਾਂ ਦੇ ਕਹੇ ਜਾਂਦੇ ਆ ਜੋ ਆਪ ਕਹਿ ਕੇ ਨਹੀਂ ਲੈਂਦੇ ਕਿ ਸਾਨੂੰ ਭੁੱਖ ਲੱਗੀ ਤੁਸੀਂ ਦਿਓ ਸਾਨੂੰ। ਤੁਹਾਡੇ ਪਿੱਤਰ ਜਿਹੜੇ ਇਸ ਤਰ੍ਹਾਂ ਦੇ ਕਹਿੰਦੇ ਨੇ ਜੋ ਆਪਣਾ ਕਿਹਾ ਹੋਇਆ ਭੋਜਨ ਵੀ ਨਹੀਂ ਲੈਂਦੇ, ਕਿਉਂਕਿ ਜੋਤਿਸ਼ ਸ਼ਾਸਤਰ ਵਿੱਚ ਸਭ ਦੇਵੀ ਦੇਵਤਿਆਂ ਦੀ ਭੇਟਾ ਲਿਖੀ ਹੋਈ ਹੈ ਕਿ ਫਲਾਣੇ ਦੇਵਤੇ ਦੀ ਇਹ ਭੇਟਾ, ਫਲਾਣੇ ਦੇਵਤੇ ਦੀ ਇਹ ਵਸਤੂ ਹੈ। ਜਿਸ ਤਰ੍ਹਾਂ ਵੈਸ਼ਨਵ ਦੇਵ ਦੀ ਭੇਟਾ ਕੜਾਹੀ ਦੀ ਹੈ, ਸੂਰਜ ਦੀ ਭੇਟਾ ਖੀਰ ਦੀ ਹੈ, ਹਨੂਮਾਨ ਦੀ ਭੇਟਾ ਲੱਡੂਆਂ ਆਦਿਕ ਦੀ ਹੈ। ਇਸ ਪ੍ਰਕਾਰ ਕਿਸੇ ਦੀ ਕੋਈ ਭੇਟਾ, ਕਿਸੇ ਦੀ ਕੋਈ ਭੇਟਾ। ਤੁਹਾਡੇ ਪਿੱਤਰ ਤਾਂ ਇਹ ਵੀ ਨਹੀਂ ਕਹਿੰਦੇ ਕਿ ਮੈਨੂੰ ਫਲਾਨੀ ਚੀਜ਼ ਦੇ ਦਿਓ। ਅਲੱਗ-ਅਲੱਗ ਭੇਟਾਵਾਂ ਨੇ, ਸਾਰਿਆਂ ਨੇ ਲਿਖੀਆਂ ਹੋਈਆਂ। ਪਰ ਗੁਰੂ ਘਰ ਵਿੱਚ ਸਭ ਤੋਂ ਸ਼੍ਰੋਮਣੀ ਕੜਾਹ ਪ੍ਰਸ਼ਾਦ ਨੂੰ ਸਾਰੇ ਹੀ ਛਕ ਲੈਂਦੇ ਨੇ। ਕੜਾਹ ਪ੍ਰਸ਼ਾਦ ਹਰ ਇੱਕ ਨੂੰ ਹੀ ਪ੍ਰਵਾਨ ਹੈ ਤਿੰਨਾਂ ਲੋਕਾਂ ਦੇ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼। ਸਰ ਜੀਓ ਕਟ ਹੈ ਨਿਰਜੀਓ ਪੂਜ ਹੈ ਅੰਤ ਕਾਲ ਕਉ ਭਾਰੀ। ਕਹਿੰਦੇ ਯਾਦ ਰੱਖੋ ਬਈ ਜਿਹੜੇ ਮਨੁੱਖ ਜੀ ਦੇ ਸਹਿਤ ਬੱਕਰੇ ਛਤਰੇ ਦੁੰਬੇ ਆਦਿਕ ਨੂੰ ਕੱਟਦੇ ਨੇ ਤੇ ਨਿਰਜੀਓ ਹੁੰਦਾ ਜੀ ਤੋਂ ਰਹਿਤ ਪੱਥਰ ਆਦਿਕ ਨੂੰ ਪੂਜਦੇ ਨੇ, ਅੰਤ ਸਮੇਂ ਉਹਨਾਂ ਨੂੰ ਭਾਰੀ ਦੁੱਖ ਹੋਵੇਗਾ। ਨਿਰਜੀਓ ਪੂਜੈ ਮੜਾ ਸਰੇਵ ਹੈ ਸਭ ਬਿਰਥੀ ਕਾਲ ਗਵਾਵੈ। ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ। ਰਾਮ ਨਾਮ ਜਪਣ ਦੀ ਗਤ ਰੀਤੀ ਜਿਹੜੀ ਮਰਿਆਦਾ ਨਾ ਜਾਣੀ, ਇਸ ਕਰਕੇ ਭੈਦਾਇਕ ਸੰਸਾਰ ਸਮੁੰਦਰ 'ਚ ਸਾਰੇ ਹੀ ਡੁੱਬ ਗਏ ਨੇ।
ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਣਾ। ਦੇਵੀ ਦੇਵਤਿਆਂ ਦੀਆਂ ਮੂਰਤਾਂ ਨੂੰ ਪੂਜਦੇ ਫਿਰਦੇ ਨੇ। ਉਹ ਜਿਹਨੇ ਪਾਰ ਬ੍ਰਹਮ ਜਿਹੜਾ ਆਦਿ ਪੁਰਖ ਹੈ, ਵਾਹਿਗੁਰੂ ਹੈ, ਉਹ ਆਦਿ ਕਾਲ ਤੋਂ ਅਨੰਤ ਕਾਲ ਤੋਂ ਪਰਮੇਸ਼ਰ ਨਿਰਗੁਣ ਸਰੂਪ ਹੈ। ਪਹਿਲਾਂ ਤਾਂ ਉਹੀ ਸੀ ਨਾ। ਇਹ ਦੇਵੀ ਦੇਵਤਾ ਤਾਂ ਬ੍ਰਹਮਾ ਜੀ ਨੇ ਬਣਾਏ ਨੇ ਸਾਰੇ। ਆਪਾਂ ਇਹਨਾਂ ਨੂੰ ਪੁੱਛਦੇ। ਅਸਲ ਵਿੱਚ ਨਿਸ਼ਾਨਾ ਮਨੁੱਖ ਦਾ ਪਰਮਾਤਮਾ ਦੀ ਪੂਜਾ ਹੋਣੀ ਚਾਹੀਦੀ ਹੈ। ਪਾਰ ਬ੍ਰਹਮ ਨੂੰ ਆਪਣਾ ਆਪ ਰੂਪ ਕਰਕੇ ਨਹੀਂ ਜਾਣਦੇ। ਕਹਿਤ ਕਬੀਰ ਕੁਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ। ਹੁਣ ਕਬੀਰ ਜੀ ਕਥਨ ਕਰਦੇ ਨੇ, ਭਾਈ ਕੁਲਾਂ ਤੋਂ ਰਹਿਤ ਪਰਮੇਸ਼ਰ ਨੂੰ ਯਾਦ ਨਹੀਂ ਕੀਤਾ ਅਤੇ ਵਿਸ਼ੇ ਵਿਕਾਰਾਂ 'ਚ ਨਾਲ ਲੰਪਟ ਹੋ ਰਿਹਾ ਹੈ। ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ। ਇੱਕ ਜਗਿਆਸੂ ਨੇ ਬੇਨਤੀ ਕੀਤੀ ਕਿ ਜਿਹੜਾ ਅਫੁਰ ਪਰਮਾਤਮਾ ਵਿੱਚ ਕਿਵੇਂ ਆ ਭੇਦ ਹੋਵੇ। ਇਨਸਾਨ ਅਫੁਰ ਹੁੰਦਾ ਫੁਰਨੇ ਤੋਂ ਰਹਿਤ, ਸੁੰਨ ਦਸ਼ਾ ਵਾਲਾ ਪਰਮਾਤਮਾ ਜਿੱਥੇ ਕੋਈ ਫੁਰਨਾ ਨਹੀਂ। ਤਾਂ ਕਬੀਰ ਜੀ ਕਹਿੰਦੇ ਨੇ, ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ। ਕਹਿੰਦੇ ਜਿੱਧਰ ਸੰਸਾਰ ਦੀ ਤਰਫ ਜਿਉਣਾ ਉਧਰੋਂ ਤਾਂ ਮਰ, ਸੰਸਾਰ ਵੱਲੋਂ ਮਰ ਜਾ, ਤੇ ਜਿੱਧਰੋਂ ਮਰਿਆ ਹੋਇਆ ਪਰਮੇਸ਼ਰ ਵੱਲੋਂ ਉਸ ਪਾਸੇ ਜਿਉਂਦਾ ਹੋ ਜਾ। ਉਹ ਜਿਹੜੇ ਤੂੰ ਜਾਂਦਾ ਸ਼ਾਮ ਨੂੰ ਕਲੱਬਾਂ ਦੇ ਵਿੱਚ ਨੱਚਣ ਗਾਣੇ ਗਾਉਣ ਪੁੱਠੇ ਕੰਮਾਂ 'ਚੋਂ ਛੱਡ ਦੇ, ਗੁਰੂ ਘਰ ਜਾਇਆ ਕਰ ਸ਼ਾਮ ਨੂੰ, ਸਵੇਰੇ ਵੀ ਜਾਇਆ ਕਰ, ਦਿਨੇ ਕੰਮ ਕਰਿਆ ਕਰ, ਦਸਵੰਧ ਕੱਢਿਆ ਕਰ। ਇਸ ਤਰ੍ਹਾਂ ਕਰਨ ਨਾਲ ਸੁੰਨ ਹੁੰਦਾ ਅਫੁਰ। ਅਫੁਰ ਪਰਮੇਸ਼ਰ ਵਿੱਚ ਜੀਵ ਸਮਾ ਜਾਂਦਾ ਹੈ, ਨਿਰਵਿਕਲਪ ਸਮਾਧੀ ਵਿੱਚ ਚਲਿਆ ਜਾਂਦਾ ਹੈ। ਜੋ ਮਹਾਤਮਾ ਜੀਵਤ ਭਾਅ ਤੋਂ ਮਰੇ ਉਹਨਾਂ ਦੁਆਰੇ ਜਗਿਆਸੂ ਵੀ ਬੌੜੋ ਕਹਿੰਦੇ ਜੀਵਤ ਭਾਅ ਤੋਂ ਮਰੇ ਆ। ਐਸੇ ਸਾਧਨ ਕਰਨ ਨਾਲ ਅਫੁਰ ਪਰਮੇਸ਼ਰ ਵਿੱਚ ਜੀਵ ਸਮਾਇਆ ਹੈ, ਅਭੇਦ ਹੋ ਜਾਂਦਾ। ਅੰਜਨ ਮਾਹੇ ਨਿਰੰਜਨ ਰਹੀਐ ਬਹੁੜ ਨਾ ਭਵ ਜਲ ਪਾਇਆ। ਅੰਜਨ ਹੁੰਦਾ ਮਾਇਆ, ਮਾਇਆ ਵਿੱਚ ਰਹਿੰਦੇ ਹੋਏ ਨਿਰੰਜਨ ਮਾਇਆ ਮਲ ਤੋਂ ਰਹਿਤ ਹੋ ਰਹੀਏ ਨਾ, ਤਾਂ ਫਿਰ ਬਹੁੜ ਹੁੰਦਾ ਫੇਰ ਸੰਸਾਰ ਵਿੱਚ ਜਨਮ ਮਰਨ ਨਹੀਂ ਹੁੰਦਾ, ਫੇਰ ਨਹੀਂ ਆਉਂਦਾ ਜਨਮ ਮਰਨ ਦੇ ਗੇੜੇ 'ਚ। ਮੇਰੇ ਰਾਮ ਐਸਾ ਖੀਰ ਬਿਲੋਈਐ। ਹੇ ਮੇਰੇ ਰਾਮ ਤੋਂ ਭਾਵ ਹੈ ਭਾਈ ਇਹੋ ਜਿਹਾ ਨਿਸ਼ਕਾਮ ਕਰਮਾਂ ਰੂਪੀ ਖੀਰ, ਇੱਥੇ ਅਰਥ ਦੁੱਧ ਦਾ, ਦੁੱਧ ਬਿਲੋਈਆ ਮਥਨਾ ਕਰੀਏ ਜਿਸ ਕਰਕੇ ਗਿਆਨ ਰੂਪੀ ਮੱਖਣ ਪ੍ਰਗਟ ਹੋ ਜਾਵੇ। ਮੱਖਣ ਦਾ ਭਾਵ ਨਾ ਹੋਵੇ, ਸਹਿਜ ਬਿਲੋਭ ਹੋ ਜੈਸੇ ਤਤ ਨਾ ਜਾਈ। ਕਾਹਲ ਵਿੱਚ ਕਦੇ ਰੱਬ ਦਾ ਨਾਮ ਨਹੀਂ, ਆਰਾਮ ਨਾਲ ਵਾਹਿਗੁਰੂ ਵਾਹਿਗੁਰੂ। ਰੂਹ ਨੂੰ ਦੇਖੋ, ਮਸਤਕ ਦੇ ਵਿੱਚ ਵਾਹ ਧੁਨੀ 'ਚ, ਹੇ ਹਿਰਦੇ 'ਚ, ਗੋ ਗਲ 'ਚ, ਰੂਹ ਮਸਤਕ 'ਚ। ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ, ਆਉਂਦੇ ਜਾਂਦੇ ਸਾਹ ਨਾਲ ਕਹਿੰਦੇ ਜਪੀ ਜਾਓ, ਧਿਆਨ ਲਾਈ ਜਾਓ। ਗੁਰਮਤਿ ਮਨੁਆ ਅਸਥਿਰ ਰੱਖੋ ਇਨ ਬਿਦ ਅੰਮ੍ਰਿਤ ਪੀਓਈਐ ਰਹਾਓ। ਕਹਿੰਦੇ ਗੁਰਾਂ ਦੀ ਸਿੱਖਿਆ ਦੁਆਰੇ ਮਨ ਨੂੰ ਸਥਿਤ ਕਰਕੇ ਰੱਖੋ, ਇਸ ਤਰੀਕੇ ਨਾਲ ਬ੍ਰਹਮਾਨੰਦ ਰੂਪ ਅੰਮ੍ਰਿਤ ਨੂੰ ਪੀਣਾ ਕਰੋ। ਗੁਰਮਤਿ ਪਹਿਲਾਂ ਲਓ ਬਹਿ ਕੇ। ਬਹੁਤ ਸਾਰੇ ਲੋਕ ਕਹਿ ਜਾਂਦੇ ਇਹ ਕਿਵੇਂ ਹੋਵੇਗਾ ਜੀ, ਆਹ ਕਿਵੇਂ ਹੋਇਆ ਜੀ, ਆਹ ਬਾਣੀ 'ਚ ਕਿੱਥੇ ਲਿਖਿਆ ਜੀ। ਉਹ ਜਦ ਤੁਸੀਂ ਕਦੇ ਬਾਣੀ ਪੜ੍ਹੀ ਹੋਈ ਨਹੀਂ, ਆ ਤੁਹਾਡੇ ਵਾਸਤੇ ਤਾਂ ਕਥਾ ਆਰੰਭ ਕੀਤੀ ਹੈ। ਇਸ ਕਰਕੇ ਇਹ ਜਿਹੜੀ ਬਾਣੀ ਦੀ ਕਥਾ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾ, ਇਹ ਤਾਈਓ ਆਰੰਭ ਕੀਤੀ ਆ। ਸਿਰੇ ਤੋਂ ਲੈ ਕੇ ਸਿਰੇ ਤੱਕ ਸਾਰੀ ਚੀਜ਼ ਸੁਣਨ ਦੇ ਨਾਲ ਬੰਦੇ ਨੂੰ ਗਿਆਨ ਹੋ ਜਾਂਦਾ ਹੈ ਇਸ ਪ੍ਰਕਾਰ ਦਾ ਕਿ ਮੈਂ ਕਿਵੇਂ ਬਾਣੀ ਪੜ੍ਹਨੀ ਹੈ ਤੇ ਬਾਣੀ ਅੰਦਰ ਕਿੱਥੇ ਕੀ ਲਿਖਿਆ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਗੁਰ ਕੈ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ। ਜਿਹਨੇ ਗੁਰਾਂ ਦੇ ਬਾਣ ਹੁੰਦਾ ਉਪਦੇਸ਼ ਰੂਪ ਬੱਜਰ ਸ਼ਾਸਤਰ ਕਰਕੇ ਕਲਪਨਾ ਜਾਂ ਕਹਿ ਲਓ ਅਵਿਦਿਆ ਰੂਪੀ ਪਹਾੜੀ ਛੇਦੀ ਹੁੰਦੀ ਕੱਟੀ ਹੈ। ਜਿਹਨੇ ਗੁਰਾਂ ਦੀ ਬਾਣੀ ਦੁਆਰਾ ਬੱਜਰ ਵਾਂਗੂ ਅਛੇਦ ਅਵਿਦਿਆ ਰੂਪੀ ਪਹਾੜੀ ਕੱਟੀ ਹੈ, ਉਹਨੂੰ ਪ੍ਰਕਾਸ਼ ਵਾਲਾ ਆਤਮ ਪਦ ਪ੍ਰਗਟ ਹੋਇਆ। ਗੁਰ ਕੈ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ। ਗਿਆਨ ਕਰਕੇ ਆਤਮ ਪਦ ਪ੍ਰਗਟਿਆ ਹੋਇਆ। ਇਹ ਥੋੜ੍ਹਾ ਜਿਹਾ ਅੰਤਰੀਵ ਤੇ ਡੂੰਘਾ ਭਾਵ ਅਰਥ ਹੈ। ਇਹ ਧਿਆਨ ਦੇ ਨਾਲ ਕਈ ਵਾਰ ਸੁਣਨਾ ਪੈਣਾ। ਸਖਤ ਅਧੇਰ ਜੇਵੜੀ ਭ੍ਰਮ ਚੂਕਾ ਨਿਹਚਲ ਸਿਵ ਕਰ ਬਾਸਾ। ਜਿਵੇਂ ਕਹਿੰਦੇ ਪ੍ਰਤੱਖ ਹਨੇਰੇ ਦੀ ਸ਼ਕਤੀ ਕਰਕੇ ਜੇਵੜੀ ਜਿਹੜੀ ਹੁੰਦੀ ਰੱਸੀ ਵਿੱਚ ਸੱਪ ਦਾ ਭਰਮ ਪੈਦਾ ਹੋ ਜਾਂਦਾ। ਜਦ ਦੀਵੇ ਦੇ ਪ੍ਰਕਾਸ਼ ਨਾਲ ਉਹ ਹਨੇਰਾ ਦੂਰ ਹੁੰਦਾ ਤਾਂ ਰੱਸੀ ਵਿੱਚ ਸੱਪ ਦਾ ਭਰਮ ਚੁੱਕ ਜਾਂਦਾ, ਖਤਮ ਹੋ ਜਾਂਦਾ ਤੇ ਸੁੱਖ ਘਰ ਦੇ ਵਿੱਚ ਨਿਵਾਸ ਹੁੰਦਾ।
ਉਸੇ ਪ੍ਰਕਾਰ ਹੀ ਅਗਿਆਨ ਰੂਪ ਹਨੇਰੇ ਦੀ ਜਿਹੜੀ ਅਵਰਨ ਸ਼ਕਤੀ ਆ ਨਾ, ਅਵਰਨ ਕਹੀਏ ਪਰਦੇ ਨੂੰ, ਪਰਦਾ ਪੈ ਜਾਂਦਾ ਬੰਦੇ ਦੇ ਦਿਮਾਗ ਤੇ। ਅਵਰਨ ਸ਼ਕਤੀ, ਪਰਦਾ ਦੀਂਦਾ ਨਹੀਂ, ਪੈ ਜਾਂਦਾ ਬਸ। ਜਿਵੇਂ ਰਾਵਣ ਦੇ ਪਰਦਾ ਹੀ ਪੈ ਗਿਆ ਦਿਮਾਗ ਤੇ, ਫਿਰ ਮਾਰਿਆ ਗਿਆ। ਅਵਰਨ ਸ਼ਕਤੀ ਕਰਕੇ ਬ੍ਰਹਮ ਰੂਪ ਜਿਹੜੀ ਰੱਜੂ ਹੈ, ਰੱਸੀ ਹੈ, ਪ੍ਰਮਾਤਮਾ, ਉਹਦੇ ਵਿੱਚ ਜਗਤ ਰੂਪ ਸੱਪ ਦੀ ਭਰਮ ਦੀ ਕੇਵਲ ਪ੍ਰਤੀਤੀ ਹੋਈ ਹੋ ਰਹੀ ਹੈ, ਐਵੇਂ ਭੁਲੇਖਾ ਜਿਹਾ ਹੀ ਪੈ ਰਿਹਾ। ਜਦ ਗਿਆਨ ਰੂਪ ਦੀਵੇ ਦੇ ਪ੍ਰਕਾਸ਼ ਨਾਲੋਂ ਭਰਮ ਚੂਕਾ ਤੋਂ ਭਾਵ ਦੂਰ ਹੋਇਆ, ਤਾਂ ਨਿਸ਼ਚਲ ਜੋ ਸ਼ਿਵ ਹੁੰਦਾ, ਕਲਿਆਣ ਰੂਪ ਘਰ ਹੈ ਪਰਮਾਤਮਾ। ਇੱਥੇ ਸ਼ਿਵ ਦਾ ਅਰਥ ਦੇਖੋ, ਸ਼ਿਵ ਘਰ ਬਾਸਾ। ਜਿਵੇਂ ਉਹ ਦਸਵੇਂ ਪਾਤਸ਼ਾਹ ਦੇ ਸ਼ਬਦ ਤੇ ਕਈ ਕਹਿੰਦੇ ਦੇਹ ਸ਼ਿਵਾ ਬਰ ਮੋਹੇ ਇਹ ਹੈ, ਉਹ ਸ਼ਿਵਾ ਆਖੇ ਸ਼ਿਵ ਜੀ ਨੂੰ ਕਿਹਾ। ਇੱਥੇ ਕਬੀਰ ਜੀ ਉਹ ਸਪਸ਼ਟ ਕਰਦੇ, ਨੇਚਲ ਸ਼ਿਵ ਘਰ ਬਾਸਾ। ਨੇਚਲ ਅੱਖਰ ਤਾਂ ਨਾਲ ਲਾਇਆ, ਨੇਚਲ ਸ਼ਿਵ ਪਰਮਾਤਮਾ। ਤੇ ਸ਼ਿਵ ਜੀ ਤਾਂ ਨੇਚਲ ਨਹੀਂ ਹੈ, ਉਹਦੀ ਤਾਂ ਉਮਰ ਹੈ, ਉਹ ਤਾਂ ਪੂਰੀ ਹੋ ਜਾਂਦੀ, ਫਿਰ ਚੜਾਈਆਂ ਕਰ ਜਾਂਦੇ, ਫਿਰ ਹੋਰ ਹੋ ਜਾਂਦੇ ਨੇ। ਇਸ ਕਰਕੇ ਜੋ ਸ਼ਿਵ ਕਲਿਆਣ ਰੂਪ ਘਰ ਹੈ ਨਾ, ਤੇ ਇਸ ਵਿੱਚ ਕਹਿੰਦੇ ਨਿਵਾਸ ਹੋਇਆ। ਜਿਸ ਮਾਇਆ ਦੇ ਪ੍ਰਭਾਵ ਕਰਕੇ ਬ੍ਰਹਮ ਰੂਪੀ ਰੱਜੂ ਵਿੱਚ ਜਗਤ ਰੂਪ ਸੱਪ ਦੀ ਭਰਮ ਕਰਕੇ ਪ੍ਰਤੀਤੀ ਹੋ ਰਹੀ ਹੈ, ਉਹ ਫਿਰ ਮਾਇਆ ਦੱਸ ਦਿਓ ਕਹੀ ਜੀ ਹੈ। ਤਾਂ 333 ਅੰਗ ਤੇ ਬਖਸ਼ਿਸ਼ ਕਰਕੇ ਫਰਮਾਉਂਦੇ ਨੇ 46ਵੇਂ ਸ਼ਬਦ ਵਿੱਚ, ਤਿਨ ਬਿਨ ਬਾਣੈ ਧਨਖ ਚੜਾਈਐ, ਇਹੋ ਜਗ ਵੇਦਿਆ ਭਾਈ। ਕਹਿੰਦੇ ਤਿਸ ਮਾਇਆ ਨੇ ਪ੍ਰਤੱਖ ਧਨਖ ਬਾਣ ਚੜਾਏ ਤੋਂ ਬਿਨਾਂ ਹੀ ਅੰਤਰੀਵ ਧਨਖ ਬਾਣ ਚੜਾ ਕੇ ਭਾਈ ਇਹ ਸਾਰੇ ਸੰਸਾਰ ਨੂੰ ਬਿੰਨ ਦਿੱਤਾ ਹੈ। ਅਸ਼ੁੱਧ ਮਨ ਧਨਖ ਹੈ। ਕਹਿੰਦੇ ਮਾਇਆ ਕੋਲ ਧਨਖ ਕਿਹੜਾ? ਜਿਹੜਾ ਆਪਣਾ ਅਸ਼ੁੱਧ ਮਨ ਹੈ, ਧਨਖ ਹੈ। ਤੇ ਇੱਕ ਹੁੰਦਾ ਵਿਚਾਰ ਰੂਪ ਚਿੱਲਾ, ਇੱਕ ਹੁੰਦਾ ਅਵਿਚਾਰ ਰੂਪ। ਵਿਚਾਰ ਤਾਂ ਹੁੰਦਾ ਵਿਚਾਰ ਕੇ, ਸ਼ਬਦ ਦੀ ਵਿਚਾਰ। ਅਵਿਚਾਰ ਹੁੰਦਾ ਬਿਨਾਂ ਵਿਚਾਰਿਆਂ ਹੀ। ਇਹਨੂੰ ਕਹਿੰਦੇ ਇਹ ਚਿੱਲਾ ਚੜਾ ਲਿਆ, ਅਸ਼ੁੱਧ ਮਨ ਧਨਖ ਬਣ ਗਿਆ। ਇੱਕ ਹੁੰਦਾ ਪ੍ਰੇਮ ਦਾ ਬਾਣ ਹੁੰਦਾ, ਇੱਕ ਹੁੰਦਾ ਅਪ੍ਰੇਮ ਦਾ ਬਾਣ। ਪ੍ਰੇਮ ਤੋਂ ਬਿਨਾਂ ਹੀ ਬਾਣ ਚਲਾਤਾ। ਦਹਿ ਦਿਸ ਬੂਢੀ ਪਵਨ ਝੁਲਾਵੈ, ਡੋਰ ਰਹੀ ਲਿਵ ਲਾਈ। ਜੀਵਾਂ ਦੀ ਦੇਹ ਰੂਪੀ ਜਿਹੜੀ ਬੂਢੀ ਹੁੰਦੀ ਨਾ, ਗੁੱਡੀ ਨੂੰ ਮਾਇਆ ਦੀ ਵਾਸ਼ਨਾ ਰੂਪੀ ਪਾਉਣ ਜਿਹੜੀ ਆ, ਉਹ ਦਸੋ ਦਿਸ਼ਾਂ 'ਚ ਫਰਾ ਰਹੀ ਹੈ। ਇਸ ਕਰਕੇ ਜੀਵ ਦੀ ਲਿਵ ਰੂਪੀ ਡੋਰੀ ਉਸ ਮਾਇਆ ਵਿੱਚ ਲੱਗੀ ਹੋਈ ਹੈ। ਹੁਣ ਕਹਿੰਦੇ ਜੀ, ਬੇਨਤੀ ਕੀਤੀ, ਜਿਨ੍ਹਾਂ ਦਾ ਨਿਸ਼ਚਲ ਕਲਿਆਣ ਰੂਪੀ ਘਰ ਵਿੱਚ ਵਾਸਾ ਹੋਇਆ ਹੈ ਪਰਮਾਤਮਾ 'ਚ, ਉਹ ਮਾਇਆ ਤੋਂ ਕਿਵੇਂ ਬਚੇ ਨੇ? ਤਿਨ ਬਿਨ ਬਾਣੈ ਧਨਖ ਚੜਾਈਐ, ਇਹੋ ਜਗ ਵੇਦਿਆ ਭਾਈ। ਕਹਿੰਦੇ ਉਹਨਾਂ ਮਹਾਤਮਾ ਨੇ ਪ੍ਰਤੱਖ ਧਨਖ ਬਾਣ ਚੜਾਏ ਤੋਂ ਬਿਨਾਂ ਹੀ ਅੰਤਰੀਵ ਧਨਖ ਬਾਣ ਚੜਾ ਕੇ ਭਾਈ ਇਸ ਜਗਤ ਨੂੰ ਵੇਦਿਆ ਤੋਂ ਭਾਵ ਇੱਥੇ ਵੇਦਿਆ ਕਿਹੜਾ? ਬਿੰਨਣਾ ਕਿਹੜਾ? ਮਿਥਿਆ ਰੂਪ ਨਿਸ਼ਚੈ ਕਰਨਾ ਜਿਹੜਾ। ਸ਼ੁੱਧ ਮਨ ਇੱਥੇ ਧਨਖ ਬਣ ਜਾਣਾ, ਤੇ ਅਦਵੈਤ ਨਿਸ਼ਚਾ ਜਾਂ ਵਿਚਾਰ ਰੂਪੀ ਚਿੱਲਾ, ਤੇ ਪ੍ਰੇਮ ਰੂਪੀ ਬਾਣ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਫਿਰ ਬੇਨਤੀ ਕੀਤੀ ਕਿ ਜਿਨ੍ਹਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ ਹੈ, ਉਹ ਪ੍ਰਵਿਰਤੀ ਪੱਖ ਨੂੰ ਗ੍ਰਹਿਣ ਕਰਦੇ ਆ ਜਾਂ ਨਿਰਵਿਰਤੀ ਪੱਖ। ਪ੍ਰਵਿਰਤੀ ਪੱਖ ਹੁੰਦਾ ਮਾਇਆਵੀ ਪੱਖ, ਜਿਵੇਂ ਕਾਰ ਵਿਹਾਰ ਨੇ ਮਾਇਆ ਦੇ, ਤੇ ਨਿਵਿਰਤੀ ਪੱਖ ਹੁੰਦਾ ਮਾਇਆ ਦਾ ਤਿਆਗ। ਉੱਤਰ ਦਿੰਦਿਆਂ ਕਹਿੰਦੇ ਨੇ, ਪਰਾਰਬਧ ਦੇ ਅਧੀਨ ਹੋਣ ਕਰਕੇ ਉਹਨਾਂ ਦਾ ਬੇਨਿਯਮਾ ਵਿਵਹਾਰ ਹੈ। ਜੇਕਰ ਉਹਨਾਂ ਦੀ ਨਿਵਿਰਤੀ ਵਾਲੀ ਪਰਾਰਬਧ ਹੋਵੇ ਤਾਂ ਉਹ ਹੱਥ ਵਿੱਚ ਤੂੰਬੀ ਫੜ ਕੇ ਸੁਖਦੇਵ ਵਾਂਗੂ ਜੰਗਲ ਨੂੰ ਚਲੇ ਜਾਂਦੇ ਨੇ। ਜੇ ਉਹਨਾਂ ਦੀ ਪ੍ਰਵਿਰਤੀ ਵਾਲੀ ਪਰਾਰਬਧ ਹੋਵੇ ਤਾਂ ਉਹ ਰਾਜ ਤਖਤ ਉੱਤੇ ਬੈਠ ਕੇ ਰਾਜੇ ਜਨਕ ਵਾਂਗੂ ਹੁਕਮ ਹਾਸਲ ਕਰਦੇ ਨੇ। ਸੋ ਜਿਨ੍ਹਾਂ ਬ੍ਰਹਮ ਗਿਆਨੀਆਂ ਦੀ ਪ੍ਰਾਪਤੀ ਜਿਨ੍ਹਾਂ ਨੂੰ ਹੋਈ ਹੈ, ਉਹ ਪ੍ਰਵਿਰਤੀ ਪੱਖ ਗ੍ਰਹਿਣ ਕਰਦੇ ਜਾਂ ਨਿਵਿਰਤੀ। ਉਹਦਾ ਜਵਾਬ ਦਿੱਤਾ ਇਹਦੇ 'ਚ, ਦਹਿ ਦਿਸ ਬੂਢੀ ਪਵਨ ਝੁਲਾਵੈ, ਡੋਰ ਰਹੀ ਲਿਵ ਲਾਈ। ਮਹਾਤਮਾ ਦੀ ਦੇਹ ਰੂਪੀ ਜਿਹੜੀ ਬੂਢੀ ਤੋਂ ਭਾਵ ਗੁੱਡੀ ਹੈ, ਆਕਾਸ਼ ਵਿੱਚ ਉੜਦੀ ਪਤੰਗ ਹੈ, ਬਿਰਤੀ ਰੂਪੀ, ਉਹ ਗੁੱਡੀ ਨੂੰ ਪਰਾਰਬਧ ਰੂਪੀ ਪਾਉਣ ਦਸੋ ਦਿਸ਼ਾ ਵਿੱਚ ਚਲਾਉਂਦੀ ਹੈ। ਪਰ ਉਹਨਾਂ ਗਿਆਨੀਆਂ ਦੀ ਲਿਵ ਰੂਪੀ ਡੋਰੀ ਪਰਮੇਸ਼ਵਰ 'ਚ ਲੱਗੀ ਹੁੰਦੀ ਹੈ। ਪ੍ਰਵਿਰਤੀ ਤੇ ਨਿਵਿਰਤੀ ਪੱਖ ਹੋਣ ਕਰਕੇ ਜੀਵਨ ਮੁਕਤੀ ਦੇ ਆਨੰਦ ਵਿੱਚ ਫਰਕ ਰਹਿੰਦਾ, ਪਰੰਤੂ ਵਧੇਰੇ ਮੁਕਤੀ ਦਾ ਆਨੰਦ ਦੋਹਾਂ ਗਿਆਨੀਆਂ ਨੂੰ ਇੱਕੋ ਜਿਹਾ ਹੀ ਹੁੰਦਾ। ਓਨ ਮਨ ਮਨੁਆ ਸੁਨ ਸਮਾਨਾ, ਦੁਬਿਧਾ ਦੁਰਮਤ ਭਾਗੀ। ਉਹਨਾਂ ਦਾ ਮਨ ਜਿਹੜਾ ਮਨੁਆ ਹੁੰਦਾ, ਮਨੌਤ ਵੱਲੋਂ ਹਟ ਕੇ, ਮਨੁਆ ਵਿਗੜੇ ਹੋਏ ਨੂੰ ਹਮੇਸ਼ਾ ਲਿਖਦੇ ਨੇ, ਮਨੁਆ ਹੁੰਦਾ ਮਨੌਤ ਵੱਲੋਂ ਹਟ ਕੇ। ਓਨ ਮਨ ਹੁੰਦਾ ਤੁਰਿਆ ਪਦ, ਜੋ ਸੁਨ ਹੁੰਦਾ ਅਫੁਰ। ਸੁਨ ਪਹਿਲਾਂ ਵੀ ਦੱਸ ਆਏ ਕਿ ਅਫੁਰ ਅਵਸਥਾ ਜਿਹੜੀ ਆ ਨਾ, ਜਿਹਦੇ ਵਿੱਚ ਜਾ ਕੇ ਅਫੁਰ ਅਵਸਥਾ ਹੋ ਜਾਂਦੀ, ਫੁਰਨਾ ਹੀ ਨਹੀਂ ਉੱਠਦਾ, ਉਸ ਵਿੱਚ ਸਮਾਇਆ। ਦੁਬਿਧਾ ਦੇ ਸਹਿਤ ਖੋਟੀ ਬੁੱਧੀ ਫਿਰ ਭੱਜ ਗਈ। ਦੁਬਿਧਾ ਦੁਰਮਤ ਭਾਗੀ। ਕਹੋ ਕਬੀਰ ਅਨਭਉ ਇੱਕ ਦੇਖਿਆ, RAM ਨਾਮ ਲਿਵ ਲਾਗੀ।
ਕਬੀਰ ਜੀ ਕਥਨ ਕਰਦੇ, ਜਿਨ੍ਹਾਂ ਦੀ ਪ੍ਰਮਾਤਮਾ ਦੇ ਨਾਮ 'ਚ ਲਿਵ ਲੱਗ ਗਈ ਆ ਫੁਰ ਅਵਸਥਾ ਜਾ ਕੇ, ਉਹਨਾਂ ਨੇ ਇੱਕ ਅਨੁਭਵ ਹੁੰਦਾ ਗਿਆਨ ਰੂਪ ਪਰਮੇਸ਼ਰ ਨੂੰ ਦੇਖਿਆ। ਗੌੜੀ ਬੈਰਾਗਣ ਤੇ ਪਦੇ, ਸੋ ਤੇ ਪਦਿਆਂ ਦੇ 3 ਸ਼ਬਦ ਆਉਣਗੇ ਕਿਉਂਕਿ ਥੱਲੇ ਇੱਕ ਛੋਟਾ ਜਿਹਾ ਤੀਆ ਲਾਇਆ ਹੋਇਆ। ਸੋ ਇੱਕ ਬੈਰਾਗੀ ਨੇ ਆ ਕੇ ਬੇਨਤੀ ਕੀਤੀ, ਇਹ ਬੈਰਾਗਣ ਜਾਤੀ ਦਾ ਸ਼ਬਦ ਹੈ। ਸੋ ਤੇ ਪਦੇ ਹੁੰਦਾ 3 ਪੌੜੀਆਂ ਵਾਲਾ, 3 ਪੌੜੀਆਂ ਵਾਲੇ 3 ਸ਼ਬਦ ਆਉਣਗੇ, 3 ਪੌੜੀਆਂ ਹੋਣਗੀਆਂ ਇਹਨਾਂ ਦੀਆਂ, ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ। ਕਬੀਰ ਜੀ ਨੇ ਕਿਹਾ ਉਹਦੀ ਪ੍ਰਾਪਤੀ ਦੇ 2 ਰਸਤੇ ਆ, ਇੱਕ ਹਠ ਯੋਗ, ਦੂਜਾ ਭਗਤੀ ਯੋਗ। ਤੂੰ ਕਿਹੜੇ ਰਸਤੇ ਜਾਣਾ ਚਾਹੁੰਦਾ? ਉਹਨੇ ਕਿਹਾ ਦੋਨੋਂ ਹੀ ਸੁਣਾ ਦਿਓ, ਜਿਹੜਾ ਚੰਗਾ ਲੱਗੂ ਚਲੇ ਜਾਵਾਂਗੇ, ਆਪ ਸ਼ਰਵਣ ਤਾਂ ਕਰਾਓ। ਸੋ ਕਬੀਰ ਜੀ ਪਹਿਲੇ ਹਠ ਯੋਗ ਦਾ ਰਸਤਾ ਦੱਸਦੇ ਆ, ਫਿਰ ਹਠ ਯੋਗ ਤੋਂ ਬਾਅਦ ਦੂਜਾ ਦੱਸਣਗੇ ਜਿਹੜਾ ਭਗਤੀ ਯੋਗ ਹੈ। ਹੁਣ ਹਠ ਯੋਗ ਸੁਣੋ ਕੀ ਹੁੰਦਾ। ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨੁਰਾਗੀ। ਕਹਿੰਦੇ ਇਸ ਪ੍ਰਕਾਰ ਜਿਹੜੀ ਸਾਡੀ ਇੱਕ ਅਪਾਨ ਵਾਯੂ ਹੁੰਦੀ ਹੈ, ਜਿਹੜੀ ਅਪਾਨ ਵਾਯੂ ਹੈ ਨੀਚੋਂ ਖਾਰਜ ਹੁੰਦੀ ਹੈ, ਅਪਾਨ ਵਾਯੂ ਨੂੰ ਉਲਟਾ ਕੇ ਦਸਮ ਦੁਆਰ ਦੀ ਤਰਫ ਲਿਜਾ ਕੇ 6 ਚੱਕਰ ਭੇਦੇ ਬਿੰਨ ਦੇਵੇ ਤਾਂ ਫਿਰ ਸੁਰਤ ਹੁੰਦਾ ਗਿਆਨ, ਜਾਂ ਕਹਿ ਲਓ ਬਿਰਤੀ ਸੁੰਨ ਹੁੰਦੀ, ਅਫੁਰ ਪਦ ਵਿੱਚ ਅਨੁਰਾਗੀ ਪ੍ਰੇਮ ਵਾਲੀ ਹੁੰਦੀ ਹੈ। ਇਹ 2 ਰਸਤੇ ਹੈ। ਇੱਕ ਤਾਂ ਯੋਗੀ ਲੋਕ ਕਰਦੇ ਨੇ ਹਠ ਯੋਗ ਦਾ ਰਸਤਾ, ਉਹ ਆਪਾਂ ਨੂੰ ਮਨਾ ਕੀਤਾ ਹੋਇਆ ਕਿਉਂਕਿ ਉਹ ਔਖਾ ਬੜਾ, ਕਈ ਕਰ ਵੀ ਲੈਂਦੇ ਆ। ਦੂਜਾ ਭਗਤੀ ਯੋਗ ਜਿਹੜਾ ਗੁਰਸਿੱਖਾਂ ਨੂੰ ਸਹਿਜ ਅਵਸਥਾ ਦਿੱਤੀ ਹੈ, ਹਠ ਯੋਗ ਤੇ ਸਹਿਜ ਯੋਗ। ਹੁਣ ਹਠ ਯੋਗ ਤੋਂ ਮਨਾ ਕੀਤਾ, ਕੋਈ ਸੰਸਾਰ 'ਚ ਇਹਨੂੰ ਕਰਦਾ। ਕਈ ਲੋਕ ਕਹਿੰਦੇ ਨੇ ਇਹ ਤਾਂ ਜੋਗੀਆਂ ਦਾ ਰਾਹ ਤਾਂ ਆਪਣਾ ਇੱਕੋ ਹੀ ਹੈ, ਇੱਕ ਹਠ ਨਾਲ ਪਹੁੰਚਣਾ ਹੈ, ਇੱਕ ਸਹਿਜ ਵਿੱਚ ਪਹੁੰਚਣਾ ਭਗਤੀ ਨਾਲ। ਪਹਿਲਾ ਮੂਲਾ ਧਾਰ ਜਿਹੜਾ ਚੱਕਰ ਹੈ ਗੁਦਾ ਵਿੱਚ ਹੈ, ਦੂਸਰਾ ਸਵੈਦਿਸ਼ਠਾਨ ਚੱਕਰ ਇਹ ਜੀਵ ਦੇ ਲਿੰਗ ਵਿੱਚ ਹੈ, ਤੀਸਰਾ ਮਣੀਪੂਰਕ ਚੱਕਰ ਨਾਭੀ ਵਿੱਚ ਹੈ, ਚੌਥਾ ਅਨਾਹਤ ਚੱਕਰ ਹਿਰਦੇ 'ਚ ਹੈ, ਪੰਜਵਾਂ ਵਿਸ਼ੁੱਧ ਚੱਕਰ ਕੰਨ ਵਿੱਚ ਹੈ, ਤੇ ਆਗਿਆ ਚੱਕਰ ਭਰਵੱਟਿਆਂ ਦੇ ਵਿੱਚ ਹੈ। ਦੂਜਾ ਰਸਤਾ ਇਹ ਕਿ ਸੰਸਾਰ ਵੱਲ ਜਾਂਦੇ ਹੋਏ ਜਿਹੜੇ ਇੱਥੇ ਹੁਣ ਦੂਜਾ ਆ ਗਿਆ ਪਵਨ ਕਿਹੜਾ? ਉਲਟਤ ਪਵਨ ਚੱਕਰ ਖਟ ਭੇਦੇ। ਪਹਿਲਾਂ ਤਾਂ ਅਸੀਂ ਅਪਾਨ ਵਾਯੂ ਨੂੰ ਰੋਕਣਾ, ਹੁਣ ਇੱਥੇ ਜਿਹੜੀ ਗੁਰਮਤਿ ਅਨੁਸਾਰ ਪਵਨ ਰੋਕਣੀ, ਉਹ ਕੀ? ਪਵਨ ਹੁੰਦੇ ਸਵਾਸਾਂ ਨੂੰ ਪਰਮੇਸ਼ਰ ਦੀ ਤਰਫ ਉਲਟਾ ਕੇ 6 ਚੱਕਰ ਜਿਹੜੇ ਆਪਣੇ ਕਿਹੜੇ ਆ? 5 ਚੱਕਰ ਤਾਂ ਇਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ, ਤੇ ਇੱਕ ਮਨ, ਇਹਨਾਂ ਨੂੰ ਵਿੰਨੇ ਭਾਵ ਕਾਬੂ ਕਰੇ ਤਾਂ ਸੁਰਤੀਆਂ ਕਰਕੇ ਪ੍ਰਤਪਾਦਕ ਜੋ ਸੁੰਨ ਅਫੁਰ ਪਰਮਾਤਮਾ ਹੈ, ਉਸ ਵਿੱਚ ਬਿਰਤੀ ਅਨੁਰਾਗੀ ਹੁੰਦੀ, ਪ੍ਰੇਮ ਵਾਲੀ ਹੁੰਦੀ। ਫਿਰ ਆਵੈ ਨ ਜਾਏ ਮਰੈ ਨ ਜੀਵੈ, ਤਾਸ ਖੋਜ ਬੈਰਾਗੀ। ਜੋ ਪਰਮੇਸ਼ਰ ਨਾ ਆਉਂਦਾ ਜਾਂਦਾ ਤੇ ਨਾ ਜੰਮਦਾ ਮਰਦਾ, ਹੇ ਬੈਰਾਗੀ ਤੂੰ ਤਿਸ ਪਰਮਾਤਮਾ ਨੂੰ ਖੋਜ ਨਾ ਕਰ। ਤਾਤ ਮਾਤ ਨਾ ਜਾਤ ਜਾ ਕਰ, ਜਨਮ ਮਰਨ ਵਿਹੀਨ ਜੋ ਪਰਮਾਤਮਾ ਹੈ। ਮੇਰੇ ਮਨ ਹੀ ਉਲਟ ਸਮਾਨਾ। ਪਹਿਲੇ ਮੈਂ ਵੀ ਭਟਕਦਾ ਫਿਰਦਾ ਸੀ, ਹੁਣ ਮੇਰੇ ਮਨ ਨੇ ਮਨ ਹੀ ਤੋਂ ਭਾਵ ਮਨੌਤ ਵੱਲੋਂ ਉਲਟ ਕੇ ਪਰਮੇਸ਼ਰ ਵਿੱਚ ਹੀ ਸਮਾਉਣਾ ਕੀਤਾ। ਮਨ ਹੀ ਤੋਂ ਭਾਵ ਮਨੌਤ ਵੱਲੋਂ ਉਲਟ ਗਿਆ। ਪਹਿਲਾਂ ਨਾ ਮਨ ਸੀ ਨਾਸਤਕ, ਜਾਂ ਆਪਦੀ ਮਰਜ਼ੀ ਉਹ ਕਰਦਾ ਹੁੰਦਾ ਸੀ, ਹੁਣ ਗੁਰਮਤਿ ਅਨੁਸਾਰ ਸਿੱਧੇ ਰਾਹ ਚੱਲ ਪਿਆ। ਗੁਰ ਪ੍ਰਸਾਦ ਅਕਲ ਪਈ ਅਵਰੈ, ਨਾ ਤਰ ਥਾ ਬੇਗਾਨਾ ਰਹਾਉ। ਹੁਣ ਗੁਰਾਂ ਦੀ ਕਿਰਪਾ ਕਰਕੇ ਮੇਰੀ ਹੋਰ ਹੀ ਤਰ੍ਹਾਂ ਦੀ ਅਕਲ ਹੋ ਗਈ। ਨਾਤਰ ਤੋਂ ਭਾਵ ਨਹੀਂ ਤਾਂ ਮੈਂ ਬੇਗਾਨਾ ਬੇਗਿਆਤ ਸੀ। ਬੇਗਾਨਾ, ਬੇ ਨਾਮ ਹੁੰਦਾ ਦਵੈਤ ਦਾ, ਗਾਨਾ ਹੁੰਦਾ ਗਾਉਣਾ। ਪਹਿਲਾਂ ਦਵੈਤ ਦੇ ਗੀਤ ਹੀ ਗਾਉਂਦਾ ਸੀ, ਈਰਖਾ ਦਵੈਸ਼ ਹੀ ਕਰਦਾ ਸੀ। ਬੇਗਾਨਾ ਦੂਜਿਆਂ ਦੇ ਭਾਵ ਜਮਾਂ ਦੇ ਹਵਾਲੇ ਹੋਣ ਵਾਲਾ ਹੀ ਯੋਗ ਬਣਿਆ ਹੋਇਆ ਸੀ। ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਐਸਾ, ਦੁਬਾਰਾ ਨਿਵਰੈ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮਾਨਿਆ। ਜਿਨ੍ਹਾਂ ਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਮੰਨਿਆ, ਉਹਨਾਂ ਦੇ ਨਿਵਰੈ, ਉਹਨਾਂ ਨਿਵਰਾ ਹੁੰਦਾ ਨੇੜੇ ਜੋ ਕਾਮ ਕ੍ਰੋਧ ਆਦਿਕ ਦੂਰ ਸਨ, ਦੂਰ ਹੋ ਗਏ। ਫਿਰ ਦੂਰ ਜੋ ਸਤ ਸੰਤੋਖ ਆਦਿ ਸ਼ੁਭ ਗੁਣ ਸਨ, ਉਹ ਨਿਵਰਾ ਨੇੜੇ ਹੋ ਗਏ। ਇਹ ਧਿਆਨ ਨਾਲ ਦੇਖਣਾ, ਜਿਨ੍ਹਾਂ ਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਮੰਨ ਲਓ ਜੇ ਕਲਿਆਣ ਲੈਣੀ ਹੈ। ਜੇ ਕਹੋ ਵੀ ਗੁਰੂ ਗ੍ਰੰਥ ਸਾਹਿਬ ਹੋਰ ਹੈ, ਗੁਰੂ ਨਾਨਕ ਸਾਹਿਬ ਹੋਰ ਹੈ, ਪਰਮੇਸ਼ਰ ਹੋਰ ਹੈ, ਫਿਰ ਲੰਬਾ ਚੱਕਰ ਪੈ ਜਾਣਾ। ਬਿਲਕੁਲ ਸੌਖਾ ਰਸਤਾ, ਗੁਰੂ ਗ੍ਰੰਥ ਸਾਹਿਬ ਹੀ ਰੱਬ ਹੈ, ਇਹੀ ਪ੍ਰਮਾਤਮਾ ਜਾਣ ਕੇ ਇਸੇ ਤੇ ਸ਼ਰਧਾ ਭਾਵਕ, ਪ੍ਰੇਮ ਭਾਵਕ, ਗੁਰੂ ਵੀ ਇਹੀ ਹੈ, ਪਰਮੇਸ਼ਰ ਵੀ ਉਹੀ ਰੂਪ ਧਾਰਿਆ ਉਹਨਾਂ ਨੇ।
ਜਿਨ੍ਹਾਂ ਨੇ ਗੁਰਾਂ ਦਾ ਸਰੂਪ ਮਨੁੱਖ ਜੈਸਾ ਕਰਕੇ ਮੰਨਿਆ ਕਿ ਜੈਸੇ ਅਸੀਂ ਆ ਤੈਸੇ ਗੁਰੂ ਸਾਹਿਬ ਜੀ ਹਨ, ਉਹਨਾਂ ਨੂੰ ਐਸੇ ਉਲਟਾ ਫਲ ਹੋਇਆ ਕਿ ਉਹਨਾਂ ਦੇ ਨੇੜੇ ਰਹਿਣ ਵਾਲੇ ਜੋ ਸਤ ਸੰਤੋਖ ਆਦਿ ਸ਼ੁਭ ਗੁਣ ਸੀ ਉਹ ਦੂਰ ਹੋ ਗਏ, ਅਤੇ ਦੂਰ ਹੋਏ ਹੋ ਜੋ ਕਾਮ ਕ੍ਰੋਧ ਸੀ ਉਹਨੂੰ ਚਿੰਬੜ ਗਿਆ। ਕਿ ਕਹਿੰਦੇ ਉਹ ਤੂੰ ਗੁਰੂ ਨੂੰ ਮਨੁੱਖ ਰੂਪ ਕਰਕੇ ਮੰਨਦਾ। ਸੰਤ ਮਹਾਤਮਾ ਨੂੰ ਕਹੀ ਆਪਾਂ ਜੇ ਬ੍ਰਹਮ ਗਿਆਨੀ ਮਹਾਤਮਾ ਵੀ ਰੱਬ ਰੂਪ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਵੀ ਹਉ ਨਿਕਲ ਚੁੱਕੀ ਹੁੰਦੀ ਹੈ। ਲੋਕ ਉਹਨਾਂ ਨੂੰ ਵੀ ਇਹ ਤੇ ਆਮ ਜਿਹਾ ਹੀ ਬੰਦਾ। ਫਿਰ ਗੁਰੂ ਸਾਹਿਬ ਨੂੰ ਕੋਈ ਮੰਨਦੇ ਵੀ ਇਹ ਤਾਂ ਦੇਖੋ ਜੀ ਉਹ ਤਾਂ ਆਮ ਹੀ ਸੀਗੇ, ਜਿਵੇਂ ਮਨੁੱਖ ਆਇਆ ਇਸ ਤਰ੍ਹਾਂ ਹੀ ਆਏ ਸੀ ਲੋਕੀ। ਉਹ ਤੁਹਾਡਾ ਹਾਲ ਬਹੁਤ ਮਾੜਾ ਹੋਣਾ ਜਿਹੜੇ ਇੰਨੀਆਂ ਗੱਲਾਂ ਕਰਦੇ ਹੋ ਤੁਸੀਂ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਜਿਹਾ ਜਿਹਾ ਕੋਈ ਭਾਵ ਲਾਊਗਾ ਉਹੋ ਜਿਹੀ ਕਿਰਪਾ ਹੋਣੀ ਹੈ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਾਗਜ਼ ਨੇ, ਤੁਹਾਡੀ ਹਾਲਤ ਇਹ ਜਿਹੀ ਹੋਣੀ ਤੁਹਾਨੂੰ ਕਾਗਜ਼ ਹੀ ਬਣਾਉਣਾ ਰੱਬ ਨੇ, ਤੇ ਚੂਹਿਆਂ ਨੇ ਕੁਤਰਨਾ ਤੁਹਾਨੂੰ। ਕਹਿੰਦੇ ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ, ਜਾਂ ਸੱਚ ਨਾਮ ਲਿਵ ਲਾਗੈ। ਗੁਰੂ ਸਾਹਿਬ ਜੀ ਇਉਂ ਫਰਮਾਉਂਦੇ ਨੇ, ਦੂਜਾ ਨਹੀਂ ਜਾਣੈ ਕੋਏ, ਸਤਿਗੁਰ ਨਿਰੰਜਨ ਸੋਏ। ਮਾਨੁਖ ਕਾ ਰੂਪ ਨਾ ਜਾਣ, ਮਿਲੀ ਨਿਮਾਣੇ ਮਾਣ। ਗੁਰ ਨਾਨਕ ਦੇਵ ਗੋਬਿੰਦ ਰੂਪ। ਉਹ ਗੋਬਿੰਦ ਆਪ ਹੀ ਆਇਆ ਹੋਇਆ, ਭੁਲੇਖੇ 'ਚ ਨਾ ਰਹੋ। ਅਥਵਾ ਕਹਿਣ ਤੋਂ ਭਾਵ ਜਿਹਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਮੰਨਿਆ, ਉਹਦੇ ਨੇੜੇ ਜੋ ਅਨਾਤਮ ਵਿਚਾਰ ਸੀ ਉਹ ਦੂਰ ਹੋ ਗਿਆ। ਅਨ ਆਤਮ ਵਿਚਾਰ ਭਾਵ ਅਨਾਤਮ ਹੁੰਦਾ ਪੁੱਠੀਆਂ, ਅਤੇ ਦੂਰ ਜੋ ਆਤਮ ਵਿਚਾਰ ਸੀ ਉਹ ਆਤਮਕ ਗਿਆਨ ਨੇੜੇ ਹੋ ਗਿਆ ਉਹਦੇ। ਉਸ ਆਤਮ ਆਨੰਦ ਵਾਲੇ ਨੂੰ ਐਸਾ ਕਹਿ ਆਨੰਦ ਪ੍ਰਾਪਤ ਹੋਇਆ ਜੋ ਕਥਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਜੀ ਕਿਵੇਂ, ਉਹਦਾ ਪ੍ਰਮਾਣ ਕੀ ਹੈ? ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਜੈਸੇ ਅਲੌਤੀ ਹੁੰਦਾ ਗਲੋ ਦਾ ਬਰੇਡਾ ਰਸ ਹੁੰਦਾ, ਸਤ ਤਿਆਰ ਹੁੰਦਾ। ਉਸ ਰਸ ਨੂੰ ਜਿਹਨੇ ਪੀਤਾ ਉਹਦੇ ਆਨੰਦ ਨੂੰ ਜਾਣਿਆ। ਗਲੋ ਤਾਂ ਕੌੜੀ ਹੁੰਦੀ ਹੈ, ਉਹਦਾ ਆਨੰਦ ਕੀ ਆਉਣਾ? ਕਹਿੰਦੇ ਗਲੋ ਕੌੜੀ ਤਾਂ ਠੀਕ ਹੁੰਦੀ ਹੈ, ਪਰ ਉਸ ਵਿੱਚ ਜਿਹੜਾ ਗੁਣ ਹੈ ਨਾ ਰੋਗ ਦੀ ਨਿਵਰਤੀ ਦਾ, ਉਸ ਗੁਣ ਨੂੰ ਉਹੀ ਜਾਣਦਾ ਜਿਹੜਾ ਉਹ ਗਲੋ ਦੇ ਸੱਤ ਨੂੰ ਪੀਂਦਾ, ਰਸ ਨੂੰ ਪੀਂਦਾ ਨਾ। ਗਲੋ ਹਰੀ ਵੀ ਪਾਣੀ 'ਚ ਉਬਾਲ ਕੇ ਠੰਡੀ ਕਰਕੇ ਪੀਤੀ ਜਾ ਸਕਦੀ, ਮਾੜੀ ਮਿਸ਼ਰੀ ਪਾ ਕੇ। ਜਿਨ੍ਹਾਂ ਨੂੰ ਬੁਖਾਰ ਉਤਰਦਾ ਹੀ ਨਹੀਂ, ਬੁਖਾਰ ਹੱਡਾਂ 'ਚ ਹੀ ਵੜ ਜਾਂਦਾ ਜਿਨ੍ਹਾਂ ਦੇ, ਜਾਂ ਜਿਨ੍ਹਾਂ ਦੇ ਜਲਨ ਜੀ ਹੁੰਦੀ ਸਰੀਰ, ਗਲੋ ਠੰਡੀ ਬਹੁਤ ਹੁੰਦੀ ਹੈ। ਇਹ ਬੁਖਾਰ ਪੁਰਾਣੇ ਤੋਂ ਪੁਰਾਣਾ ਤੋੜ ਦਿੰਦੀ ਹੈ। ਸੋ ਇਸ ਕਰਕੇ ਜਿਵੇਂ ਜਿਹੜੇ ਵੈਦਿਕ ਲੋਕ ਨੇ ਉਹ ਗਲੋ ਸੱਤ ਅਤੇ ਗੁਦੰਤੀ ਹੜਤਾਲ ਤੇ 12 ਸਿੰਘਾਂ ਆਦਿਕ ਮਿਲਾ ਕੇ ਤਿੰਨ ਚੀਜ਼ਾਂ ਜੋ ਦਿੰਦੇ, ਪੁਰਾਣੇ ਤੋਂ ਪੁਰਾਣਾ ਜਿਹੜਾ ਹੱਡਾਂ 'ਚ ਵੜਿਆ ਬੁਖਾਰ ਹੁੰਦਾ। ਕਈ ਬੁਖਾਰ ਇਹ ਜਿਹੇ ਥਰਮਾਮੀਟਰ 'ਚ ਹੀ ਨਹੀਂ ਆਉਂਦੇ, ਉਲਟਾ 100 ਜਿਹੜਾ ਬੁਖਾਰ ਹੈ ਆ 98 ਦੀ ਹੈਗਾ 96 95 ਹੀ ਦੱਸੀ ਜਾਂਦਾ, ਉਹ ਵੀ ਬੁਖਾਰ ਹੀ ਹੁੰਦਾ। ਹੱਡਾਂ ਦੇ ਵਿੱਚ ਬੁਖਾਰ ਵੜ ਜਾਂਦਾ, ਇਸ ਕਰਕੇ ਉੱਥੇ ਗਲੋ ਕੰਮ ਕਰਦੀ। ਅਥਵਾ ਕਹਿੰਦੇ ਜੈਸੇ ਅਲੌਤੀ ਹੁੰਦਾ, ਮਹੂਏ ਦੇ ਫੁੱਲਾਂ ਦੀ ਸ਼ਰਾਬ ਦਾ ਬਰੇਡਾ ਪਿਆਲਾ ਭਰਿਆ ਹੋਵੇ, ਉਹ ਸ਼ਰਾਬ ਜਿਹਨੇ ਪੀਤੀ ਕਹਿੰਦੇ ਉਹਨੂੰ ਮਸਤੀ ਦਾ ਉਹਨੂੰ ਪਤਾ, ਪਰ ਉਹ ਦੂਜਿਆਂ ਵਾਸਤੇ ਉਹ ਇੱਕ ਪ੍ਰਮਾਣ ਦਿੱਤਾ, ਉਹ ਨਹੀਂ ਹੈ। ਜੈਸੇ ਕਿਵੇਂ ਮੁਲਤਾਨੀ ਅਲੌਤੀ ਹੁੰਦੀ ਮਿਸ਼ਰੀ, ਮੁਲਤਾਨੀ ਅਲੌਤੀ ਉੱਥੇ ਮਿਸ਼ਰੀ ਨੂੰ ਕਹਿੰਦੇ ਨੇ। ਮੁਲਤਾਨ ਵਿੱਚ ਮਿਸ਼ਰੀ ਦਾ ਬਰੇਡਾ ਜਿਹੜਾ ਸ਼ਰਬਤ ਤਿਆਰ ਹੁੰਦਾ, ਸਾਉਣ ਦੇ ਦਿਨਾਂ 'ਚ ਨਿੱਕੀਆਂ ਨਿੱਕੀਆਂ ਬੂੰਦਾਂ ਪੈਣ ਕਰਕੇ ਕਿ ਸਵਾ ਗਜ ਮਲਮਲ ਦੇ ਚਾਰੇ ਕੋਨੇ ਬੰਨ੍ਹ ਕੇ ਵਿੱਚ ਮਿਸ਼ਰੀ ਰੱਖੀ ਜਾਵੇ, ਹੇਠਾਂ ਮਿੱਟੀ ਦਾ ਕੋਰਾ ਭਾਂਡਾ ਪਿਆ ਹੋਵੇ, ਉਹਦੇ ਵਿੱਚ ਜੋ ਸ਼ਰਬਤ ਦੀਆਂ ਬੂੰਦਾਂ ਇੱਕ ਇੱਕ ਕਰਕੇ ਡਿੱਗਦੀ ਆ, ਇਕੱਠੀਆਂ ਹੁੰਦੀਆਂ। ਉਹ ਸ਼ਰਬਤ ਨੂੰ ਜਿਹਨੇ ਪੀਤਾ ਹੈ ਉਹਦੇ ਮਿਠਾਸ ਨੂੰ ਤੇ ਉਹਦੇ ਠੰਡਕ ਨੂੰ, ਆਨੰਦ ਨੂੰ ਉਹਨੇ ਜਾਣਿਆ। ਆ ਕਈਆਂ ਨੂੰ ਜਲਨ ਜੀ ਹੁੰਦੀ ਪੈਰਾਂ ਦੇ ਵਿੱਚ, ਸ਼ੂਗਰ ਤੋਂ ਰਹਿਤ ਬੰਦਿਆਂ ਨੂੰ, ਸ਼ੂਗਰ ਵਾਲੇ ਨਹੀਂ, ਸ਼ੂਗਰ ਵਾਲਿਆਂ ਲਈ ਨਹੀਂ ਇਹ। ਜਾਂ ਕਈ ਕਹਿੰਦੇ ਮੇਰੇ ਅੰਦਰ ਗਰਮੀ ਬਹੁਤ ਪੈਦਾ ਹੋ ਗਈ ਆ, ਬੜੀ ਗਰਮੀ ਅੰਦਰ ਸਰੀਰ 'ਚੋਂ ਕਿਵੇਂ ਕੱਢੀਏ? ਮਿਸ਼ਰੀ ਕੁੱਟ ਕੇ ਰਾਤ ਨੂੰ ਗਲਾਸ 'ਚ ਭਿਉਂ ਦਿਓ, ਸਵੇਰੇ ਉੱਠ ਕੇ ਉਹ ਪਾਣੀ ਪੀ ਲਓ। ਇੱਕ ਹਫ਼ਤਾ ਪੀਂਦੇ ਰਹੋ ਲਗਾਤਾਰ, ਜਿੰਨੀ ਗਰਮੀ ਹੈ ਸਰੀਰ ਦੀ ਸਾਰੀ ਬਾਹਰ ਨਿਕਲ ਜਾਂਦੀ। ਸਭ ਤੋਂ ਵੱਧ ਠੰਡਾ ਪੱਤਾ ਟਾਹਲੀ ਦਾ ਹੁੰਦਾ। ਕੋਰੇ ਕੁੱਜੇ 'ਚ ਰਾਤ ਨੂੰ ਟਾਹਲੀ ਦੇ ਥੋੜ੍ਹੇ ਜਿਹੇ 15-20 ਪੱਤੇ ਭਿਉਂ ਦਿਓ, ਸਵੇਰੇ ਉੱਠ ਕੇ ਮੂੰਹ ਲਾ ਕੇ ਕੁੱਜੇ ਨੂੰ ਉਹ ਪਾਣੀ ਪੀ ਲਓ, ਨਤਾਰ ਕੇ। ਪੱਤਾ ਨਹੀਂ ਖਾਣਾ, ਪੱਤੇ ਸੁੱਟ ਦਿਓ, ਫਿਰ ਅਗਲੇ ਦਿਨ ਹੋਰ ਪੱਤੇ ਪਾ ਦਿਓ। ਇੱਕ ਹਫ਼ਤਾ ਜਿਹਨੇ ਪੀ ਲਿਆ ਜਾਂ 3 ਦਿਨ ਵੀ ਪੀ ਲਿਆ, ਉਹਦੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਂਦੀ ਹੈ। ਇਸ ਕਰਕੇ ਕਹਿੰਦੇ ਜਿਹਨੇ ਭਾਈ ਪੀਤਾ ਉਹਨੂੰ ਹੀ ਪਤਾ ਇਹ। ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ, ਐਸਾ ਕੋਇ ਵਿਵੇਕੀ। ਤਿਸ ਨਿਰਗੁਣ ਬ੍ਰਹਮ ਦੀ ਕਥਾ ਜਿਸ ਦੇ ਸਾਥ ਕਥਨ ਕਰੀਏ, ਕਿਉਂਕਿ ਇਹੋ ਜਿਹਾ ਕੋਈ ਵਿਵੇਕੀ ਦੁਰਲੱਭ ਬੰਦਾ ਹੀ ਹੈ। ਕਿਹਦੇ ਨਾਲ ਕਥਨ ਕਰੀਏ ਨਿਰਗੁਣ ਕਥਾ? ਸਾਰੇ ਲੋਕ ਤਾਂ ਖਾਣ ਪੀਣ ਪਹਿਰਨ ਵਿੱਚ ਮਸਤ ਨੇ। ਲੋਕੀ ਤਾਂ ਵਕਾਰਾਂ ਦੀਆਂ ਗੱਲਾਂ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਲੋਕੀ ਤਾਂ ਸਾਰਾ ਦਿਨ ਪੁੱਠੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਨੇ।
ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਚੱਲ ਦੇਖੀ। ਕਬੀਰ ਜੀ ਕਥਨ ਕਰਦੇ ਨੇ ਜਿਸ ਜਿਸ ਪੁਰਸ਼ ਨੇ ਜਿਹਾ ਜਿਹਾ ਪ੍ਰੇਮ ਰੂਪੀ ਪਲੀਤਾ ਦਿੱਤਾ ਉਹਨੇ ਉਹੀ ਜੀ ਝੱਲ ਹੁੰਦੀ ਪ੍ਰਕਾਸ਼ਤਾ ਦੇਖੀ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਗੌੜੀ ਰਾਗ ਚ ਉਚਾਰਨ ਕਰਦੇ ਨੇ। ਪਿੱਛੇ ਦੱਸ ਆਏ ਕਿ 3 ਸ਼ਬਦ ਆਉਣਗੇ ਤਿਪਦਿਆਂ ਵਾਲੇ, ਸੋ ਇਹ ਦੂਸਰਾ ਸ਼ਬਦ ਹੈ ਤਿਪਦਿਆਂ ਚੋਂ। ਜਿਸ ਵੇਲੇ ਕਬੀਰ ਜੀ ਦੇ ਗੁਰੂ ਰਾਮਾਨੰਦ ਜੀ ਸੰਸਾਰ ਤੋਂ ਚਲਾਣਾ ਕਰ ਗਏ, ਸਿੱਖਾਂ ਨੇ ਬੇਨਤੀ ਕੀਤੀ ਉਹਨਾਂ ਦੇ ਚੇਲਿਆਂ ਨੇ ਕਿ ਆਪ ਜੀ ਨੇ ਗੁਰੂ ਜਿਹੜੇ ਸੀ ਆਪ ਜੀ ਦੇ ਗੁਰੂ 5 ਭੂਤਕ ਦੇਹ ਨੂੰ ਤਿਆਗ ਕੇ ਕਿਸ ਜਗ੍ਹਾ ਤੇ ਸਮਾ ਗਏ। ਉੱਤਰ ਦਿੰਦੇ ਨੇ ਤਹਿ ਪਾਵਸ ਸਿੰਧ ਧੂਪ ਨਹੀਂ ਛਹੀਆ ਤਹਿ ਉਤਪਤ ਪਰ ਲਉ ਨਾਹੀ। ਕਹਿੰਦੇ ਤਿਸ ਜਗ੍ਹਾ ਮੇਰੇ ਗੁਰੂ ਜਾ ਕੇ ਸਮਾਏ ਨੇ ਜਿਸ ਬ੍ਰਹਮ ਵਿੱਚ ਪਾਵਸ ਹੁੰਦੀ ਆ, ਕਹੀਏ 6 ਰੁੱਤਾਂ ਨੂੰ, 6 ਰੁੱਤਾਂ ਤੇ ਤਹਿ ਪਾਵਸ ਤੇ ਸਿੰਧ ਹੁੰਦਾ 7 ਸਮੁੰਦਰ ਅਤੇ ਧੂਪ ਨਹੀਂ ਛਈਆ, ਧੁੱਪ ਜਾਂ ਛਾਂ ਵਗੈਰਾ ਕੋਈ ਨਹੀਂ ਹੁੰਦੀ ਉੱਥੇ। ਧੂਪ ਹੁੰਦਾ ਤਮੋ ਗੁਣ ਨਹੀਂ, ਛਈਆ ਹੁੰਦੀ ਸ਼ਾਂਤੀ। ਸੋ ਧੂਪ ਹੁੰਦਾ ਪ੍ਰਕਾਸ਼ ਹੀ ਹੈ ਜਿੱਥੇ, ਛਈਆ ਹੁੰਦੀ ਜੜਤਾ ਨਹੀਂ। ਅਤੇ ਜਿਸ ਬ੍ਰਹਮ ਵਿੱਚ ਉਤਪਤੀ ਤੇ ਪਰਲੋਂ ਵੀ ਨਹੀਂ ਆ, ਉਤਪਤ ਪਰਲੋਂ ਨਾਹੀਂ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ ਸੁਨ ਸਮਾਧ ਦਉ ਤਹਿ ਨਾਹੀ। ਕਹਿੰਦੇ ਜਿਉਣਾ ਮਰਨਾ ਦੁੱਖ ਸੁੱਖ ਜਿਹਦੇ ਵਿੱਚ ਨਹੀਂ ਵਿਆਪਦੇ ਸੁਨ ਸਮਾਧ ਹੁੰਦਾ। ਨਿਰਵਿਕਲਪ ਸਮਾਧੀ ਤੇ ਸਾਵਿਕਲਪ ਸਮਾਧੀ ਇਹ ਦੋਨੋਂ ਜਿਸ ਵਿੱਚ ਨਹੀਂ, ਮੇਰੇ ਗੁਰੂ ਤਿਸ ਬ੍ਰਹਮ ਦੇ ਵਿੱਚ ਸਮਾਏ ਹੋਏ ਨੇ। ਸਤਿਗੁਰੂ ਵਿੱਚ ਤਾਂ ਨਿਰਵਿਕਲਪ ਤੇ ਦੂਜੀ ਦੋਨੋਂ ਹੀ ਸਮਾਧੀਆਂ ਹੈ ਹੀ ਨਹੀਂ। ਦੇਖ ਲਓ ਇਹਦੀ ਸਤਿਗੁਰੂ ਦੀ ਅਵਸਥਾ ਕਿਹੜੀ ਹੈ, ਜਿਹੜੀ ਆਪਾਂ ਪੌੜੀ ਪੜ੍ਹਦੇ ਨਾ ਜਪਜੀ ਸਾਹਿਬ ਦੇ ਵਿੱਚ, ਜਤ ਪਹਾਰਾ ਧੀਰਜ ਸੁਨਿਆਰ, ਇਹ ਤੁਰਿਆ ਅਤੀਤ ਅਵਸਥਾ 8ਵੀਂ ਭੂਮਿਕਾ ਹੈ। ਇਹ ਸਿਰਫ ਗੁਰੂ ਸਾਹਿਬ ਦੀ ਬਣਦੀ ਹੈ। ਜੇ ਕਿਸੇ ਦੀ 7ਵੀਂ ਭੂਮਿਕਾ ਤੋਂ ਬਾਅਦ 8ਵੀਂ ਬਣ ਵੀ ਜਾਵੇ, ਉਹ 7 ਦਿਨ ਹੀ ਜਿਉਂਦਾ ਰਹਿੰਦਾ ਬੰਦਾ, ਕਿਉਂਕਿ 8ਵੀਂ ਭੂਮਿਕਾ ਇਸ ਦੇਹੀ ਦੀ ਨਹੀਂ ਹੈ, ਕਈ ਮਹਾਂਪੁਰਖਾਂ ਦੀ ਬਣੀ ਹੈ। ਸੋ ਜਿਨ੍ਹਾਂ ਵਿੱਚੋਂ ਯਾਦ ਹੈ ਮੈਨੂੰ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਜਦ ਉਹ ਤੁਰਿਆ ਅਤੀਤ ਭੂਮਿਕਾ 'ਚ ਗਏ ਤਾਂ ਹੁਣ ਉਹ ਸਾਰੀ ਸਰੀਰ ਦੀ ਕਿਰਿਆ ਭੁੱਲ ਗਏ। ਉਹ ਬਿਸਤਰੇ ਉੱਤੇ ਕਿਰਿਆ ਹੋ ਜਾਂਦੀ ਸੀ ਉਹਨਾਂ ਤੋਂ, ਤੇ ਨਾਲਦਿਆਂ ਨੇ ਕਹਿਣਾ ਬਾਬੇ ਨੂੰ ਖਾਨੀ ਕੀ ਹੋ ਗਿਆ। ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਇਹ ਤੁਰਿਆ ਅਤੀਤ ਅਵਸਥਾ ਚਲੇ ਗਏ ਨੇ। ਸੋ 7 ਦਿਨ ਹੀ ਫਿਰ ਸਰੀਰ ਰਿਹਾ ਸੀ ਉਹਨਾਂ ਦਾ। ਸੋ ਇਸ ਪ੍ਰਕਾਰ ਹੈ ਕਿ ਇਹ ਭੂਮਿਕਾ ਬਹੁਤ ਜ਼ਿਆਦਾ ਉੱਚੀ ਹੁੰਦੀ, ਜਿੱਥੇ ਹੁਣ ਆਹ ਕਥਨ ਕੀਤਾ ਕਿ ਨਿਰਵਿਕਲਪ ਸਮਾਧੀ ਜਾਂ ਸਾਵਿਕਲਪ, ਇਹ ਤਾਂ ਬੰਦਾ ਜਾਂਦਾ ਥੱਲਿਓਂ ਉੱਪਰ ਨੂੰ। ਜਿਹੜਾ ਪਰਮੇਸ਼ਰ ਹੈ ਹੀ ਵਿਕਲਪ ਤੋਂ ਰਹਿਤ, ਜਿੱਥੇ ਕੁਝ ਵੀ ਨਹੀਂ ਹੈ, ਸੁੰਨ ਅਫੁਰ ਅਵਸਥਾ ਹੈ, ਉੱਥੇ ਇਹਦਾ ਕਥਨ ਪਰਮੇਸ਼ਰ ਦੇ ਵਿੱਚ ਨਹੀਂ ਕਥਨ ਕਰਨਾ। ਇਹ ਬ੍ਰਹਮ ਗਿਆਨੀ 'ਚ ਹੋ ਜਾਂਦਾ ਪਰ ਪਰਮੇਸ਼ਰ 'ਚ ਨਹੀਂ। ਆਮ ਜੀਵ ਇੱਥੋਂ ਥੱਲੇ ਉੱਪਰ ਤੱਕ ਜਾਂਦਾ ਹੈ, ਪਰ ਜਿਹੜਾ ਹੈ ਹੀ ਪਹਿਲਾਂ ਉੱਪਰ ਤੋਂ ਉੱਪਰ, ਉੱਥੇ ਕੀ ਕਥਨ ਕਰਨਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਗਿਆਨ ਸਰੂਪ ਪਰਮਾਤਮਾ ਦੀ ਕਥਾ ਅਕਥ ਹੈ ਭਾਈ, ਅਤੇ ਸਭ ਤੋਂ ਨਿਰਾਲੀ ਹੈ। ਤੁਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ ਰਹਾਉ। ਕਹਿੰਦੇ ਤੱਕੜੀ ਉੱਤੇ ਚੜ੍ਹ ਕੇ ਤੁਲਦੀ ਨਹੀਂ ਅਤੇ ਮੁੱਕ ਵੀ ਨਹੀਂ ਜਾਂਦੀ, ਨਾ ਹੀ ਹਲਕੀ ਲੱਗਦੀ ਹੈ ਨਾ ਹੀ ਭਾਰੀ ਲੱਗਦੀ, ਕਿਉਂਕਿ ਉਸ ਵਿੱਚ ਧੁੰਦਵਾਦ ਨਹੀਂ। ਆਪਣਾ ਆਪ ਰੂਪ ਹੋਣ ਕਰਕੇ ਹਲਕੀ ਭਾਰੀ ਨਹੀਂ ਲੱਗਦੀ। ਜੇ ਆਪਣੇ ਆਪ ਤੋਂ ਭਿੰਨ ਹੋਵੇ ਤਾਂ ਹਲਕੀ ਭਾਰੀ ਲੱਗੇ, ਵੱਖਰੀ ਹੋਵੇ ਤਾਂ ਲੱਗੇ ਨਾ। ਬੁੱਧੀ ਰੂਪੀ ਤੱਕੜੀ ਵਿੱਚ ਚੜ੍ਹ ਕੇ ਵਿਚਾਰ ਰੂਪੀ ਵੱਟੇ ਦੁਆਰਾ ਤੁਲਦੀ ਨਹੀਂ, ਮੁੱਕ ਵੀ ਨਹੀਂ ਜਾਂਦੀ, ਹਲਕੀ ਨਹੀਂ ਭਾਰੀ ਲੱਗਦੀ ਹੈ, ਕਿਉਂਕਿ ਹਰ ਇੱਕ ਮਨੁੱਖ ਇਸ ਨੂੰ ਧਾਰਨ ਨਹੀਂ ਕਰ ਸਕਦਾ। ਹਲਕੀ ਹੈ, ਭਾਰੀ ਨਹੀਂ ਲੱਗਦੀ, ਕਿਉਂਕਿ ਅੰਤःਕਰਨ ਰੂਪ ਪ੍ਰਛਿੰਨ ਜਗ੍ਹਾ ਦੇ ਵਿੱਚ ਇਹ ਸਥਿਤ ਹੈ। ਅਰਧ ਉਰਧ ਦਉ ਤਹਿ ਨਾਹੀ, ਰਾਤ ਦਿਨ ਸਤਹਿ ਨਾਹੀ। ਜਿਸ ਬ੍ਰਹਮ ਵਿੱਚ ਅਰਧ ਉਰਧ ਹੁੰਦਾ, ਜੀਵ ਈਸ਼ਵਰ ਪਤਾਲ ਆਕਾਸ਼ ਲੋਕ ਪਰਲੋਕ, ਇਹਨਾਂ ਦੋਹਾਂ ਦੀ ਕਲਪਨਾ ਹੀ ਨਹੀਂ ਹੈ। ਉਸ ਬ੍ਰਹਮ ਵਿੱਚ ਮੇਰੇ ਗੁਰੂ ਸਮਾਏ ਨੇ, ਅਤੇ ਰਾਤ ਦਿਨ ਦੀ ਕਲਪਨਾ ਵੀ ਜਿਸ ਬ੍ਰਹਮ ਵਿੱਚ ਨਹੀਂ ਹੈ, ਉਸ ਵਿੱਚ ਮੇਰੇ ਗੁਰੂ ਸਮਾਏ ਨੇ। ਜਲ ਨਹੀਂ ਪਵਨ ਪਾਵਕ ਫੁਨ ਤਹਿ ਨਾਹੀ। ਦੁਬਾਰਾ, ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਹੀ। ਜਿਸ ਬ੍ਰਹਮ ਵਿੱਚ ਜਲ ਤੇ ਪਾਉਣ ਦੀ ਕਲਪਨਾ ਨਹੀਂ, ਪਾਵਕ ਹੁੰਦਾ ਅਗਨੀ ਤਤ ਦੀ ਵੀ ਕਲਪਨਾ ਨਹੀਂ, ਜਲ ਪਵਨ ਪਾਵਕ ਹੁੰਦਾ ਸਤੋ ਰਜੋ ਤਮੋ, ਇਹਨਾਂ ਤਿੰਨਾਂ ਗੁਣਾਂ ਦੀ ਕਲਪਨਾ ਜਿਸ ਵਿੱਚ ਨਹੀਂ ਹੈ, ਤੇ ਇਸ ਬ੍ਰਹਮ ਦੇ ਵਿੱਚ ਮੇਰੇ ਸਤਿਗੁਰੂ ਰਾਮਾਨੰਦ ਜੀ ਸਮਾਏ ਨੇ। ਅਗਮ ਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਹੀਐ। ਜੋ ਮਨ ਦੀ ਪਹੁੰਚ ਤੋਂ ਅਗਮ ਤੇ ਗੋਚਰ, ਕਈ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ, ਨਿਰੰਤਰ ਹੁੰਦਾ, ਇੱਕ ਰਸ ਸਾਰੇ ਰਹਿੰਦਾ, ਉਹ ਪਰਮੇਸ਼ਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਕਹੋ ਕਬੀਰ ਬਲ ਜਾਓ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ,
ਕਬੀਰ ਜੀ ਕਹਿੰਦੇ ਤਾਂ ਤੇ ਆਪਣੇ ਗੁਰਾਂ ਤੋਂ ਬਲਿਹਾਰ ਬਲਿਹਾਰ ਜਾਣਾ ਕਰੋ ਭਾਈ, ਅਤੇ ਸਤ ਸੰਗਤ ਵਿੱਚ ਮਿਲ ਕੇ ਰਹਿਣਾ ਕਰੋ। ਕਿਉਂਕਿ ਗੁਰੂ ਦੀ ਜਿਹੜੀ ਕਥਨ ਕੀਤੀ ਅਵਸਥਾ ਬਹੁਤ ਉੱਚੀ ਅਵਸਥਾ, ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ, ਤਹ ਆਕਾਰ ਨਹੀਂ ਮੇਦਨੀ, ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗਮ ਧਨੀ। ਸੋ ਇਸੇ ਪ੍ਰਕਾਰ ਇਹਦਾ ਜਿਹੜਾ ਦੂਸਰਾ ਪ੍ਰਕਰਨ ਹੈ, ਇੱਕ ਸੋ ਅਰਥ ਹੈ, ਉਹ ਫਿਰ ਅੱਗੇ ਦੁਬਾਰਾ ਜਦੋਂ ਕਥਾ ਕਰਾਂਗੇ ਫਿਰ ਅੱਗੇ ਵਿਚਾਰ ਕਰਾਂਗੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਜਿੰਨਾ ਸ਼ਰਵਣ ਕੀਤਾ ਹਿਰਦੇ 'ਚ ਵਸਾਈਏ। ਸਤਿਗੁਰੂ ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣ। ਕਿੰਨੇ ਮਿੰਟ ਰਹਿ ਗਏ? ਮੈਂ ਫਿਰ ਪੂਰਾ ਕਰ ਦੇਵਾਂ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਜਿਹੜਾ ਇੱਕ ਪ੍ਰਕਰਨ ਹੈ, ਦੂਜਾ ਪ੍ਰਕਰਨ ਇਸ ਤਰ੍ਹਾਂ ਵੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੀ ਪ੍ਰਾਪਤੀ ਦੇ ਦੋ ਪੱਖ ਨੇ, ਇੱਕ ਵਿਧੀ ਪੱਖ ਹੁੰਦਾ, ਦੂਜਾ ਨਿਖੇਧ ਪੱਖ। ਜਿਵੇਂ ਇੱਕ ਪੁਰਸ਼ ਤੁਰਦਾ ਫਿਰਦਾ ਉੱਥੇ ਜਾ ਪਹੁੰਚਿਆ ਜਿੱਥੇ ਚਰਾਵਾ ਗਊਆਂ ਚਰਾ ਰਿਹਾ ਸੀ। ਉੱਥੇ ਜਾ ਕੇ ਬੜੀ ਕੋਸ਼ਿਸ਼ ਕੀਤੀ ਪਰ ਉਹਨੂੰ ਆਪਣੀ ਗਊ ਦਾ ਪਤਾ ਨਾ ਲੱਗੇ। ਜਦ ਉਹਨੇ ਗਵਾਲੇ ਤੋਂ ਪੁੱਛਿਆ ਕਿ ਮੇਰੀ ਗਊ ਕਿਹੜੀ ਹੈ, ਤਾਂ ਝੱਟ ਉਹਨੇ ਸਿੰਗਾਂ ਤੋਂ ਫੜ ਕੇ ਦੱਸਤਾ ਤੇਰੀ ਗਊ ਇਹ ਹੈ। ਇਸੇ ਤਰ੍ਹਾਂ ਜਦ ਜਗਿਆਸੂ ਨੇ ਗੁਰਾਂ ਤੋਂ ਪੁੱਛਿਆ ਕਿ ਬ੍ਰਹਮ ਕੌਣ ਹੈ, ਤਾਂ ਗੁਰਾਂ ਨੇ ਵਿਧੀ ਪੱਖ ਸੇ ਉਪਦੇਸ਼ ਦਿੱਤਾ ਕਿ ਜੋ ਸਤ ਚੇਤਨ ਆਨੰਦ ਸਰੂਪ ਹੈ ਉਹੀ ਬ੍ਰਹਮ ਹੈ। ਇਹ ਵਿਧੀ ਪੱਖ ਦਾ ਉਪਦੇਸ਼ ਹੈ, ਤੇ ਜੋ ਬਚਨ ਸਭ ਦਾ ਨਿਖੇਧ ਕਰਕੇ ਬਾਕੀ ਰਹੀ ਵਸਤੂ ਦਾ ਬੋਧਨ ਕਰੇ ਉਹ ਨਿਖੇਧ ਪੱਖ ਹੁੰਦਾ। ਜਿਵੇਂ ਅਨੇਕਾਂ ਸੂਰਮੇ ਰਾਜੇ ਸਰੀਖੇ ਪਹਿਰਾਵੇ ਨੂੰ ਧਾਰ ਕੇ ਜਾ ਰਹੇ ਸਨ, ਤਾਂ ਰਸਤੇ ਵਿੱਚ ਕਿਸੇ ਪੁਰਸ਼ ਨੇ ਪੁੱਛਿਆ ਇਹਨਾਂ ਵਿੱਚ ਸਭ ਤੋਂ ਪੁਰਸ਼ਾਂ ਵਿੱਚੋਂ ਰਾਜਾ ਕੌਣ ਹੈ। ਉਹਦਾ ਬਚਨ ਸੁਣ ਕੇ ਦੱਸਣ ਵਾਲੇ ਨੇ ਕਿਹਾ ਕਿ ਜਿਹਦੇ ਹੱਥ ਵਿੱਚ ਸੋਨੇ ਚਾਂਦੀ ਦੀਆਂ ਸੋਟੀਆਂ ਨੇ ਉਹ ਹੀ ਰਾਜਾ, ਉਹ ਵੀ ਰਾਜਾ ਨਹੀਂ। ਜਿਹਦੇ ਹੱਥ ਵਿੱਚ ਚੌਰ ਛਤਰ ਆਦਿਕ ਫੜਿਆ ਹੋਇਆ ਉਹ ਵੀ ਰਾਜਾ ਨਹੀਂ। ਜੋ ਇਹਨਾਂ ਸਭਨਾਂ ਤੋਂ ਬਾਕੀ ਰਿਹਾ ਉਹ ਰਾਜਾ। ਐਸੇ ਹੀ ਜਦੋਂ ਜਗਿਆਸੂ ਨੇ ਪੁੱਛਿਆ ਬ੍ਰਹਮ ਕੌਣ ਹੈ, ਤਾਂ ਗੁਰਾਂ ਨੇ ਕਿਹਾ ਜਿਸ ਵਿੱਚ ਰੂਪ ਰੇਖ ਹੈ ਉਹ ਵੀ ਪਰਮੇਸ਼ਰ ਨਹੀਂ, ਜਿਸ ਵਿੱਚ ਰੰਗ ਭੇਖ ਆ ਉਹ ਵੀ ਪਰਮਾਤਮਾ ਨਹੀਂ, ਜਿਸ ਵਿੱਚ ਚਾਰ ਵਰਨ ਚਾਰ ਆਸ਼ਰਮ ਤੇ ਗੁਣ ਕਿਰਿਆ ਵਗੈਰਾ ਉਹ ਵੀ ਪਰਮੇਸ਼ਰ ਨਹੀਂ। ਇਸੇ ਤਰ੍ਹਾਂ ਨਿਖੇਧ ਪੱਖ ਸੇ ਕਬੀਰ ਜੀ ਉਪਦੇਸ਼ ਕਰਦੇ ਨੇ। ਤਹ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹ ਉਤਪਤ ਪਰ ਲਉ ਨਾਹੀ। ਜਿਸ ਵਿੱਚ ਪਾਵਸ ਆਦਿ 6 ਰੁੱਤਾਂ ਹਨ ਉਹ ਵੀ ਬ੍ਰਹਮ ਨਹੀਂ, ਜਿਸ ਵਿੱਚ 7 ਸਮੁੰਦਰ ਨੇ ਉਹ ਵੀ ਬ੍ਰਹਮ ਨਹੀਂ, ਜਿਸ ਵਿੱਚ ਧੁੱਪ ਛਾਂ ਵੀ ਬ੍ਰਹਮ ਨਹੀਂ, ਜਿਸ ਵਿੱਚ ਉਤਪਤੀ ਪਰਲੋਂ ਉਹ ਵੀ ਬ੍ਰਹਮ ਨਹੀਂ। ਇਸ ਢੰਗ ਨਾਲ ਸਾਰਾ ਅਰਥ ਸਾਰੀਆਂ ਚੀਜ਼ਾਂ ਢਕਾ ਲੈਣੀਆਂ, ਨਿਖੇਧ ਕਰਨਾ ਭਾਵ ਉਹ ਵੀ ਬ੍ਰਹਮ ਨਹੀਂ। ਦੂਜੀ ਰੀਤੀ ਵਿੱਚ ਇਹ ਹੈ ਵੀ ਤਿਸ ਬ੍ਰਹਮ ਵਿੱਚ ਪਾਵ ਸਾਧਕ ਖੱਟ ਰੁੱਤਾਂ 7 ਸਮੁੰਦਰ ਤੇ ਧੁੱਪ ਛਾਂ ਵਗੈਰਾ ਕੋਈ ਨਹੀਂ। ਉਸ ਬ੍ਰਹਮ ਵਿੱਚ ਉਤਪਤੀ ਪਰਲੋਂ ਵੀ ਨਹੀਂ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦਉ ਤਹਿ ਨਾਹੀ। ਜੰਮਣਾ ਮਰਨਾ ਦੁੱਖ ਸੁਖ ਕੋਈ ਵੀ ਨਹੀਂ ਵਿਆਪਦਾ। ਨਿਰਵਿਕਲਪ ਤੇ ਸਾਵਿਕਲਪ ਸਮਾਧੀ ਦੋਨੋਂ ਤਿਸ ਬ੍ਰਹਮ ਵਿੱਚ ਨਹੀਂ। ਹੋਰ ਸਭ ਤੁਕਾਂ ਇਸ ਪ੍ਰਕਾਰ ਹੀ ਆਪਾਂ ਲਾ ਕੇ ਦੇਖੀਆਂ ਨੇ। ਸਤਿਗੁਰ ਤਹਾਂ ਸਮਾਹੀ। ਸਤਿਗੁਰੂ ਦੇ ਤੇ ਚੇਲਾ ਭਾਵ ਇਹ ਵੀ ਤਿਸ ਬ੍ਰਹਮ ਵਿੱਚ ਸਮਾਹੀ ਭਾਵ ਹਨ। ਸਤਿਗੁਰੂ ਤੇ ਚੇਲਾ, ਚੇਲਾ ਭਾਵ ਜਿਹੜਾ ਹੁੰਦਾ, ਤੇ ਇਹ ਵੀ ਉਸ ਬ੍ਰਹਮ ਦੇ ਵਿੱਚ ਸਮਾਹੀ ਭਾਵਨ। ਸਤਿਗੁਰ ਤਹਾਂ ਸਮਾਹੀ, ਉੱਥੇ ਸਤਿਗੁਰ ਸਮਾ ਗਏ ਜਾ ਕੇ। ਅਗਮ ਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਹੀਐ। ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਜੋ ਮਨ ਦੀ ਪਹੁੰਚ ਤੋਂ ਪਰੇ ਆ, ਗੋਚਰ ਇੰਦਰੀਆਂ ਤੇ ਵਿਸ਼ੇ ਤੋਂ ਰਹਿਤ ਹੈ, ਇੱਕ ਰਸ ਸਾਰੇ ਨਾ ਉਹ ਪਰਮੇਸ਼ਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਜਾਂਦਾ। ਕਬੀਰ ਜੀ ਕਹਿੰਦੇ ਤਾਂ ਤੇ ਆਪਣੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਣਾ ਕਰੋ ਅਤੇ ਸਤ ਸੰਗਤ ਵਿੱਚ ਮਿਲ ਕੇ ਰਹਿਣਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।